सिद्धू साहब करिए। बिल्कुल सर, तुहाडी इच्छा। कोई मैनू बस 10 मिनट दे देना, मैं बड़ी आई एम इन्वॉल्वड इन दिस ऑगस्ट कंपनी, जिन्ना क मैं करना मैं इन्हां दे सामने रखूंगा, फिर मैं इन्हां तो ज्ञान लऊंगा। ठीक है, ठीक है। तुहाडे करके सानू गुणवीर जी दे, घुम्मन साहब दे, गिल साहब दे, वाह वाह वाह। गिल साहब पैरी पैना। सो स्वीकार करो, ये दीज आर इंस्टीट्यूशन सर, आई एम रियली ऑनर्ड। सारिਆਂ ਨੂੰ ਸਤਿ ਸ੍ਰੀ ਅਕਾਲ, ਆਦਾਬ। ਅੱਜ ਨਵਜੋਤ ਸਿੰਘ ਸਿੱਧੂ ਜੀ ਦੀ ਪਹਿਲ ਤੇ ਪੰਜਾਬ ਦੇ ਲਈ ਸੁਹਿਰਦ, ਪੰਜਾਬ ਦੀ ਫਿਕਰ ਕਰਨ ਵਾਲੇ, ਪੰਜਾਬ ਦਾ ਵਿਚਾਰ ਕਰਨ ਵਾਲੇ, ਮਨੁੱਖਤਾ ਦੀ ਚਿੰਤਾ ਕਰਨ ਵਾਲੇ, ਵਾਤਾਵਰਣ ਦੀ ਚਿੰਤਾ ਕਰਨ ਵਾਲੇ, ਕਿਸਾਨੀ ਦੀ ਫਿਕਰ ਕਰਨ ਵਾਲੇ, ਕਿਸਾਨੀ ਨਾਲ ਜੁੜੇ ਹੋਏ ਔਰ ਪੰਜਾਬ ਦੀ ਮਿੱਟੀ ਦੇ ਨਾਲ ਜਿਨ੍ਹਾਂ ਦੀ ਜੜ ਜੁੜੀ ਹੋਈ ਹੈ, ਐਸੇ ਕੁਝ ਲੋਕ ਇਕੱਠੇ ਆਪਾਂ ਹੋਏ ਹਾਂ। ਅੱਜ ਵਿਚਾਰ ਕਰਨਾ ਜੋ ਹਾਲਾਤ ਨੇ ਦੇਸ਼ 'ਚ, ਜੋ ਚੀਜ਼ਾਂ ਬਣ ਰਹੀਆਂ ਨੇ ਸਾਰੀਆਂ, ਉਹ ਫਿਕਰ ਵਾਲੀਆਂ ਗੱਲ ਨੇ। ਜਿਸ ਤਰ੍ਹਾਂ ਦੇ ਜਿਸ ਦਿਸ਼ਾ ਦੇ ਵਿੱਚ ਇਹ ਸਾਰਾ ਕੁਝ ਜਾ ਰਿਹਾ ਹੈ, ਉਹ ਦਿਸ਼ਾ ਬਹੁਤ ਫਿਕਰ ਵਾਲੀ ਹੈ। ਜਿਨ੍ਹਾਂ ਲੋਕਾਂ ਨੂੰ ਚਿੰਤਾ ਹੈ ਸਮਾਜ ਦੀ, ਜਿਨ੍ਹਾਂ ਲੋਕਾਂ ਨੂੰ ਚਿੰਤਾ ਹੈ ਸਾਂਝੀਵਾਲਤਾ ਦੀ, ਜਿਨ੍ਹਾਂ ਲੋਕਾਂ ਨੂੰ ਚਿੰਤਾ ਹੈ ਇਹਨਾਂ ਸਰੋਕਾਰਾਂ ਦੀ, ਜਿਹੜੇ ਕਿਸਾਨ ਨੂੰ ਖੁਦ ਮੁਖਤਾਰੀ ਦਿੰਦੇ ਹੋਣ, ਕਿਸਾਨ ਨੂੰ ਤਾਕਤ ਦਿੰਦੇ ਹੋਣ, ਉਹ ਸਰੋਕਾਰ ਵਾਲੇ ਲੋਕ ਅੱਜ ਆਪਾਂ ਇਕੱਠੇ ਹੋਏ ਹਾਂ। ਮੈਨੂੰ ਲੱਗਦਾ ਕਿ ਸਾਡੇ ਵਿੱਚੋਂ ਨਵਜੋਤ ਸਿੰਘ ਸਿੱਧੂ ਜੀ ਇੱਕ ਜਿਹਨੂੰ ਕਹਿੰਦੇ ਕਿ ਐਸੇ ਰਾਜਨੀਤੀ ਦੇ ਵਿੱਚ ਇੱਕ ਚਮਕਦਾ ਸਿਤਾਰਾ, ਉਹਨਾਂ ਦੀ ਇੱਛਾ ਸੀ ਔਰ ਉਹਨਾਂ ਨੇ ਮੈਨੂੰ ਕਿਹਾ ਕਿ ਵੀ ਚਲੋ ਤੁਸੀਂ ਅੱਜ ਹੋਸਟ ਕਰੋ। ਮੈਂ ਉਹਨਾਂ ਦਾ ਤਹਿ ਦਿਲ ਸ਼ੁਕਰੀਆ ਅਦਾ ਕਰਦਾ ਵਾਂ। ਅੱਜ ਦੀ ਇਸ ਸਭਾ ਦੇ ਵਿੱਚ ਜਿਨ੍ਹਾਂ ਨੂੰ ਮੈਂ ਗੁਰੂ ਮੰਨਦਾ ਵਾਂ, ਸੁੱਚਾ ਸਿੰਘ ਗਿੱਲ ਜੀ, ਡਾਕਟਰ ਘੁੰਮਣ ਸਾਹਿਬ, ਉਹ तमाम ਲੋਕ, ਸੁਖਪਾਲ ਸਿੰਘ ਜੀ, ਮੇਰੇ ਮਿੱਤਰ ਕਮਲਜੀਤ ਹੇਰ ਜੀ, ਡਾਕਟਰ ਰਮੇਸ਼ ਅਰੋੜਾ, ਗੁਣਵੀਰ ਜੀ ਆਰਗੈਨਿਕ ਫਾਰਮਿੰਗ ਦਾ ਕੰਮ ਦੇਖਦੇ ਨੇ ਅੰਮ੍ਰਿਤਸਰ ਦੇ ਵਿੱਚ, तमाम ਐਸੇ ਲੋਕ ਅੱਜ ਅਸੀਂ ਇਕੱਠੇ ਹੋਏ ਹਾਂ। ਅਸੀਂ ਸਾਡੇ ਬਹੁਤ ਚੀਜ਼ਾਂ ਸਾਂਝੀਆਂ ਨੇ, ਸਾਡੇ ਫਿਕਰ ਸਾਂਝੇ ਨੇ ਔਰ ਜੋ ਵਰਤਮਾਨ ਸਥਿਤੀ ਹੈ ਰਾਜਨੀਤੀ ਦੀ, ਦੇਸ਼ ਦੀ ਜੋ ਦਸ਼ਾ ਹੈ, ਉਹਦੇ ਵਿੱਚੋਂ ਅੱਗੇ ਦਾ ਰਸਤਾ ਕੁਝ ਕੱਢਣਾ ਪਏਗਾ, ਅੱਗੇ ਦੀ ਗੱਲ ਕਰਨੀ ਪਏਗੀ। ਇਹ 3 ਬਿੱਲ ਜਾਂ ਇਨ 3 ਬਿੱਲਾਂ ਤੋਂ ਅੱਗੇ ਦੀ ਯਾਤਰਾ, ਅੱਗੇ ਦੀ ਵੀ ਗੱਲ, ਇਹ ਗੱਲਾਂ ਓਪਨ ਨੇ, ਇਹਦੇ ਤੇ ਵਿਚਾਰ ਕਰਨ ਦੀ ਲੋੜ ਹੈ। ਕਿਆ 3 ਬਿੱਲਾਂ ਤੋਂ ਪਹਿਲੇ ਵੀ ਸਮੱਸਿਆ ਸੀ और 3 बिल कल वापस होंगे, उस तो बाद भी समस्या रहेगी। पंजाब का फ्यूचर की है, पंजाब ਨੂੰ जिस मॉडल ने ਗਿੱਲ ਸਾਹਿਬ ਤਾਂ ਇਹਨਾਂ ਦੇ ਲੈਕਚਰ ਸੁਣ ਕੇ ਔਰ ਘੁੰਮਣ ਸਾਹਿਬ ਨੇ ਪੂਰੇ ਸਟੱਡੀਜ਼ ਜਿਹੜੀਆਂ ਦਿੱਤੀਆਂ, ਪੰਜਾਬ ਤੇ ਕਿੰਨਾ ਕਰਜ਼ਾ, ਪੰਜਾਬ ਦੇ ਕਿੰਨੇ ਕਿਸਾਨਾਂ ਨੇ ਖੁਦਕੁਸ਼ੀ ਕੀਤੀ, ਪੰਜਾਬ ਤੇ ਕਰਜ਼ੇ ਦਾ ਕੀ ਪੈਟਰਨ, ਕਿੰਨੇ ਕਿਸਾਨ ਖੇਤੀ ਛੋੜ ਕੇ ਬਾਹਰ ਹੋਏ, ਇਹ तमाम ਜਦੋਂ ਪੰਜਾਬ ਦੇ ਵਿੱਚ ਸਰੋਕਾਰ ਸੀ ਤਾਂ ਉਹ ਜਿਸ ਮਾਡਲ ਦੇ ਕਰਕੇ ਸੀ, ਉਹ ਮਾਡਲ ਸ਼ਾਇਦ ਉੱਥੇ ਤੋਂ ਉੱਥੇ ਹੀ ਹੈ। ਔਰ शायद जिस पैराडाइम शिफ्ट की लोड़ सी, पैराडाइम शिफ्ट करने की हिम्मत कोई जुटा नहीं पा रहा और बिल सुधार के नाम से लेंदे गए, यह बिल पैराडाइम शिफ्ट नहीं करते, पैबंद लगाते हैं। शायद पैबंद भी किस तरह के ने, उहदे ते भी बहुत कुछ किया जा सकता है। सो अज के विचार चर्चा शुरू करते हैं। शुरुआत विच मैं नवजोत सिंह सिद्धू जी को बेनती करांगा, नवजोत सिंह सिद्धू जी लोगों का स्वागत करन, आए हुए मेहमानों का स्वागत करन और अपनी गलबात की मन की पीड़ा है, की विचार है, नवजोत सिंह जी वो गल करन, फिर आप वारी वारी चर्चा इत्थे करांगे। नवजोत सिंह सिद्धू जी। पतवंते सज्जन अज इस सम्मानयोग मंच के उत्ते विराजे है, वो मेरे लिए संस्थावां ने, मेरी पग नालों गिठ गिठ उच्चे ने। और जदों मैं छोटा सी, मेरे बजुर्ग मैनूं कहंदे हुंदे सीगे कि बेटा सियाणे बंदे दे नाल वार्तालाप जिहड़ी है ना, वो महीनियां दी एजुकेशन दे बराबर है। इस करके मैं अज बड़ा मान महसूस कर रहा, आई एम हंबल्ड। मनो मिट्टी का ढेला गुलाबां दी क्यारी दे विच आ गया। सर मैं अपनी गल नूं शुरू करूंगा, पहले 10 मिनट मैं लऊंगा ते उदों बाद मैं तुहानूं सुनन दा सौभाग लऊंगा। थैंक यू वेरी मच फॉर कमिंग, आई वेलकम यू ऑल। मैं अपनी गल 10 मिनटां च रख के फिर तुहानूं ये फ्लोर हैंड ओवर कर दूंगा। सर पंजाब दी किसानी पिछले कई दशकों तो क्राइसिस वाल वध रही है। अज मैं तुहाडे नाल इस क्राइसिस दे डूंघे मसले
ਤੇ ਉਹਨਾਂ ਦੇ ਹੱਲਾਂ ਨੂੰ ਡਿਸਕਸ ਕਰਨਾ ਚਾਹੁੰਦਾ। ਤੇ ਬਹੁਤ ਜ਼ਰੂਰੀ ਹੈ ਕਿ ਆਪਾਂ ਇਸ ਕ੍ਰਾਈਸਿਸ ਦਾ ਹੱਲ ਲੱਭੀਏ ਤੇ ਉਸ ਦੇ ਵੱਲ ਵਧੀਏ। ਕੇਂਦਰ ਨੇ ਤੇ ਆ 3 ਕਾਲੇ ਕਾਨੂੰਨ ਲਿਆ ਕੇ ਸਾਬਤ ਕਰਤਾ ਕਿ ਸਰਕਾਰ ਕਿਸਾਨਾਂ ਦਾ ਪੱਲਾ ਛੱਡ ਕਿਸਾਨਾਂ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨਾ ਚਾਹੁੰਦੀ ਹੈ। ਤੇ ਕਿਸਾਨ ਨੂੰ ਪਤਾ ਹੈ ਕਿ ਬਿਨਾਂ ਸਰਕਾਰ ਦੀ ਸਪੋਰਟ ਦੇ ਕਿਸਾਨ ਨੇ ਡੁੱਬਣਾ ਹੀ ਹੈ, ਗੁਲਾਮ ਬਣਨਾ। ਉਹ ਬੇੜੀਆਂ ਵੱਢਣ ਨੂੰ ਆਜ਼ਾਦੀ ਦੀ ਲੜਾਈ ਲੜ ਰਹੇ। ਕੇਂਦਰ ਸਰਕਾਰ ਨੇ ਕਿਸਾਨੀ ਦੀਆਂ ਡੂੰਘੀਆਂ ਮੁਸ਼ਕਲਾਂ ਦੇ ਹੱਲ ਕਰਨ ਦੀ ਬਜਾਏ ਇੱਕ ਆਪੋਜ਼ਿਟ ਡਾਇਰੈਕਸ਼ਨ ਵਿੱਚ ਕਦਮ ਚੁੱਕ ਲਿਆ ਹੈ। ਪੁੱਠੀ ਰਾਹ ਤੇ ਇੱਕ ਵਾਰ ਤੁਰ ਪੋ ਤੇ ਫਿਰ ਸਿੱਧੀ ਤੇ ਆਉਣਾ ਬੜਾ ਔਖਾ ਹੋ ਜਾਂਦਾ। ਅੱਜ ਆਪਾਂ ਦਿੱਲੀ ਵਿੱਚ ਜੋ ਸੰਘਰਸ਼ ਲੜ ਰਹੇ ਹਾਂ, ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਆਪਾਂ ਇਸ ਸੰਘਰਸ਼ ਜਿੱਤਾਂਗੇ। ਕੋਈ ਸਰਕਾਰ ਅੱਜ ਤੱਕ ਪੈਦਾ ਨਹੀਂ ਹੋਈ ਜਿਹੜੀ ਕਿਸਾਨ ਤੋਂ ਜਿੱਤੀ ਹੋਵੇ। ਤੇ ਮੈਨੂੰ ਪੂਰਾ ਯਕੀਨ ਹੈ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਏਗਾ, ਕਿਉਂਕਿ ਅਸੀਂ we have not learned our lessons। ਸਾਰਾ ਇਹ ਪੰਜਾਬ ਦੀ ਆਤਮਾ ਇਹ ਖੁਆਇਸ਼ ਕਰ ਰਹੀ ਹੈ ਕਿ ਸਾਡੀ ਮੰਨਤ ਪੂਰੀ ਹੋਣੀ ਚਾਹੀਦੀ ਹੈ। ਤੇ ਮੈਨੂੰ ਪੂਰਨ ਯਕੀਨ ਹੈ ਕਿ ਇਸ ਸੰਘਰਸ਼ ਤੋਂ ਬਾਅਦ ਦੇਸ਼ ਦੀ ਕਿਸਾਨੀ ਦੀ ਤਕਦੀਰ ਕਿਸਾਨ ਖੁਦ ਆਪਣੇ ਆਪ ਲਿਖੇਗਾ ਤੇ ਕੋਈ ਪੂੰਜੀਪਤੀ ਨਹੀਂ। ਜਾਂ ਤੇ ਇਹ ਕਾਨੂੰਨ ਰਿਪੀਲ ਹੋਣਗੇ ਤੇ ਨਹੀਂ ਤਾਂ ਜੰਗ ਇਸੇ ਤਰ੍ਹਾਂ ਜਾਰੀ ਰਹੇਗੀ। ਪਰ ਜਦ ਆਪਾਂ ਇਹ 3 ਕਾਲੇ ਕਾਨੂੰਨਾਂ ਨੂੰ ਰਿਪੀਲ ਵੀ ਕਰਾ ਲਾਂਗੇ, ਜਿਹੜਾ ਮੈਨੂੰ ਵਿਸ਼ਵਾਸ ਹੈ, ਆਪਾਂ ਵਾਪਸ ਆ ਕੇ ਉੱਥੇ ਹੀ ਖੜੇ ਹੋ ਜਾਾਂਗੇ ਜਿੱਥੇ ਆਪਾਂ ਇਹ ਸੰਘਰਸ਼ ਸਟਾਰਟ ਕੀਤਾ ਸੀ। ਯਾਨੀ ਕਿ ਜੂਨ 2020 ਤੋਂ ਪਹਿਲਾਂ ਜੋ ਹਾਲ ਸੀ ਉਹੀ ਹੋ ਜੂ। ਤੇ ਪੰਜਾਬ ਦੀ ਕਿਸਾਨੀ ਦੀਆਂ ਡੂੰਘੀਆਂ ਮੁਸ਼ਕਲਾਂ ਉੱਥੇ ਦੀਆਂ ਉੱਥੇ ਹੀ ਰਹਿ ਜਾਣਗੀਆਂ। ਸਾਨੂੰ ਪੰਜਾਬ ਨੂੰ, ਪੰਜਾਬ ਰਾਜ ਨੂੰ ਇਹਨਾਂ ਡੂੰਘੀਆਂ ਮੁਸ਼ਕਲਾਂ ਦੇ ਹੱਲ ਕੱਢਣ ਦੀ ਲੋੜ ਹੈ ਸਾਹਿਬ। ਇਹ ਕਾਨੂੰਨ ਵਾਪਸ ਕਰਵਾ ਕੇ ਆਪਾਂ ਸਕੁਅਰ 1 ਤੇ ਵਾਪਸ ਆ ਜਾਵਾਂਗੇ। ਪਰ ਪੰਜਾਬ ਦੀ ਪ੍ਰਗਤੀ ਦੀ ਰਾਹ, ਕਿਸਾਨੀ ਦੀ ਖੁਸ਼ਹਾਲੀ ਦੀ ਰਾਹ ਤੇ ਸਾਨੂੰ ਹੋਰ ਬਹੁਤ ਕਦਮ ਚੱਲਣ ਦੀ ਲੋੜ ਹੈ। ਤੇ ਹਜੇ ਤੇ ਆਪਾਂ ਪਹਿਲਾਂ ਨਹੀਂ ਚੁੱਕਿਆ ਸਾਹਿਬ। ਪੰਜਾਬ ਦੀ ਇਕਨੋਮੀ ਦਾ ਰਿਵਾਈਵਲ ਕਿਸਾਨੀ ਕਿੱਤੇ ਵਿੱਚੋਂ ਹੀ ਜਾਂਦਾ ਤੇ ਦੇਸ਼ ਦੀ 50% ਆਬਾਦੀ ਕਿਸਾਨੀ ਵਿੱਚ ਕੰਮ ਕਰ ਰਹੀ ਹੈ, ਇੰਪਲੋਇਮੈਂਟ ਲੈ ਰਹੀ ਹੈ, ਜਦਕਿ ਸਿਰਫ 15% GDP ਕਿਸਾਨੀ ਵਿੱਚੋਂ ਨਿਕਲਦੀ ਹੈ। ਤੇ ਕਿਸਾਨੀ ਕਿੱਤੇ ਦਾ ਸਿੱਧਾ ਨਾਤਾ ਅਨਾਜ ਨਾਲ ਹੈ ਤੇ ਰੋਟੀ ਸਭ ਨੇ ਖਾਣੀ ਹੈ ਸਾਹਿਬ। 92% ਲੇਬਰ ਇਨਫਾਰਮਲ ਹੈ। ਕੋਈ 200 ਲੈਂਦਾ, ਕੋਈ 300 ਲੈਂਦਾ, ਕੋਈ 400 ਲੈਂਦਾ, ਕੋਈ ਚਾਹ ਦੀ ਦੁਕਾਨ ਤੇ ਕੰਮ ਕਰਦਾ। 86% ਕਿਸਾਨ ਕੋਲ 5 ਏਕੜ ਜਾਂ ਉਸ ਤੋਂ ਘੱਟ ਜ਼ਮੀਨ ਰਹਿੰਦੀ ਹੈ ਤੇ 50% ਆਬਾਦੀ ਖੇਤੀ ਕਿੱਤੇ ਦੇ ਨਾਲ ਜੁੜੀ ਹੋਈ ਹੈ। ਤੇ ਜੇ ਦੇਸ਼ ਨੇ ਤਰੱਕੀ ਦੀ ਰਾਹ ਦੇ ਉੱਤੇ ਪੈਣਾ ਤੇ ਜੇ ਦੇਸ਼ ਵਿੱਚ ਗਰੀਬੀ ਤੇ ਭੁੱਖਮਰੀ ਦਾ ਹੱਲ ਕਰਨਾ ਹੈ ਤੇ ਉਹ ਮੈਨੂਫੈਕਚਰਿੰਗ ਤੇ ਸਰਵਿਸ ਸੈਕਟਰ ਤੋਂ ਨਹੀਂ ਬਲਕਿ ਕਿਸਾਨੀ ਦੇ ਥਰੂ ਕੀਤਾ ਜਾ ਸਕਦਾ। ਐਗਰੀਕਲਚਰ ਦੀ ਨੀਤੀ ਦੇ ਨਾਲ, ਨੀਤੀ ਸ਼ਾਸਤਰ ਦੇ ਨਾਲ ਕੀਤਾ ਜਾ ਸਕਦਾ। ਤੇ ਜੇ ਆਪਾਂ ਕੋਈ ਐਗਰੀਕਲਚਰ ਨੀਤੀ ਬਣਾਉਣੀ ਹੈ ਤੇ ਉਸ ਦਾ ਮੁੱਢ, ਉਹਦੇ ਸੈਂਟਰਲ ਪਿਲਰ ਕਾਰਪੋਰੇਟ ਨਹੀਂ ਹੋ ਸਕਦੇ, ਉਹ ਸਮਾਲ ਤੇ ਮਾਰਜਨਲ ਫਾਰਮਰ ਤੇ ਕਿਸਾਨੀ ਲੇਬਰ ਹੋਣੀ ਚਾਹੀਦੀ ਹੈ। ਤਾਂ ਹੀ ਮੈਂ ਇਹ ਸਮਾਲ ਫਾਰਮਰ ਮਾਡਲ ਦੀ ਗੱਲ ਕਰਦਾ। ਮੈਂ ਤੁਹਾਡੇ ਮੂਹਰੇ ਉਹ 5-6 ਪਿਲਰ, ਉਹ ਸਤੰਭ ਰੱਖਣਾ ਚਾਹੁੰਦਾ ਐਗਰੀਕਲਚਰ ਪਾਲਿਸੀ ਦੇ। ਇਹ ਸਾਰੇ 5-6 ਪੁਆਇੰਟ ਇੱਕ ਦੂਸਰੇ ਦੇ ਨਾਲ ਜੁੜੇ ਹੋਏ ਨੇ ਸਾਹਿਬ। You cannot divorce them from one another। ਤੇ ਤੁਸੀਂ ਮੈਨੂੰ ਗਾਈਡ ਕਰਿਓ, ਮੈਨੂੰ ਦੱਸਿਓ ਕਿ ਮੈਂ ਗਲਤ ਹਾਂ, ਕੀ ਹੋਣਾ ਚਾਹੀਦਾ। ਅਸਲ ਦੇ ਵਿੱਚ you need to tell the whole world what should be done and there is no one better than you। ਪਹਿਲਾ ਹੈ ਸਾਹਿਬ ਇਨਕਰੀਜ਼ ਐਗਰੀਕਲਚਰ ਇਨਕਮ। ਆਮਦਨ ਵਧਾਈਏ ਅਸੀਂ ਕਿਸਾਨ ਦੀ, ਫਾਰਮਰ ਇਨਕਮ ਅਲੋਂਗ ਵਿਦ ਸਸਟੇਨੇਬਲ ਐਗਰੀਕਲਚਰ ਡਾਈਵਰਸਿਫਿਕੇਸ਼ਨ ਦੇ ਨਾਲ ਤੇ ਆਰਗੈਨਿਕ ਫਾਰਮਿੰਗ ਦੇ ਨਾਲ, ਜਿਹੜੀ ਪਹਿਲਾਂ ਹੁੰਦੀ ਸੀ ਗ੍ਰੀਨ ਰੈਵੋਲੂਸ਼ਨ। ਕਿਸ ਤਰ੍ਹਾਂ ਸਰਕਾਰ ਕਿਸਾਨ ਦਾ ਹੱਥ ਫੜ ਉਹਨੂੰ ਕਣਕ ਝੋਨੇ ਦੇ ਚੱਕਰ ਦੇ ਇਲਾਵਾ ਹੋਰ ਫਸਲ ਲਗਾਉਣ ਵਾਸਤੇ ਪ੍ਰੇਰਿਤ ਕਰੇ ਕਿ ਪੰਜਾਬ ਜੋ ਖਾਂਦਾ ਉਹ ਉਗਾਵੇ, ਦਾਲਾਂ, ਆਇਲ ਸੀਡ, ਵੈਜੀਟੇਬਲ, ਫਰੂਟਸ ਤੇ ਹੋਰ ਕੈਸ਼ ਕ੍ਰੌਪ ਅਸੀਂ ਲਾਈਏ।
पंजाब नूं जोन्स दे विच डेवलप करके MSP ते गवर्नमेंट प्रोक्योरमेंट नूं सरकार किस तरह पंजाब दी किसानी दे वास्ते अपने आप नूं रीइनवेंट कर सकती है कि पंजाब प्री ग्रीन रेवोल्यूशन क्रॉपिंग ते ऑर्गेनिक फार्मिंग दे वल अपने पैर रखे वधे। सर दूसरा हैगा कि किसान दी जिहड़ी लेबर दी इनकम, क्योंकि लेबर मुढ़ला हिस्सा है, ਉਹਨੂੰ किस तरीके नाल ਵਧਾਇਆ जा सकता कि आपां नूं उन्हां बारे भी सोचना नहीं चाहिए ਜਿਹੜੇ अपनी ਜ਼ਮੀਨ ਤੇ नहीं किसी होर दी ਜ਼ਮੀਨ ਦੇ ਉੱਤੇ ਕੰਮ कर रहे हैं। सानू उन्हां दी आवाज़ भी सुननी चाहिए है जो अपनी आवाज़ आप नहीं बुलंद कर सकते, उन्हां दी आवाज़ असीं बनी। 32% दलितां दी गल कर रहे हैं सर, जिहड़ी 2011 दे सेंसैक्स दे विच सी और उन्होंने कोल सिर्फ 2% जमीन है। वो तो दिल्ली जाके प्रोटेस्ट करने की आर्थिक ताकत भी नहीं रखते, ना उन्होंने ट्रैक्टर है ना उन्होंने ट्राली है। वो तो अपनी जिहड़े जिमीदार भाई भैन उन्होंने वाल देखते हैं तो उन्हों की आवाज़ वो जिमीदार भैन भाई जिहड़े अज उत्थे धरने ते बैठे उही चुकते। ते जद तक आपां किसानी लेबर की आमदन नहीं वधाउंदे तब तक आपां किवें कह सकते हैं कि आपां किसानी किते दी मदद कीती। किसानी लेबर नूं जे सरकार सबसिडी देवे, मैं देखदा हुंदा मनरेगा लाइक इंसेंटिव्स जिहड़े ने एग्रीकल्चर दे खेतां दे विच जाण दे लई जे आपां मनरेगा दी उन्हां नूं मदद दईए, इंसेंटिव्स दईए, ते मैं समझदा कि फिर आपां इह कह सकदे हां कि आपां उन्हां दी बांह फड़ी। क्योंकि मैं मानदा कि जे मैं अटारी दे विच लोकां दी गल सुनी सी, वो कहंदे जी 2 रुपये असीं मटर लाउण नूं साडी लागत लगदी है ते 2 रुपये लेबर लगदी। हुण तुसीं सोचो जे वो 2 रुपये वाली लेबर किसान दे बोझ तो परे हो जाए, वो कितना हल्का हो जाऊगा और उसकी आमदन कितनी वध जूगी। दूजी चीज़ है भी जिहड़ी लेबर है वो जदों महंगाई वधदी है, अडानी दी तां जिहड़ी महंगाई दे नाल इन्फ्लेशन दे नाल वो वाधा जोड़ दिंदे है, लेकिन 300 तो वधी नहीं है लेबर की जिहड़ी दिहाड़ी है, 300 होवे 400 होवे ते हुण ते 6000 रुपया साल दिंदे है, जिहड़ी कि 500 रुपये महीना बनदी है। 500 रुपया महीना किड्डा वड्डा मजाक है। किसान जद मटर लाउंदा, जिहड़ी मैं तुहानूं गल दस्सी सी, ते वो चीख चीख के कहंदा भी भाई मेरा इहदे च लागत ही पूरी नहीं हुंदी। मार्केटिंग स्ट्रैटजी तीजा मेरा जिहड़ा पड़ाव है जिहड़ा मैं तुहाडे सामने रखना चाहना, सरकार APMC नूं मजबूत करे, कोल्ड स्टोरेज ते वेयर हाउस बना, क्योंकि छोटे तो छोटे किसान दा हथ होल्डिंग कैपेसिटी नाल तगड़िया नहीं है कि वो टमाटर 3 रुपये नूं दिंदा ते उसे दिन वो 25 दा मंडी च विकदा है ते अगले दिन सवेरे परचून की दुकान के उत्ते 60 दा विकदा। ते जे उन्हें टमाटर किसान ने आपदा ही लेना हो 2 महीने बाद जिहड़ा अडानी ने स्टोर किया होंदा तो वो 60 दा लैंदा। किड्डी बदकिस्मती वाली गल है। दुनिया दे विच कोई जिहड़ा वेचण वाला है उही प्राइस तय करदा है। मतलब एक अनोखी उल्टी गंगा बह रही है कि किसान वो प्राइस तय नहीं कर सकता क्योंकि उहदे कोल होल्डिंग कैपेसिटी नहीं, उहदे कोल स्टोरेज। मैं ये मानदा कि इत्थे कोऑपरेटिव वाले बड़े बंदे बैठे, मैं उन्होंने इनवाइट भी किया है, तो मैं थोड़े तो ये सीखना चाहना कि सरकार कोऑपरेटिव अदारे नूं किद्दां मजबूत करे, क्योंकि मेरे हिसाब दे नाल ते वो नहीं है और वो बराबरी नाल सब नूं तोलदी है कि किसान कल्ले उगाउण वाले ना होण, बल्कि ट्रेडिंग का फायदा भी किसान नूं आप नूं मिले कि डाइवर्सीफाइड एग्रीकल्चर नूं भी MSP ते सरकारी प्रोक्योरमेंट दिती जा सकती है, जां उस वांग कोई प्राइस एश्योरेंस उन्हें मिल सकती है। ते चौथा मेरा वो है, मैं जल्दी खत्म करने वाला, वो है कंजम्पशन। किसानी का सीधा नाता साहब अनाज दे नाल, पौष्टिक अन्न सारे देश वास्ते ते पंजाब वास्ते साडा मिशन होवे, ये मेरी तमन्ना जिन्होंने मैं खंभ लाना चाहना। सब सहारन अफ्रीका तो ज्यादा मैल न्यूट्रिशन इंडिया दे विच है, ते सब तो वध हैरानी की गल है कि वो पंजाब दे विच है।
32% 5 ਸਾਲ ਤੋਂ ਛੋਟੀ ਉਮਰ ਦੇ ਬੱਚੇ ਮੈਲ ਨਿਊਟ੍ਰੀਸ਼ਨ ਨਾਲ ਜੂਝ ਰਹੇ ਨੇ, ਕਈ ਮੌਤ ਦੇ ਸ਼ਿਕਾਰ ਹੋ ਜਾਂਦੇ ਆ। ਕਿ ਆਪਾਂ ਦੇਸ਼ ਦੀ ਫੂਡ ਸਿਕਿਉਰਿਟੀ ਦੀ ਡੈਫੀਨੇਸ਼ਨ ਚੇਂਜ ਨਹੀਂ ਕਰ ਸਕਦੇ? ਕਿ ਇਹ ਬਦਲਾਵ ਨਹੀਂ ਲਿਆ ਸਕਦੇ? ਲਿਟਲ ਡੀਡਸ ਡਨ ਆਰ ਮਚ ਬੈਟਰ ਦੈਨ ਗ੍ਰੇਟ ਡੀਡਸ ਪਲੈਨਡ। ਕੱਲੀ ਰੋਟੀ ਤੇ ਚਾਵਲ ਨਾਲ ਕੋਈ ਪੋਸ਼ਣ ਨਹੀਂ ਮਿਲਦਾ ਸਾਹਿਬ। ਦੇਸ਼ ਦੇ ਹਰ ਨਾਗਰਿਕ ਨੂੰ ਸਹੀ ਪੋਸ਼ਣ ਮਿਲੇ ਤੇ ਇੱਕ ਸੁਪਰ ਪਾਵਰ ਬਣ ਰਿਹਾ ਦੇਸ਼ ਜੇ ਇਹ ਨਹੀਂ ਕਰ ਸਕਦਾ ਤਾਂ ਫਿਰ ਉਹ ਕੁਛ ਨਹੀਂ ਕਰ ਸਕਦਾ। ਨਾਲ ਹੀ ਆਪਾਂ ਦੇਸ਼ ਦੇ ਹਰ ਨਾਗਰਿਕ ਦੀ ਹੈਲਥ ਕੇਅਰ ਉੱਤੇ ਡਿਪੈਂਡੈਂਸ ਅੱਧੀ ਕਰ ਸਕਦੇ, ਕਿਉਂਕਿ ਮੈਂ ਇਹ ਜਾਣਦਾ ਕਿ ਜਿੰਨੀਆਂ ਨੌਨ ਕਮਿਊਨੀਕੇਬਲ ਡਿਜ਼ੀਜ਼ਸ ਨੇ ਜਾਂ ਉਹ ਲਾਈਫ ਸਟਾਈਲ ਡਿਸਆਰਡਰ ਨੇ, ਜਿਵੇਂ ਡਾਇਬਟੀਜ਼, ਹਾਈਪਰਟੈਂਸ਼ਨ, ਕੈਂਸਰ, ਇੱਥੇ ਤਾਂ ਕੈਂਸਰ ਟ੍ਰੇਨਾਂ ਚੱਲਦੀਆਂ, ਉਹ ਅੰਨ ਤੇ ਪਾਣੀ ਦੇ ਨਾਲ ਹੀ ਜੁੜੀਆਂ ਹੋਈਆਂ ਨੇ। ਜਿੰਨੇ ਵੀ 60% ਮੈਨ ਡੇਜ਼ ਡਿਸਟਰੋਏ ਹੁੰਦੇ ਆ ਉਹ ਵਾਟਰਬੋਰਨ ਡਿਜ਼ੀਜ਼ਸ ਤੇ ਅੰਨ ਦੇ ਕਰਕੇ ਹੀ ਹੁੰਦੇ ਆ। ਦੇਸ਼ ਦਾ ਹੈਲਥ ਕੇਅਰ ਦਾ ਅੱਧਾ ਲੋਡ ਘਟਾਇਆ ਜਾ ਸਕਦਾ ਹੈ ਤੇ ਦੇਸ਼ ਨੂੰ ਹੋਰ ਤਾਕਤਵਰ ਕੀਤਾ ਜਾ ਸਕਦਾ ਹੈ, ਮੇਰਾ ਇਹ ਵਿਸ਼ਵਾਸ। ਤੇ ਇੱਥੋਂ ਇਹ ਗੱਲ ਤਾਂ ਕਲੀਅਰ ਹੋ ਗਈ ਕਿ ਦੇਸ਼ ਦੀ ਸਰਕਾਰ ਇਸ ਦੇ ਆਪੋਜ਼ਿਟ ਚੱਲ ਰਹੀ ਹੈ। ਉਹ ਤੇ FCI ਨੂੰ ਖਤਮ ਕਰਕੇ 3 ਰੁਪਏ ਤੋਂ 5 ਰੁਪਏ ਦਾ ਅਨਾਜ 80 ਕਰੋੜ ਲੋਕਾਂ ਨੂੰ ਦੇਣਾ ਬੰਦ ਕਰ, ਅਡਾਨੀ ਹੱਥ ਸਾਰਾ ਪ੍ਰੋਕਿਉਰਮੈਂਟ, ਸਟੋਰੇਜ ਤੇ ਟਰਾਂਸਪੋਰਟ ਦੇਣਾ ਚਾਹੁੰਦੀ ਹੈ ਤੇ ਅੰਬਾਨੀ ਹੱਥ ਸਾਰੀ ਰਿਟੇਲ, ਸਾਰੀ ਪਰਚੂਨ ਤੇ PDS ਬੰਦ ਕਰਕੇ ਡਾਇਰੈਕਟ ਕੈਸ਼ ਟ੍ਰਾਂਸਫਰ ਕਰਨਾ ਚਾਹੁੰਦੀ ਹੈ। ਇਹਦਾ ਪ੍ਰਮਾਣ ਹੈ ਕਿ ਫਾਈਨੈਂਸ ਮਿਨਿਸਟਰ ਨੇ ਆਪ ਲੇਖ ਲਿਖਿਆ ਇਕਨੋਮਿਕ ਸਰਵੇ ਦੇ ਵਿੱਚ। ਤੇ ਇਸ ਕਰਕੇ ਹੋਰ ਵੀ ਜ਼ਰੂਰੀ ਹੋ ਗਿਆ ਹੈ ਕਿ ਪੰਜਾਬ ਸਰਕਾਰ, ਪੰਜਾਬ ਦੇ ਆਪਣੇ ਸਾਰੇ ਲੋਕ ਇਸ ਰਾਹ ਵੱਲ ਚੱਲੀਏ ਕਿ ਪੰਜਾਬ ਦੀ 3 ਕਰੋੜ ਦੀ ਆਬਾਦੀ ਨੂੰ ਮੈਲ ਨਿਊਟ੍ਰੀਸ਼ਨ ਤੋਂ ਕਿਵੇਂ ਬਚਾਇਆ ਜਾਏ, ਆਪਣੀ ਅਗਲੀ ਜਨਰੇਸ਼ਨ ਨੂੰ ਕਿਵੇਂ ਬਚਾਇਆ ਜਾਏ, ਤਗੜਿਆਂ ਕਰਕੇ ਫੌਜ 'ਚ ਦੁਬਾਰਾ ਭੇਜਿਆ ਜਾਏ, ਪ੍ਰਿਸਟੀਨ ਗਲੋਰੀ ਨੂੰ ਰਿਸਟੋਰ ਕੀਤਾ ਜਾਏ। ਇਹ ਰਾਹ ਪਈਏ। ਸੂਬਾ ਸਰਕਾਰ, ਇਹ ਮੇਰਾ 5ਵਾਂ ਪੁਆਇੰਟ ਹੈ ਸਾਹਿਬ, ਤੇ ਫਿਰ ਮੈਂ ਖਤਮ ਕਰਨ ਲੱਗਿਆ। ਸੂਬਾ ਸਰਕਾਰ ਲੋਕਾਂ ਨੇ ਆਪਣੀਆਂ ਮੁਸ਼ਕਲਾਂ ਹੱਲ ਕਰਨ ਨੂੰ ਚੁਣੀ। ਪੰਜਾਬ ਦੀ, ਮੇਘਾਲਿਆ ਦੀ ਜਾਂ ਕਸ਼ਮੀਰ ਦੀ ਜਾਂ ਕਰਨਾਟਕਾ ਦੀ ਐਗਰੀਕਲਚਰ ਜਿਹੜੀ ਮੁਸ਼ਕਿਲ ਹੈ ਉਹ ਅੱਡ ਹੈ। ਤਾਂ ਹੀ ਕਨਸਟੀਟਿਊਸ਼ਨ ਬਣਾਉਣ ਵਾਲਿਆਂ ਨੇ ਐਗਰੀਕਲਚਰ ਨੂੰ ਸਟੇਟ ਲਿਸਟ ਵਿੱਚ ਰੱਖਿਆ। ਤੇ ਇਹ ਸੂਬਾ ਸਰਕਾਰਾਂ ਆਪਣੇ ਲੋਕਾਂ ਨਾਲ, ਆਪਣੇ ਐਕਸਪਰਟਸ ਦੇ ਨਾਲ, ਆਪਣੇ ਕੋਆਪਰੇਟਿਵ ਦੇ ਨਾਲ ਗੱਲ ਕਰਕੇ ਆਪਣੀ ਐਗਰੀਕਲਚਰ ਨੀਤੀ ਬਣਾਉਣ। ਜੇ ਤੁਹਾਡੇ ਵਰਗੇ ਇੰਸਟੀਟਿਊਸ਼ਨਸ, ਸੰਸਥਾਵਾਂ ਸਰੂਪ ਲੋਕ ਬੈਠੇ ਹੈ ਤੇ ਉਹ ਇਹ ਕਰ ਸਕਦੇ ਆ, ਮੇਰਾ ਇਹ ਅਟੂਟ ਵਿਸ਼ਵਾਸ ਹੈ। ਤੇ ਨਾਲ ਹੀ APMC ਦੇ ਜਿਹੜੇ ਟੈਕਸ ਤੋਂ ਸੂਬੇ ਨੂੰ 4000 ਕਰੋੜ ਰੁਪਇਆ ਦਿੰਦੇ ਨੇ, ਇਹਦੇ ਨਾਲ ਸੂਬਾ ਪਿੰਡ ਦੀਆਂ ਸੜਕਾਂ, ਹਾਲਾਂਕਿ ਅਸੀਂ 60 ਸਾਲ ਦੇ ਬਣਾਈ ਜਾਂਦੇ ਆ, ਉਹ ਕਰਪਸ਼ਨ ਦੂਰ ਹੋਣੀ ਚਾਹੀਦੀ ਹੈ। ਪਿੰਡ ਦੀਆਂ ਗਲੀਆਂ, ਪੁਲ, ਕਨਾਲ ਵਾਟਰ ਇਰੀਗੇਸ਼ਨ, ਸੀਵੇਜ ਪਾਉਣਾ ਤੇ ਮੰਡੀਆਂ ਦੀ ਜਿਹੜੀ ਸਿੰਚਾਈ, ਬਹੁਤ ਲੋਕ ਮੈਨੂੰ ਦੱਸਦੇ ਆ, ਉਹ ਕਰਨਾ। ਇਸ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਕੇਂਦਰ ਤਾਂ ਕਾਰਪੋਰੇਟ ਦੀ ਮੋਨੋਪੋਲੀ ਵਾਲੀਆਂ ਮੰਡੀਆਂ ਬਣਾਉਣਾ ਚਾਹੁੰਦਾ ਹੈ। ਸਟੇਟ ਟੈਕਸਿਸ ਨੂੰ ਖਤਮ ਕਰਕੇ ਇੱਕ ਪ੍ਰਾਈਵੇਟ ਮੰਡੀ ਸਾਡੇ ਦਾਇਰੇ ਤੋਂ ਬਾਹਰ ਖੜੀ ਕਰਨਾ ਚਾਹੁੰਦਾ। ਤੇ ਕਾਰਪੋਰੇਟ ਨੇ ਤਾਂ ਆਪਣਾ ਬਿਜ਼ਨਸ ਇੰਟਰਸਟ ਮੂਰੇ ਰੱਖਣਾ ਹੈ। ਉਹਨੇ ਕਿਹੜਾ ਪਬਲਿਕ ਵੈਲਫੇਅਰ ਦੇਖਣਾ ਹੈ ਤੇ ਕਿਹੜੀ ਸਟੇਟ ਦੀ ਮਦਦ ਕਰਨੀ ਹੈ। ਤੇ ਇਹ ਬਹੁਤ ਜ਼ਰੂਰੀ ਹੈ ਸਾਹਿਬ ਕਿ ਆਪਾਂ ਸਰਕਾਰ ਦੀ ਆਮਦਨ ਬਚਾਈਏ ਤੇ ਸਰਕਾਰ ਦਾ ਆਪਦਾ ਕਾਨੂੰਨ ਬਣਾਉਣ ਦਾ ਉਹਦਾ ਹੱਕ ਪੂਰੀ ਤਰ੍ਹਾਂ ਬੁਲੰਦ ਕਰੀਏ, ਫੈਡਰਲ ਸਟਰਕਚਰ ਦੇ ਪੂਰੇ ਰਖਵਾਲੇ ਬਣੀਏ। ਆਖਰੀ ਚੀਜ਼, ਮੈਂ ਤੁਹਾਨੂੰ ਇੱਕ ਵਾਰ ਸਿੱਧਾ ਸਵਾਲ ਪੁੱਛਣਾ ਚਾਹੁੰਦਾ, then I will leave the floor open to you, ਕਿਉਂਕਿ ਇਹ ਬਹੁਤ ਜ਼ਰੂਰੀ ਹੈ ਕਿ we face the devil eye to eye। ਪੰਜਾਬ ਦੇ ਸਾਰੇ ਕਿਸਾਨ ਇਹ ਜਾਣਦੇ ਨੇ ਕਿ ਉਹਨਾਂ ਦੀ ਮਿੱਟੀ ਵਾਸਤੇ, ਪਾਣੀ ਵਾਸਤੇ ਤੇ ਹਵਾ ਵਾਸਤੇ ਇਹ ਜੀਰੀ ਤੇ ਝੋਨਾ ਵਾਜਬ ਨਹੀਂ। ਕਿ ਜੇ ਸਰਕਾਰੀ ਪ੍ਰੋਕਿਉਰਮੈਂਟ ਬਚੀ ਵੀ ਰਹਿੰਦੀ ਹੈ ਕਿ ਆਪਾਂ ਨੂੰ ਝੋਨੇ ਦੇ ਆਲਟਰਨੇਟਿਵ ਕਿਸਾਨ ਨੂੰ ਨਹੀਂ ਦੇਣੇ ਚਾਹੀਦੇ। MSP ਤੇ ਸਰਕਾਰੀ ਪ੍ਰੋਕਿਉਰਮੈਂਟ ਵਾਂਗ ਜਦ ਤੱਕ ਕੋਈ ਸਪੋਰਟ ਸਿਸਟਮ ਆਪਾਂ ਕਿਸਾਨ ਨੂੰ ਡਾਈਵਰਸਿਫਿਕੇਸ਼ਨ ਕਰਨ ਨੂੰ ਨਹੀਂ ਦਿੰਦੇ ਤਦ ਤੱਕ ਇਹ ਹੋਣਾ ਨਹੀਂ। ਤੇ ਕਿਸਾਨ ਨੇ ਝੋਨੇ ਨਾਲ ਬੰਨਿਆ ਰਹਿਣਾ ਬਿੜੀਆਂ ਵਾਂਗ, ਕਿਉਂਕਿ MSP ਉਹਨੂੰ ਉਸੇ ਤੇ ਮਿਲਦੀ ਹੈ, ਜਾਂ ਝੋਨੇ ਤੇ ਮਿਲਦੀ ਹੈ, ਜੀਰੀ ਤੇ ਮਿਲਦੀ ਹੈ। ਮੱਕੀ ਦੇ ਉੱਤੇ
ਅਨਾਉਂਸ ਕਰਦੇ 1800 ਦਿੰਦੇ 600 ਕਿ ਆਪਾਂ ਨੂੰ ਪੰਜਾਬ ਨੂੰ ਜ਼ੋਨਸ ਵਿੱਚ ਡਿਵਾਈਡ ਕਰਕੇ ਹੋਰ ਕ੍ਰੌਪਸ ਨਹੀਂ ਲਾਉਣੇ ਚਾਹੀਦੇ। ਇੰਨੀਆਂ ਹੀ ਗੱਲਾਂ ਦੇ ਨਾਲ ਸਰ ਮੈਂ ਬਹੁਤ ਆਈ ਐਮ ਰੀਲੀ ਹੰਬਲਡ in this august company, dwarfed in this august company, मैं फ्लोर ਤੁਹਾਡੇ ਲਈ ओपन करदा और सुनूंगा नीमा। बहुत बहुत शुक्रिया नवजोत जी। मैं लगता है डिस्कशन आप आगे लेके चलते हैं और मैं ध्यान दिवाना चाहांगा कि पंजाब च एक टाइम बहुत वड्डी गिनती दे विच मिलट्स उगाए जाते सी। पंजाब के लोग मिलट्स खांदे सी, यानी कि जिवें बाजरा हैगा, कंगनी हैगी, रागी जिन्होंने पंजाब च मड्डल कहते हैं, कोदरा है, कोदरा तो बाबे नानक वेले कोदरे की तो बहुत कहानियां ने पंजाब के। लेकिन यह जो सारा कुछ सी ग्रीन रेवोल्यूशन आया तो असं ग्रीन रेवोल्यूशन निंदांगे नहीं, लेकिन वो ब्रेकां नहीं रही और उस ग्रीन रेवोल्यूशन ने फिर ये मिलट्स साडे तो गायब करते। मिलट्स गायब होए तो उहदे करके पानी भी चला गया, पानी के नाल नाल हैल्थ ते असर भी आया। और एक गल मैं कहना चाहांगा इस तो पहले कि विद्वान लोग बोलन, खेती का रिश्ता खुराक दे नाल हुंदा है, खुराक का रिश्ता पोषण न्यूट्रिशन नाल हुंदा है और न्यूट्रिशन का मतलब हेल्थ है। लेकिन हो की गया, हुण किसान खेती करता है, अनाज उगांदा है, अनाज अपना मंडी से छोड़ के आंदा है और भोजन खुराक फूड परिवार का वो बाजार तो खरीद के लेके आंदा है। और वो भोजन जिहड़ा हैगा जो खुराक खा रहा है उहदे विच क्योंकि न्यूट्रिशन नहीं हैगा, इस करके वो न्यूट्रिशन सप्लीमेंट्स कैमिस्ट की दुकान तो खरीदता है। पंजाब च सब तो ज्यादा जी चीज़ां विक रही उन्होंने कैमिस्ट शॉपां ते विकदी है, उन्होंने एक चीज़ न्यूट्रिशन सप्लीमेंट्स ने। और ये करके खेती का रिश्ता खुराक नाल नहीं, खुराक का रिश्ता न्यूट्रिशन नाल नहीं, न्यूट्रिशन का रिश्ता सेहत नाल नहीं। आ जिहड़ा सब कंट्राडिक्शन हैगी है कि पंजाब हस्पताल वधदे गए और सारा कुछ कई कुछ होया, पंजाब बहुत बड़े सीवियर इन्वायरमेंट हेल्थ क्राइसिस च फसिया। मैं लगता तुसीं जे बिल्कुल वाजिब गल कही है, पंजाब का खेती का मॉडल बदलने की लोड़ है और वो खेती का मॉडल जिहड़ा है वो एक पासे उहदी जड़ जिहड़ी है वो इकोसिस्टम इकोलॉजी सस्टेनेबिलिटी लाइवलीहुड्स उधर होवे और दूजे पासे उहदा रिश्ता जिहड़ा है वो न्यूट्रिशन हेल्थ इहदे नाल होवे। मैनूं लगदा कि आपां गल नूं अगे वधाने हां और मैं सुचा सिंह गिल जी नूं रिक्वेस्ट करांगा। गिल साहब बहुत बहुत धन्यवाद नवजोत सिद्धू हुणां दा जिन्हां ने ये सारा प्रोग्राम आयोजित किया है, ते सारे साथियों नूं, मिंदर दत्त नूं, घुम्मण साहब नूं, अपने बाकी पार्टिसिपेंट्स नूं, सुखपाल सिंह नूं मेरे वालों सत श्री अकाल। असीं अज जिन्हां मुद्दिआं ते गल करन लगे हां ये बड़े महत्वपूर्ण ने और मैं समझदा कि नवजोत सिद्धू हुणां ने जिहड़ा एजेंडा सैटन कीता वो काफ़ी वाजिब है और उहदे ते गौर करनी बनदी है। मैं पहली गल जिहड़ी कहनी चाहुंदा जिथों मिंदर दत्त ने गल छड्डी आ कि जिहड़ा खेतीबाड़ी न्यूट्रिशन और सस्टेनेबिलिटी ये इंटरकनैक्टेड ने, पर जे इहदी बैकग्राउंड च जाया जाए ग्रीन रेवोल्यूशन जदों लिआंदा गया हैगा तां जिहड़ी ये डाइवर्सिफिकेशन नूं खराब कीता है, क्योंकि प्री ग्रीन रेवोल्यूशन पीरियड दे विच झोना साडी 5-6% एरिए ते बीजिया जांदा सीगा, हुण दी तरह 80-85% एरिए ते नहीं बीजदे। ये जिहड़ी मोनो क्रॉपिंग कल्चर आ उहने किन्ने इहनूं क्रिएट कीता, ये गल थ्रैश आउट करनी बहुत जरूरी है। और मैं समझदा कि इहनूं जिहड़ा मोनो क्रॉपिंग कल्चर क्रिएट होया ये एग्रीकल्चर प्राइस पॉलिसी ने कीता है कि जिवें अज सब नूं पता है कि 23 कमोडिटीज़ दी मिनीमम सपोर्ट प्राइस अनाउंस की जाती है, लेकिन उन्हां चों सिर्फ कणक झोने की ही अशोर्ड प्राइस पंजाब हरियाणा पश्चिमी यूपी के कुछ थावां ते मिलती है, बाकी किसी कमोडिटी की प्राइस जिहड़ी है वो नहीं मिलती। ते ना ही सरकार दे कोल प्रोक्योरमेंट का मैकेनिज्म है, थोड़ा जिहा काटन विच है, बाकी किसी क्रॉप च प्रोक्योरमेंट का मैकेनिज्म नहीं है। सो ये जे तुसीं किसानां नूं अशोर्ड मिनीमम प्राइस दे दिओ सारियां कमोडिटी जिहड़ियां पैदा करदियां ने और जिहड़ियां दालां ने, तेलां दे बीज ने, मक्की है, बाजरा है, इहदी प्राइस थोड़ी जी वध फिक्स कर दिओ जिहदे च मुनाफा किसान नूं होवे ते किसान ये बीजण लग जाएगा। सो प्राइस पॉलिसी काफ़ी इफैक्टिव इंस्ट्रूमेंट है क्रॉपिंग पैटर्न नूं ठीक करन वास्ते। जिहड़ा कहा जांदा ना कि असीं प्रोक्योरमेंट दे देंगे प्राइवेट सैक्टर नूं
ਮਿਨੀਮਮ ਸਪੋਰਟ ਪ੍ਰਾਈਸ ਨੂੰ ਖਤਮ ਕਰ ਦਿਆਂਗੇ ਤੇ ਇਹਦੇ ਨਾਲ ਸਾਡਾ ਵਾਤਾਵਰਣ ਵੀ ਤਬਾਹ ਹੋ ਜਾਏਗਾ ਤੇ ਕੰਪਨੀਆਂ ਨੂੰ ਜੇ ਦੇਤਾ ਤੇ ਬਿਲਕੁਲ ਹੀ ਤਬਾਹ ਕਰ ਦੇਣਗੀਆਂ। ਜਿਵੇਂ ਬਲੀਵੀਆ ਦਾ ਮੈਨੂੰ ਪਤਾ ਹੈ, ਸਾਡੀਆਂ NCR ਦੀਆਂ ਕਿਤਾਬਾਂ ਦੇ ਵਿੱਚ ਦਰਜ ਹੈ ਚੈਪਟਰ ਦੇ ਤੌਰ ਤੇ ਕਿ ਉਹਨਾਂ ਨੇ ਸਾਡੇ ਹਾਕਮਾਂ ਦੀ ਤਰ੍ਹਾਂ ਹੀ ਇਹ ਸਾਰਾ ਕੁਝ ਪ੍ਰਾਈਵੇਟਾਈਜ਼ ਕਰਦਾ। ਉਹਨਾਂ ਨੇ ਪਾਣੀ ਵੀ ਪ੍ਰਾਈਵੇਟਾਈਜ਼ ਕਰਤਾ ਔਰ ਜਿਹੜਾ ਕੰਪਨੀਆਂ ਨੇ ਉਹਨਾਂ ਦਾ ਅਧਿਕਾਰ ਪਾਣੀ ਤੇ ਹੋ ਗਿਆ। ਹੌਲੀ ਹੌਲੀ ਉਹਨਾਂ ਨੇ ਜਿਹੜਾ ਪਾਣੀ ਡੂੰਘੇ ਥਾਂ ਤੋਂ ਕੱਢ ਕੇ ਮੁਕਾਤਾ। ਫਿਰ ਉਹਨਾਂ ਝੀਲਾਂ ਔਰ ਦਰਿਆਵਾਂ ਤੇ ਕਬਜ਼ਾ ਕਰ ਲਿਆ। ਲੋਕੀ ਜਦੋਂ ਪਾਣੀ ਲਾਉਣ ਗਏ ਤਾਂ ਉਹਨਾਂ ਨੇ ਫੌਜਾਂ ਲਾ ਕੇ ਉਹਨਾਂ ਨੂੰ ਰੋਕਿਆ। ਹਾਹਾਕਾਰ ਮਚ ਗਈ ਔਰ ਪਾਣੀ ਅੱਧੀ ਜਿਹੜੀ ਆਮਦਨ ਉਹਨਾਂ ਦੀ ਪਾਣੀ ਨੂੰ ਖਰੀਦਣ ਵਾਸਤੇ ਲੱਗਣ ਲੱਗ ਗਈ। ਸੋ ਇਹ ਜਿਹੜਾ ਇਸ ਤਰ੍ਹਾਂ ਦਾ ਥਿੰਕਿੰਗ ਹੈ, ਇੱਦਾਂ ਦੀ ਸੋਚ ਹੈ, ਇਹ ਡਿਸਟਰਕਟਿਵ ਸੋਚ ਹੈ ਜਿਸ ਪਾਸੇ ਨੂੰ ਸੈਂਟਰ ਗਵਰਨਮੈਂਟ ਇਸ ਵਿੱਚ ਚੱਲੀ ਹੈ ਕਿ ਪ੍ਰਾਈਵੇਟ ਸੈਕਟਰ ਨੂੰ ਦੇ ਦਿਓ, ਕਾਰਪੋਰੇਟ ਸੈਕਟਰ ਨੂੰ ਦੇ ਦਿਓ। ਸੋ ਇਸ ਕਰਕੇ ਜੇ ਮੁੜਦੇ ਹੋਏ ਪੰਜਾਬ ਵੱਲ ਨੂੰ ਆਈਏ ਤਾਂ ਪੰਜਾਬ ਦੇ ਵਿੱਚ ਵੀ ਜਿਹੜੀਆਂ ਕਈ ਕੁਝ ਸਟੇਟ ਗਵਰਨਮੈਂਟ ਕਰ ਸਕਦੀ ਹੈ ਉਹਨਾਂ ਨਹੀਂ ਕੀਤਾ। ਮਸਲਨ ਦੁੱਧ ਦੀ ਕੀਮਤ ਪੰਜਾਬ ਗਵਰਨਮੈਂਟ ਫਿਕਸ ਕਰਦੀ ਹੈ। ਉਹਦੀ ਪ੍ਰੋਕਿਉਰਮੈਂਟ ਦੇ ਇੰਤਜ਼ਾਮ ਵਾਸਤੇ ਮਿਲਕ ਫੈਡ ਬਣਿਆ। ਇਨੀਸ਼ੀਅਲੀ ਪਬਲਿਕ ਕੋਆਪਰੇਟਿਵ ਸੈਕਟਰ 'ਚ ਮਿਲਕ ਪਲਾਂਟ ਲੱਗੇ, ਫਿਰ ਹੌਲੀ ਹੌਲੀ ਪ੍ਰਾਈਵੇਟ ਸੈਕਟਰ 'ਚ ਵੀ ਲੱਗ ਗਏ ਤੇ ਮਿਲਕ ਦੀ ਇਸ਼ੋਰਡ ਪ੍ਰਾਈਸ ਮਿਲਣ ਕਰਕੇ ਹੁਣ 40% ਜਿਹੜੀ ਖੇਤੀ ਦੀ ਆਮਦਨ ਹੈ ਉਹ ਦੁੱਧ ਤੋਂ ਹੋਣ ਲੱਗ ਗਈ। ਸੋ ਇਹ ਜਿੱਥੇ ਜਿੱਥੇ ਇਹ ਪ੍ਰਾਈਸ ਮਿਲਣਾ ਚਾਹੀਦੀ ਉਸ ਪਾਸੇ ਨੂੰ ਲੋਕ ਤੁਰਨ ਲੱਗ ਜਾਂਦੇ ਨੇ ਤੇ ਸਟੇਟ ਗਵਰਨਮੈਂਟ ਨੇ ਵੀ ਇਸ ਪਾਸੇ ਨੂੰ ਨਹੀਂ ਚੱਲੀ। ਇੱਕ ਟਾਈਮ ਤੇ ਸਾਡੇ ਸੂਬੇ ਦੇ ਵਿੱਚ 20 ਸ਼ੂਗਰ ਮਿਲਾਂ ਸੀਗੀਆਂ, ਲੇਕਿਨ ਕਿਸਾਨਾਂ ਨੇ ਸ਼ੂਗਰ ਕੇਨ ਉਗਾਉਣਾ ਵੀ ਸ਼ੁਰੂ ਕਰਤਾ। ਹੌਲੀ ਹੌਲੀ ਸਿਚੁਏਸ਼ਨ ਇਹ ਆ ਗਈ ਕਿ ਸ਼ੂਗਰ ਮਿਲਾਂ ਨੇ ਪੈਸੇ ਨਹੀਂ ਦਿੱਤੇ ਤੇ ਕਿਸਾਨਾਂ ਨੇ ਗੰਨਾ ਬੀਜਣਾ ਬੰਦ ਕਰ ਦਿੱਤਾ। ਸੋ ਪ੍ਰਾਈਸ ਦਾ ਮੁੱਦਾ ਜਿਹੜਾ ਹੈ ਇਹ ਉਨਾ ਹੀ ਇੰਪੋਰਟੈਂਟ ਹੈ ਜਿੰਨੇ ਕਿ ਦੂਜੇ ਕੁਐਸਚਨ ਨੇ। ਜੇ ਅੱਜ ਦੀ ਖੇਤੀ ਕਮਰਸ਼ੀਅਲਾਈਜ਼ਡ ਹੈ ਹੁਣ ਔਰ ਕਿਸਾਨ ਫਸਲ ਬੀਜ ਕੇ 6 ਮਹੀਨੇ ਵੇਟ ਕਰਦਾ ਰਹਿੰਦਾ, ਫਿਰ ਮੰਡੀ 'ਚ ਵੇਚਦਾ ਹੈ ਤੇ ਜੇ ਉਹਨੂੰ ਭਾਅ ਨਹੀਂ ਮਿਲਦਾ ਤੇ ਉਹ ਜਿਵੇਂ ਇਸ ਸਾਲ ਮੱਕੀ ਦੀ ਗੱਲ ਸਿੱਧੂ ਸਾਹਿਬ ਨੇ ਵੀ ਕੀਤੀ ਹੈ ਕਿ 1850 ਕੀਮਤ ਹੋਣ ਦੇ ਬਾਵਜੂਦ ਮੱਕੀ ਜਿਹੜੀ ਆ 600 ਰੁਪਏ ਤੋਂ 910,000 ਰੁਪਏ ਕੁਇੰਟਲ ਤੱਕ ਵਿਕੀ ਆ। ਤਾਂ ਅਗਲੇ ਸਾਲ ਲੋਕੀ ਮੱਕੀ ਨਹੀਂ ਬੀਜਣਗੇ। ਸੂਰਜਮੁਖੀ ਨਾਲ ਇਸ ਤਰ੍ਹਾਂ ਹੀ ਹੋ ਚੁੱਕਿਆ, ਮਹਾਂ ਨਾਲ ਇਦਾਂ ਹੋ ਚੁੱਕਿਆ ਹੈਗਾ, ਬਹੁਤ ਸਾਰੀਆਂ ਫਸਲਾਂ ਨਾਲ ਇਦਾਂ ਹੋ ਚੁੱਕਿਆ, ਮੈਂਥਾ ਨਾਲ ਇਸ ਤਰ੍ਹਾਂ ਹੋ ਚੁੱਕਿਆ। ਅਮਿੰਦਰ ਜੀ ਆਰਗੈਨਿਕ ਫਾਰਮਿੰਗ ਦੀ ਗੱਲ ਕਰਦੇ ਆ। ਜੇ ਸਾਰੇ ਪੰਜਾਬ ਦੇ ਕਿਸਾਨ ਆਰਗੈਨਿਕ ਫਾਰਮਿੰਗ ਕਰਨ ਲੱਗ ਜਾਣ ਤਾਂ ਜਿਹੜੀ ਆਰਗੈਨਿਕ ਫਾਰਮਿੰਗ ਚੋਂ ਕਿਸਾਨਾਂ ਨੂੰ ਆਮਦਨ ਹੁੰਦੀ ਆ ਉਹ ਫਾਲ ਕਰ ਜਾਏਗੀ, ਪ੍ਰਾਈਸ ਫਾਲ ਕਰ ਜਾਏਗੀ। ਸੋ ਇਸ ਕਰਕੇ ਇਹਦੀ ਪ੍ਰੋਕਿਉਰਮੈਂਟ ਵੱਲ ਜਾਣਾ ਬਹੁਤ ਜ਼ਰੂਰੀ ਹੈ। ਸੋ ਇਸ ਕਰਕੇ ਜਿਹੜਾ ਸਿੱਧੂ ਸਾਹਿਬ ਨੇ ਲਾਸਟ ਪੁਆਇੰਟ ਰੇਜ਼ ਕੀਤਾ ਹੈ, ਮੈਂ ਸਮਝਦਾ ਕਿ ਬੜਾ ਇੰਪੋਰਟੈਂਟ ਹੈ ਕਿ ਖੇਤੀ ਨੂੰ ਜਿਹੜੀ ਸਟੇਟ ਸਬਜੈਕਟ ਦੇ ਤੌਰ ਤੇ ਰੱਖਣਾ ਔਰ ਸਟੇਟ ਅਟਾਨਮੀ ਜਿਹੜੀ ਹੈ ਬਹੁਤ ਇੰਪੋਰਟੈਂਟ ਹੈ। ਸਟੇਟਾਂ ਨੂੰ ਮਜ਼ਬੂਤ ਕਰਨਾ ਬਹੁਤ ਇੰਪੋਰਟੈਂਟ ਹੈ ਔਰ ਸਟੇਟਾਂ ਦੇ ਵਿੱਚ ਐਗਰੋ ਕਲਾਈਮੇਟਿਕ ਜ਼ੋਨਸ ਦੇ ਹਿਸਾਬ ਨਾਲ ਪਾਣੀ ਦੀ ਉਪਲਬਧੀ, ਪਾਣੀ ਦੀ ਕੁਆਲਿਟੀ, ਇਨਵਾਇਰਨਮੈਂਟ ਦੇ ਹਿਸਾਬ ਕਿਤਾਬ ਦੇ ਨਾਲ ਐਗਰੋ ਕਲਾਈਮੇਟਿਕ ਜ਼ੋਨ ਦੇ ਹਿਸਾਬ ਨਾਲ ਪਲਾਨਿੰਗ ਕਰਕੇ ਖੇਤੀ ਕੀਤੀ ਜਾਣੀ ਚਾਹੀਦੀ ਹੈ। ਤੇ ਇਸ ਕਰਕੇ ਸਟੇਟ ਅਟਾਨਮੀ ਬਹੁਤ ਹੀ ਇੰਪੋਰਟੈਂਟ ਹੈ ਜਿਹਨੂੰ ਸੈਂਟਰ ਗਵਰਨਮੈਂਟ ਨੇ ਢਾਲ ਲਾਈ ਹੈ ਔਰ ਇਹਨਾਂ ਜਿਹੜੇ ਕਾਲੇ ਕਾਨੂੰਨਾਂ ਦੇ ਨਾਂ ਹੇਠਾਂ ਉਹਨਾਂ ਨੇ ਐਗਰੀਕਲਚਰ 'ਚ ਕਾਨੂੰਨ ਸਿੱਧੇ ਬਣਾਏ ਨੇ ਔਰ ਉਹਨਾਂ ਨੇ ਸਟੇਟ ਲਿਸਟ ਨੂੰ ਵਾਇਲੇਟ ਕੀਤਾ ਹੈ। ਸਟੇਟਾਂ ਦੇ ਅਧਿਕਾਰ ਟੈਕਸ ਕਲੈਕਸ਼ਨ ਦੇ ਜਿਹੜੇ ਨੇ ਉਹਨਾਂ ਨੂੰ ਵਾਇਲੇਟ ਕੀਤਾ ਹੈਗਾ। ਸਟੇਟ ਗਵਰਨਮੈਂਟਾਂ ਦੀ ਜਿਹੜੀ ਅਥਾਰਟੀ ਹੈ ਟੂ ਰੈਗੂਲੇਟ ਪ੍ਰਾਈਵੇਟ ਮਾਰਕੀਟ ਉਹਨੂੰ ਖਤਮ ਕੀਤਾ ਹੈ। ਸਟੇਟ ਗਵਰਨਮੈਂਟਾਂ ਦੀ ਜਿਹੜੀ ਅਥਾਰਟੀ ਹੈ ਟੂ ਕਲੈਕਟ ਟੈਕਸਿਸ ਔਨ ਐਗਰੀਕਲਚਰ ਪ੍ਰੋਡਿਊਸ ਉਹਨੂੰ ਵਾਇਲੇਟ ਕੀਤਾ ਹੈ। ਸਟੇਟ ਗਵਰਨਮੈਂਟ ਜਿਹੜੀ ਕੈਪੈਸਿਟੀ ਹੈ ਤੇ ਟੂ ਸੈਟਲ ਦਾ ਡਿਸਪਿਊਟ ਬਿਟਵੀਨ ਫਾਰਮਰਸ ਐਂਡ ਦਾ ਪ੍ਰਾਈਵੇਟ ਸੈਕਟਰ ਉਹਨੂੰ ਖਤਮ ਕੀਤਾ ਹੈ। ਸੋ ਜੁਡੀਸ਼ੀਅਲ ਸਿਸਟਮ ਤੇ ਅਟੈਕ ਹੈ, ਸਟੇਟ ਅਟਾਨਮੀ ਦਾ ਅਟੈਕ ਹੈ, ਫਾਰਮਿੰਗ ਕਮਿਊਨਿਟੀ ਦਾ ਅਟੈਕ ਹੈ, ਐਗਰੀਕਲਚਰ ਲੇਬਰ ਤੇ ਅਟੈਕ ਹੈ। ਸੋ ਇਸ ਕਰਕੇ ਮੈਂ ਸਮਝਦਾ ਕਿ ਇਹ ਜਿਹੜੀਆਂ ਸਾਰੀਆਂ ਗੱਲਾਂ ਸਟੇਟ ਅਟਾਨਮੀ ਬੜੀ ਇੰਪੋਰਟੈਂਟ ਹੈ ਔਰ ਜਿਹੜੀ ਇਹਨੂੰ ਨਿਊਟ੍ਰੀਸ਼ੀਅਸ ਐਗਰੀਕਲਚਰ ਵੱਲ ਨੂੰ ਜਾਣ ਵਾਸਤੇ, ਇਹਨੂੰ ਸਸਟੇਨੇਬਲ ਬਣਾਉਣ ਵਾਸਤੇ ਜਿੱਥੇ ਜਿੱਥੇ ਸਟੇਟ ਅਟਾਨਮੀ ਬੜੀ ਜ਼ਰੂਰੀ ਹੈ ਉਸ ਕਰਕੇ ਮੈਂ ਸਮਝਦਾ ਕਿ ਬਿੱਲ ਵਾਪਸ ਵੀ ਹੋ ਜਾਣ ਤਾਂ ਉਸ ਤੋਂ ਬਾਅਦ ਇਹਨੂੰ ਰਿਫਾਰਮ ਜਿਹੜੇ ਨੇ ਨਵੇਂ ਕਿਸਮ ਦੇ ਚਾਹੀਦੇ ਨੇ ਜਿਹਦੇ 'ਚ ਜਿਹੜੀ ਸਿੱਧੂ ਸਾਹਿਬ ਨੇ ਗੱਲ ਕੀਤੀ ਹੈ ਕਿ ਕਿਸਾਨੀ ਦੇ ਨਾਲ ਨਾਲ ਖੇਤ ਮਜ਼ਦੂਰ ਜਿਹੜਾ ਹੈ ਉਹਦਾ ਵੈਲਬੀਇੰਗ ਵੀ ਇੰਪਰੂਵ ਹੋਵੇ ਔਰ ਇਹ ਇੰਪਰੂਵ ਕਰਨ ਵਾਸਤੇ ਜਿਹੜੀ ਖੇਤੀ ਹੈ ਉਹ ਡਿਵਰਸੀਫਾਈਡ ਹੋਵੇ, ਸਸਟੇਨੇਬਲ ਹੋਵੇ, ਉਹਦੇ 'ਚ ਲੇਬਰ ਦੀ ਕੰਟੈਂਟ ਵਧੇ ਕਿਉਂਕਿ ਇਸ ਸਿਚੁਏਸ਼ਨ ਦੇ ਵਿੱਚ ਜਿਹੜੀ ਰੁਜ਼ਗਾਰ ਹੈ ਉਹ ਇੰਡਸਟਰੀ ਦੇ ਵਿੱਚ, ਸਰਵਿਸ ਸੈਕਟਰ ਦੇ ਵਿੱਚ ਨਹੀਂ ਵਧਾਇਆ ਜਾ ਸਕਦਾ। ਇਹ ਠੀਕ ਹੈ ਕਿ 42-43% ਜਿਹੜੇ ਇਸ ਵੇਲੇ ਵਰਕਫੋਰਸ ਆ ਸਿੱਧੇ ਤੌਰ ਤੇ ਖੇਤੀਬਾੜੀ ਤੇ ਨਿਰਭਰ ਹੈ ਔਰ ਜਿਹੜਾ ਮੈਨੂਫੈਕਚਰਿੰਗ ਹੈ ਜਿਹਨੂੰ ਬਹੁਤ ਜ਼ੋਰ ਦਿੱਤਾ ਜਾ ਰਿਹਾ ਉਹਦੇ 15% 20% ਹੀ ਵਰਕਫੋਰਸ ਲੱਗੀ ਹੈ
ਕੋਈ ਵਧਾਉਣ ਦਾ ਸਕੋਪ ਨਹੀਂ ਹੈ, ਕਿਉਂਕਿ ਆਟੋਮੇਸ਼ਨ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਤਹਿਤ ਇਹੋ ਜਿਹੀ ਟੈਕਨੋਲੋਜੀ ਯੂਜ਼ ਹੋ ਰਹੀ ਹੈ ਜਿਸ 'ਚ ਰੁਜ਼ਗਾਰ ਨਹੀਂ ਪੈਦਾ ਕੀਤਾ ਜਾ ਸਕਦਾ। ਜੇ ਥੋੜਾ ਬਹੁਤਾ ਇਨਫਾਰਮਲ ਸੈਕਟਰ 'ਚ ਹੁੰਦਾ ਤੇ ਇਹਨਾਂ ਨੂੰ ਸਲਮਸ ਵਿੱਚ ਰਹਿਣਾ ਪੈਂਦਾ, ਪਿੰਡ ਦੇ ਲੋਕਾਂ ਨੂੰ ਜਾ ਕੇ। ਜਿਵੇਂ ਇੰਦੌਰ ਦੀ ਐਗਜ਼ਾਮਪਲ ਹੈ ਕਿ ਉੱਥੋਂ ਟਰੱਕਾਂ 'ਚ ਭਰ ਕੇ ਲੋਕਾਂ ਨੂੰ ਉਹਨਾਂ ਨੇ ਕੱਢ ਕੇ ਬਾਹਰ ਸੁੱਟ ਦਿੱਤਾ ਸਰਦੀ ਦੇ ਵਿੱਚ। ਸੋ ਇਸ ਤਰ੍ਹਾਂ ਦੀ ਸਿਚੁਏਸ਼ਨ ਹੈ। ਜਾਂ ਕੋਵਿਡ ਦੇ ਪੀਰੀਅਡ 'ਚ ਜੋ ਹੋਇਆ ਕਿ ਲੇਬਰ ਨੂੰ ਕੋਈ ਕੇਅਰ ਹੀ ਨਹੀਂ ਕਰਦਾ, ਲੇਬਰ ਜਿਹੜੀ ਹੈ ਘਰਾਂ ਨੂੰ ਤੁਰ ਗਈ, ਰਸਤੇ 'ਚ ਮਰ ਗਏ, ਲੋਕੀ ਕੱਟੇ ਗਏ। ਸੋ ਮੈਂ ਸਮਝਦਾ ਕਿ ਇਸ ਕਰਕੇ ਸਾਨੂੰ ਸੋਚਣ ਦੀ ਲੋੜ ਹੈ ਕਿ ਕੈਸਾ ਡਿਵੈਲਪਮੈਂਟ ਦਾ ਮਾਡਲ ਉਸਾਰਿਆ ਜਾਵੇ ਜਿਸ 'ਚ ਕਿਸਾਨੀ, ਖੇਤ ਮਜ਼ਦੂਰ ਔਰ ਜਿਹੜੇ ਮੱਧ ਵਰਗ ਦੇ ਲੋਕ ਨੇ ਉਹਨਾਂ ਦਾ ਭਲਾ ਹੋ ਸਕੇ। ਤੋ ਕੋਆਪਰੇਟਿਵ ਇਜ਼ ਵਨ ਆਫ ਦਾ ਪੋਸੀਬਲ ਆਪਸ਼ਨ ਜਿਸ ਵੱਲ ਵਧਿਆ ਜਾ ਸਕਦਾ ਹੈ। ਪਰ ਇਹ ਕੋਆਪਰੇਟਿਵ ਜਿਹੜੇ ਨੇ ਜਿਸ ਤਰ੍ਹਾਂ ਪਿਛਲੇ ਸਮੇਂ 'ਚ ਉਸਾਰੇ ਗਏ ਨੇ, ਇਹਨਾਂ ਨੂੰ ਸਰਕਾਰੀ ਕੋਆਪਰੇਟਿਵ ਬਣਾਇਆ ਗਿਆ। ਇਹਨਾਂ 'ਚ ਓਨੀ ਬਿਊਰੋਕ੍ਰੇਸੀ ਹੈ ਜਿੰਨੀ ਕਿ ਕਿਸੇ ਸਰਕਾਰੀ ਅਦਾਰੇ 'ਚ ਹੁੰਦੀ ਹੈ। ਸੋ ਇਹ ਜਿਹੜੀ ਅਸਲੀ ਕੋਆਪਰੇਟਿਵ ਮੂਵਮੈਂਟ ਹੈ, ਜਿਹਨੂੰ ਜਿਹੜਾ ਪਲਾਨਿੰਗ ਕਮਿਸ਼ਨ ਦਾ ਪੁਰਾਣਾ ਮਾਡਲ ਕੋਆਪਰੇਟਿਵ ਐਕਟ ਹੈ, ਉਹਨੂੰ ਸਟੇਟ ਗਵਰਨਮੈਂਟ ਨੂੰ ਅਡਾਪਟ ਕਰਕੇ ਉਹਦੇ 'ਚ ਕਿਸਾਨਾਂ ਦੀਆਂ ਚੁਣੀਆਂ ਹੋਈਆਂ, ਕਿਸਾਨਾਂ ਖੇਤ ਮਜ਼ਦੂਰਾਂ ਦੀਆਂ ਚੁਣੀਆਂ ਹੋਈਆਂ ਕਮੇਟੀਆਂ ਰਾਹੀਂ ਕੋਆਪਰੇਟਿਵ ਚਲਾਉਣੇ ਚਾਹੀਦੇ ਨੇ। ਸਾਡੇ ਅੱਜ ਦੇ ਕੋਆਪਰੇਟਿਵ ਸਿਸਟਮ ਦੇ ਵਿੱਚ ਜੇ ਤੁਸੀਂ ਖੇਤੀ ਜਿਹੜੀ ਹੈ ਉਹ ਜ਼ਮੀਨ ਠੇਕੇ ਤੇ ਲੈ ਕੇ ਕਰਦੇ, ਜੇ ਤੁਸੀਂ ਕੋਆਪਰੇਟਿਵ ਦੇ ਮੈਂਬਰ ਹੀ ਨਹੀਂ ਬਣ ਸਕਦੇ, ਤੁਹਾਡੀ ਕੋਆਪਰੇਟਿਵ ਸੁਸਾਇਟੀ ਰਜਿਸਟਰ ਨਹੀਂ ਹੋ ਸਕਦੀ। ਸੋ ਜਿਹੜੀ ਭੂਮੀ ਪ੍ਰਾਪਤ ਕਮੇਟੀ ਨੇ ਬੜੀ ਟਰਾਈ ਕੀਤੀ ਹੈ ਕਿ ਸਾਨੂੰ ਕੋਆਪਰੇਟਿਵ ਸੁਸਾਇਟੀ ਦੇ ਤੌਰ ਤੇ ਰਜਿਸਟਰ ਕਰਨ ਦਿਓ, ਕੋਆਪਰੇਟਿਵ ਮਹਿਕਮਾ ਰਜਿਸਟਰ ਨਹੀਂ ਕਰਦਾ। ਸੋ ਇਸ ਕਰਕੇ ਕੋਆਪਰੇਟਿਵ ਲਾ ਵੀ ਬਦਲਣਾ ਪੈਣਾ ਹੈਗਾ ਤਾਂ ਕਿ ਜਿਹੜਾ ਵੀ ਬੰਦਾ ਖੇਤੀ ਕਰਦਾ ਹੈਗਾ, ਭਾਵੇਂ ਜ਼ਮੀਨ ਠੇਕੇ ਤੇ ਲੈ ਕੇ ਕਰਦਾ, ਭਾਵੇਂ ਜ਼ਮੀਨ ਆਪਣੀ ਨਾਲ ਖੇਤੀ ਕਰਦਾ ਹੈ, ਗਰੁੱਪ ਬਣਾਉਂਦਾ ਹੈ, ਉਹਨੂੰ ਕੋਆਪਰੇਟਿਵ ਦੇ ਵਿੱਚ ਸਿਸਟਮ 'ਚ ਸ਼ਾਮਲ ਕੀਤਾ ਜਾਵੇ, ਕੋਆਪਰੇਟਿਵ ਦੀਆਂ ਸਹੂਲਤਾਂ ਦਿੱਤੀਆਂ ਜਾਣ। ਔਰ ਮੈਂ ਸਮਝਦਾ ਕਿ ਜਿਹੜੇ ਕੋਆਪਰੇਟਿਵਸ ਨੇ ਉਹਨਾਂ ਦਾ ਰੋਲ ਵਧਾਇਆ ਜਾਵੇ ਖੇਤੀ ਦੇ ਵਿੱਚ। ਜਿਵੇਂ ਕਿਹਾ ਕਿ ਕੋਲਡ ਸਟੋਰੇਜ ਕਪੈਸਿਟੀ, ਜਿਹੜੇ ਸੀਲੋਸ ਨੇ ਉਹ ਅਬਾਨੀ ਜਿਵੇਂ ਅਦਾਨੀ ਬਣਾ ਰਿਹਾ ਹੈਗਾ, ਵਾਈ ਨਾਟ ਸਟੇਟ ਗਵਰਨਮੈਂਟਾਂ ਦੇ ਕੋਆਪਰੇਟਿਵ ਮਹਿਕਮੇ ਜਿਹੜੇ ਨੇ ਜਾਂ ਕੋਆਪਰੇਟਿਵ ਸੁਸਾਇਟੀਆਂ ਜਿਹੜੀਆਂ ਨੇ ਆਪਣੇ ਪੱਧਰ ਤੇ ਐਸੇ ਸਟੋਰ ਬਣਾਉਣ ਤੇ ਉਹ ਐਗਰੀਕਲਚਰ ਪ੍ਰੋਡਕਸ਼ਨ 'ਚ ਜਿੱਥੇ ਇਨਵੋਲਡ ਨੇ ਉੱਥੇ ਐਗਰੀਕਲਚਰ ਦੇ ਵਿੱਚ ਸਟੋਰੇਜ ਪ੍ਰੋਸੈਸਿੰਗ ਐਂਡ ਮਾਰਕੀਟਿੰਗ 'ਚ ਉਹਨਾਂ ਨੂੰ ਇਨਵੋਲਵ ਕੀਤਾ ਜਾਣਾ ਚਾਹੀਦਾ ਹੈਗਾ। ਤੋ ਇਸ ਸੰਦਰਭ ਦੇ ਵਿੱਚ ਸਟੇਟ ਗਵਰਨਮੈਂਟ ਦਾ ਰੋਲ ਬੜਾ ਇੰਪੋਰਟੈਂਟ ਹੈ, ਸੈਂਟਰਲ ਗਵਰਨਮੈਂਟ ਦਾ ਰੋਲ ਬੜਾ ਇੰਪੋਰਟੈਂਟ ਹੈ। ਤੋ ਜਿਹੜਾ ਕੋਵਿਡ ਦਾ ਐਕਸਪੀਰੀਅੰਸ ਹੈ ਜਿਸ 'ਚ ਅਸੀਂ ਦੇਖਿਆ ਹੈ ਕਿ ਜਦੋਂ ਕ੍ਰਾਈਸਿਸ ਆਉਂਦਾ ਹੈ, ਜਿਵੇਂ ਹੁਣ ਖੇਤੀਬਾੜੀ 'ਚ ਵੀ ਕ੍ਰਾਈਸਿਸ ਹੈ ਜਿਸ 'ਚ ਫਾਰਮਰ ਸੁਸਾਈਡ ਬਹੁਤ ਹੋਏ ਨੇ, ਪੰਜਾਬ 'ਚ ਵੀ ਹੋਏ ਨੇ, ਹਿੰਦੁਸਤਾਨ 'ਚ ਵੀ ਹੋਏ ਨੇ। ਐਗਰੀਕਲਚਰ ਜਿਹੜੀ ਆ ਸਟ੍ਰੈਸ 'ਚ ਹੈ, ਪ੍ਰੈਜ਼ੈਂਟਰੀ ਅੰਡਰ ਕ੍ਰਾਈਸਿਸ ਹੈ, ਤਾਂ ਪ੍ਰਾਈਵੇਟ ਸੈਕਟਰ ਇਹਦੇ 'ਚ ਰਿਜ਼ੋਲਵ ਕਰਨ 'ਚ ਕੋਈ ਮਦਦ ਨਹੀਂ ਕਰਦਾ। ਪ੍ਰਾਈਵੇਟ ਸੈਕਟਰ ਜਿਹੜਾ ਮੁਨਾਫੇ ਕਮਾਉਣ ਤੱਕ ਸੀਮਿਤ ਰਹਿੰਦਾ ਹੈ। ਤਾਂ ਸਾਰਾ ਕੰਮ ਜਿਹੜਾ ਹੈ ਪਬਲਿਕ ਸੈਕਟਰ ਦੇ ਅਦਾਰੇ ਤੇ ਕੋਆਪਰੇਟਿਵ ਲੋਕਾਂ ਨੂੰ ਕਰਨਾ ਪੈਂਦਾ ਹੈ। ਜਿਵੇਂ ਕੋਵਿਡ ਦੇ ਵਿੱਚ ਵੀ ਅਸੀਂ ਦੇਖਿਆ ਕਿ we need to reinvent the state and we need to reinvent the state government and state government ਦੀ support ਕਾਫੀ ਇੰਪੋਰਟੈਂਟ ਹੈ ਜੇ ਕੋਆਪਰੇਟਿਵ ਚਲਾਉਣੇ ਨੇ। ਨਾ ਸਟੇਟ ਕੋਆਪਰੇਟਿਵ ਮਹਿਕਮਾ ਜਿਹੜਾ ਹੈ ਪਿਛਲੇ ਸਮਿਆਂ 'ਚ ਕੋਆਪਰੇਟਿਵ ਕਿਵੇਂ ਚਲਾਉਣੇ ਨੇ, ਅਕਾਊਂਟਸ ਕਿਵੇਂ ਮੇਨਟੇਨ ਕਰਨੇ ਨੇ, ਸੁਸਾਇਟੀਆਂ ਨੂੰ ਕਿਵੇਂ ਮੈਨੇਜ ਕਰਨਾ, ਟ੍ਰੇਨਿੰਗ ਚਲਾਉਂਦਾ ਸੀ, ਉਹ ਪਿਛਲੇ ਕਈ ਸਾਲਾਂ ਤੋਂ ਬੰਦ ਕੀਤੀ ਹੈ। ਸੋ ਇਸ ਕਰਕੇ ਸਟੇਟ ਪੱਧਰ ਤੇ ਵੀ ਕਾਫੀ ਕੁਝ ਕਰਨ ਦੀ ਜ਼ਰੂਰਤ ਹੋਵੇਗੀ। ਔਰ ਇਸ ਸੰਬੰਧ ਦੇ ਵਿੱਚ ਸਟੇਟ ਗਵਰਨਮੈਂਟ ਦਾ ਰੋਲ ਰੀਇਨਵੈਂਟ ਕਰਨਾ ਪਏਗਾ। ਔਰ ਜੋ ਟਿਕਰੀ, ਗਾਜ਼ੀਪੁਰ ਔਰ ਸਿੰਘੂ ਬਾਰਡਰ ਤੇ ਭਾਈਚਾਰਕ ਸਾਂਝ ਜਿਹੜੀ ਇੰਡੀਕੇਟ ਹੋਈ ਹੈ ਇਸ ਸਮੇਂ ਦੇ ਵਿੱਚ, ਉਹਨੂੰ ਮੱਦੇਨਜ਼ਰ ਰੱਖਦਿਆਂ ਸਾਨੂੰ ਜੈਨੂਅਨ ਕੋਆਪਰੇਟਿਵ ਬਣਾਉਣ ਦੀ ਲੋੜ ਹੈ ਔਰ ਉਹਨਾਂ ਕੋਆਪਰੇਟਿਵ ਦੇ ਵਿੱਚ ਖੇਤ ਮਜ਼ਦੂਰਾਂ ਨੂੰ ਸ਼ਾਮਲ ਕਰਨ ਦੀ ਲੋੜ ਹੈ। ਤੇ ਜਿਹੜੀ ਐਗਰੋ ਐਕਟੀਵਿਟੀ ਹੈ, ਐਗਰੋ ਪ੍ਰੋਸੈਸਿੰਗ ਦੀ ਐਕਟੀਵਿਟੀ ਹੈ, ਮਾਰਕੀਟਿੰਗ ਦੀ ਐਕਟੀਵਿਟੀ ਹੈ, ਕਾਰਪੋਰੇਟ ਸੈਕਟਰ ਨੂੰ ਦੇਣ ਦੀ ਬਜਾਏ ਇਹ ਕੋਆਪਰੇਟਿਵਸ ਨੂੰ ਦੇਣ ਦੀ ਲੋੜ ਹੈ। ਮੈਂ ਇੱਥੇ ਜਿਵੇਂ ਸਾਰੇ ਸੂਝਵਾਨ ਦੋਸਤ ਨੇ ਉਹਨਾਂ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਜਾਪਾਨ ਦੇ ਵਿੱਚ ਸਾਰਾ ਕੰਮ ਇਹ ਕੋਆਪਰੇਟਿਵ ਕਰਦੇ ਨੇ ਔਰ ਉਹਨਾਂ ਨੂੰ ਸਰਕਾਰ ਵੱਲੋਂ ਕਾਫੀ ਸਪੋਰਟ ਮਿਲਦੀ ਹੈ। ਸਾਰੀ ਦੁਨੀਆ ਦੇ ਵਿੱਚ ਐਗਰੀਕਲਚਰ ਜਿਹੜੀ ਹੈ ਉਹ ਬਿਨਾਂ ਸਪੋਰਟ ਦੇ ਨਹੀਂ ਚਲਾਈ ਜਾ ਸਕਦੀ। ਈਵਨ ਅਮਰੀਕਾ ਦੇ ਵਿੱਚ ਜਿੱਥੇ ਬੜਾ ਕਾਰਪੋਰੇਟ ਸੈਕਟਰ ਦਾ ਬੋਲਬਾਲਾ ਹੈ ਔਰ ਬਹੁਤ ਮਾਰਕੀਟ ਦਾ ਰੋਲ ਹੈ, ਉੱਥੇ ਪਰ ਫਾਰਮਰ ਲੱਖਾਂ ਰੁਪਏ ਸਬਸਿਡੀ ਦਿੱਤੀ ਜਾਂਦੀ ਹੈ। ਔਰ ਸਾਡੇ ਇੱਥੇ ਸਬਸਿਡੀ ਜਿਹੜੀ ਹੈ ਖਤਮ ਕਰਨ ਵੱਲ ਅਸੀਂ ਜਾ ਰਹੇ ਹਾਂ। ਸੋ ਖੇਤੀਬਾੜੀ ਨੂੰ ਚਲਾਉਣ ਵਾਸਤੇ ਸਟੇਟ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਇਹਨੂੰ ਨਿਊਟ੍ਰੀਸ਼ਨ ਠੀਕ ਰੱਖਣ ਵਾਸਤੇ ਖੇਤੀਬਾੜੀ ਜਿਹੜੀ ਹੈ ਉਹ ਕਿਸਾਨਾਂ ਦੁਆਰਾ ਕਰਨੀ ਬਹੁਤ ਜ਼ਰੂਰੀ ਹੈ। ਇੱਥੇ ਮੈਂ ਜਿਹੜਾ UN ਦਾ 17 ਦਸੰਬਰ 2018 ਦਾ ਜਿਹੜਾ ਰੈਜ਼ੋਲੂਸ਼ਨ ਹੈ ਉਹਨੂੰ ਵੀ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ, ਜਿਸ 'ਚ ਕਿਹਾ ਗਿਆ ਕਿ ਕਿਸਾਨਾਂ ਦੀ ਖੇਤੀ ਨੂੰ ਬਚਾਉਣ ਦੀ ਲੋੜ ਹੈ। ਔਰ ਜਦੋਂ ਵੀ ਕੋਈ ਕਾਨੂੰਨ ਬਣਨੇ ਆ
जो भी कोई प्लानिंग करनी है, कोई नीतियां बनाउणियां ने, उन्होंने कंसल्ट किया जाए और जो उन्होंने एक्सैप्टेबल नहीं है वो लागू नहीं करना चाहिए। सो ये ਜਿਹੜੀਆਂ ਚੀਜ਼ਾਂ ਵੱਲ ਨੂੰ ਅਸੀਂ ਜੇ ਤੁਰੀਏ ਤੇ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਵੀ ਸਾਡੇ ਕੋਲ ਜਿਵੇਂ ਇੱਕ ਦੋ ਮਾਡਲ ਇਹੋ ਜਿਹੇ ਹੈਗੇ ਨੇ ਜਿੱਥੇ ਕੋਆਪਰੇਟਿਵ ਬਹੁਤ ਚੰਗੀ ਤਰ੍ਹਾਂ ਕੰਮ ਕਰ ਰਹੇ ਨੇ। ਤੋ ਇਸ ਪਾਸੇ ਨੂੰ ਜਾਇਆ ਜਾਵੇ ਤਾਂ ਮੈਂ ਸਮਝਦਾ ਕਿ ਕਾਫੀ ਕੁਝ ਇੰਪਰੂਵਮੈਂਟ ਕੀਤੀ ਜਾ ਸਕਦੀ ਹੈ। ਔਰ ਇਹਦੇ ਵਿੱਚ ਜਿਹੜੇ ਸਾਰੇ ਐਕਸਪੈਰੀਮੈਂਟ ਨੇ, ਜ਼ਰੂਰੀ ਨਹੀਂ ਕਿ ਜਿਹੜਾ ਹੈ ਕਿ ਕਣਕ ਝੋਨਾ ਜਿਹੜਾ ਜਿਵੇਂ ਇਸ ਵੇਲੇ ਚਲਾਇਆ ਜਾ ਰਿਹਾ ਇਹਨੂੰ ਚਲਾਇਆ ਜਾਵੇ। ਰੀਜਨ ਵਾਈਜ਼ ਜਿਹੜੀਆਂ ਪੰਜਾਬ ਦੇ ਐਗਰੋ ਕਲਾਈਮੇਟਿਕ ਜ਼ੋਨਸ ਨੇ ਉਹਦੇ ਹਿਸਾਬ ਨਾਲ ਪਲਾਨਿੰਗ ਕਰਕੇ ਕਿਸਾਨਾਂ ਨੂੰ ਵਿੱਚ ਇਨਵੋਲਵ ਕਰਕੇ ਜਿਹੜੀਆਂ ਫਸਲਾਂ ਸਰਕਾਰ ਵੱਲੋਂ ਐਕਸਪਰਟਸ ਵੱਲੋਂ ਸੁਝਾਈਆਂ ਜਾ ਰਹੀਆਂ ਨੇ ਜਾਂ ਗਵਰਨਮੈਂਟ ਵੱਲੋਂ ਸੁਝਾਈਆਂ ਜਾ ਰਹੀਆਂ ਨੇ, ਉਹਨਾਂ ਫਸਲਾਂ ਦੇ ਉੱਤੇ ਮਿਨੀਮਮ ਸਪੋਰਟ ਪ੍ਰਾਈਸ ਨੂੰ ਇਨਸ਼ੋਰ ਕੀਤਾ ਜਾਵੇ। ਔਰ ਮਿਨੀਮਮ ਸਪੋਰਟਸ ਨੂੰ ਪ੍ਰਾਈਸ ਨੂੰ ਤੈਅ ਕਰਦਿਆਂ ਜਿਹੜਾ ਫਾਰਮੂਲਾ ਰਮੇਸ਼ ਚੰਦ ਕਮੇਟੀ ਵਾਲਾ ਉਹਨੂੰ ਲਾਗੂ ਕੀਤਾ ਜਾਵੇ, ਜਿਹਦੇ 'ਚ ਕਿਸਾਨ ਦੀ ਲੇਬਰ ਜਿਹੜੀ ਆ ਉਹਨੂੰ ਸਕਿਲਡ ਵਰਕਰ ਦੇ ਤੌਰ ਤੇ ਲਿਆ ਜਾਵੇਗਾ ਔਰ ਖੇਤ ਮਜ਼ਦੂਰ ਦੀ ਜਿਹੜੀ ਵੇਜ ਹੈ ਉਹਨੂੰ ਮਿਨੀਮਮ ਵੇਜ ਨੂੰ ਪੀਰੀਆਡਿਕਲੀ ਰਿਵਾਈਜ਼ ਕਰਕੇ ਠੀਕ ਵੇਜ ਦੇਣ ਦੀ ਲੋੜ ਹੈ। ਉਹਦੇ ਇੰਪਲੋਇਮੈਂਟ ਦੇ ਜਿਹੜੇ ਦਿਨ ਨੇ ਉਹ ਵਧਾਉਣ ਦੀ ਲੋੜ ਹੈ। ਤੇ ਇਹ ਤਰੀਕਿਆਂ ਦੇ ਨਾਲ ਮੈਂ ਸਮਝਦਾ ਕਿ ਕਾਫੀ ਕੁਝ ਜਿਹੜਾ ਹੈ ਉਹ ਸੁਧਾਰਿਆ ਜਾ ਸਕਦਾ ਹੈ। ਤੇ ਇਹਨੂੰ ਸੁਧਾਰਨ ਵਾਸਤੇ ਮੈਂ ਸਮਝਦਾ ਕਿ ਜਿਹੜੀ ਨਵੀਂ ਸੋਚ ਹੈ, ਨਵੀਂ ਥਿੰਕਿੰਗ ਹੈ, ਉਹ ਇਹ ਐਕਟ ਸਮਾਪਤ ਹੋਣ ਤੋਂ ਬਾਅਦ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਕਾਫੀ ਸਿਸਟਮੈਟਿਕਲੀ ਲਾਗੂ ਕਰਨੀ ਪਏਗੀ। ਇੱਕ ਗੱਲ ਮੈਂ ਹੋਰ ਕਰਨੀ ਚਾਹੁੰਦਾ ਕਿ ਜਿਵੇਂ ਮਨਰੇਗਾ ਵਰਗੀਆਂ ਸਕੀਮਾਂ ਨੇ ਜਿਹਦੇ 'ਚ ਆਪਣੇ ਖੇਤ ਦੇ ਵਿੱਚ ਜੇ ਤੁਸੀਂ ਕਣਕ ਝੋਨੇ ਤੋਂ ਬਿਨਾਂ ਜਿਹੜੀਆਂ ਸਬਜ਼ੀਆਂ ਬੀਜਦੇ ਜੇ ਜਾਂ ਫਲ ਉਗਾਉਂਦੇ ਜੇ ਤਾਂ ਤੁਹਾਨੂੰ ਆਪਣੇ ਖੇਤ 'ਚ ਕੰਮ ਕਰਨ ਬਦਲੇ ਉਹਦੀ ਵੇਚ ਤੁਸੀਂ ਕਲੇਮ ਕਰ ਸਕਦੇ ਜੇ। ਪੰਜਾਬ ਦੇ ਵਿੱਚ ਇਹ ਕੰਮ ਅਸੀਂ ਨਹੀਂ ਕੀਤਾ ਗਿਆ। ਮਨਰੇਗਾ ਨੂੰ ਲਾਗੂ ਕਰਨ ਦੇ ਵਿੱਚ ਅਸੀਂ ਕਾਫੀ ਪਿੱਛੇ ਹਾਂ। ਇਹ ਵੀ ਕੰਮ ਜਿਹੜਾ ਲੋਕਾਂ ਦੀ ਮਦਦ ਦੇ ਨਾਲ, ਕਿਉਂਕਿ ਪੰਚਾਇਤਾਂ ਨੇ ਜਿਹੜੇ ਜੌਬ ਕਾਰਡ ਬਣਾਉਣੇ ਨੇ ਉਹਨਾਂ ਨੇ ਇਹਨੂੰ ਮੈਨੇਜ ਕਰਨਾ ਹੈ ਤੇ ਸਟੇਟ ਗਵਰਨਮੈਂਟ ਦੇ ਨਾਲ ਅਪਰੂਵਲ ਦੇ ਨਾਲ ਮੁੜ ਕੇ ਗ੍ਰਾਂਟ ਜਿਹੜੀ ਆ ਕਲੇਮ ਕਰਨੀ ਆ। ਇੱਧਰ ਕਾਫੀ ਕੁਝ ਕੀਤਾ ਜਾ ਸਕਦਾ, ਵਿਦਨ ਪੰਜਾਬ ਇਟਸੈਲਫ ਕੀਤਾ ਜਾ ਸਕਦਾ ਹੈ। ਤੇ ਜਿਹੜੀ ਹੈ ਕਿੱਦਾਂ ਦੀ ਖੇਤੀ ਕਰਨੀ ਹੈ, ਇਹ ਜਿਹੜਾ ਹੈ ਇਹ ਕਾਫੀ ਕੁਝ ਕਿਸਾਨਾਂ ਤੇ ਲੋਕਾਂ ਤੇ ਛੱਡਣ ਦੀ ਲੋੜ ਹੈ। ਇਹਦੇ 'ਚ ਇਹ ਵੀ ਦੇਖਣ ਦੀ ਲੋੜ ਹੈ ਕਿ ਜਿਹੜਾ ਏਜੰਡਾ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਕਿ ਸਿਰਫ ਕਣਕ ਝੋਨੇ ਦੀ ਰਿਸਰਚ ਦੇ ਉੱਤੇ ਕੇਂਦਰਿਤ ਕਰਨ ਦੀ ਬਜਾਏ ਜਿਹੜੀਆਂ ਫਸਲਾਂ ਵਿੱਚ ਘੱਟ ਪਾਣੀ ਵਰਤਿਆ ਜਾਂਦਾ ਹੈਗਾ ਔਰ ਜਿਨ੍ਹਾਂ ਦੀ ਮੰਗ ਬਹੁਤ ਹੈ, ਜਿਵੇਂ ਦਾਲਾਂ ਨੇ, ਤਿਲਾਂ ਦੇ ਬੀਜ ਨੇ, ਬਾਜਰਾ ਵਗੈਰਾ ਹੈ, ਇਹਨਾਂ ਦੇ ਉੱਤੇ ਰਿਸਰਚ ਏਜੰਡਾ ਖੋਜ ਵੱਲ ਲਿਆਉਣਾ ਚਾਹੀਦਾ ਹੈ। ਤੇ ਇਹਨਾਂ ਨੂੰ ਕਿਵੇਂ ਇਹਨਾਂ ਦੀ ਕੁਆਲਿਟੀ ਜਿਹੜੀ ਹੈ ਨਿਊਟ੍ਰੀਸ਼ਨ ਦੀ ਵਧਾਈ ਜਾ ਸਕਦੀ ਹੈ, ਜਿਸ 'ਚ ਆਰਗੈਨਿਕ ਫਾਰਮਿੰਗ ਜਿਹੜੀ ਹੈ ਵਨ ਆਫ ਦਾ ਸੋਲੂਸ਼ਨ ਹੋ ਸਕਦਾ ਹੈ। ਪਰ ਉਹਦੇ ਤੇ ਜਿਹੜਾ ਐਗਰੀਕਲਚਰ ਯੂਨੀਵਰਸਿਟੀਆਂ ਦੇ ਰਿਸਰਚ ਏਜੰਡੇ ਤੇ ਗੱਲਾਂ ਨਾ ਆਉਣ ਕਰਕੇ ਉਹਨਾਂ ਦਾ ਜਿਹੜਾ ਝਾੜ ਹੈ ਉਹ ਉਹਨਾਂ ਦੇ ਜਿਹੜੀਆਂ ਕੈਮੀਕਲ ਫਾਰਮਿੰਗ ਦੇ ਬਰਾਬਰ ਨਹੀਂ ਹੈ। ਸੋ ਬਹੁਤ ਕੁਛ ਜਿਹੜਾ ਇਸ ਤਰ੍ਹਾਂ ਦਾ ਕਰਨ ਦੀ ਜ਼ਰੂਰਤ ਹੈ ਔਰ ਮੈਂ ਸਮਝਦਾ ਕਿ ਕੀਤਾ ਜਾ ਸਕਦਾ ਹੈ। ਔਰ ਇਹ ਜਿਹੜਾ ਪੋਸਟ ਜਿਹੜੀ ਪ੍ਰੈਜ਼ੈਂਟ ਕ੍ਰਾਈਸਿਸ ਦੀ ਸਿਚੁਏਸ਼ਨ ਹੈ, ਜਿਹੜੀ ਐਜੀਟੇਸ਼ਨ ਇਸ ਵੇਲੇ ਚੱਲ ਰਹੀ ਹੈ, ਅੰਦੋਲਨ ਚੱਲ ਰਿਹਾ, ਲੋਕ ਅੰਦੋਲਨ ਚੱਲ ਰਿਹਾ, ਇਹ ਜੇ ਕਾਮਯਾਬ ਵੀ ਹੋ ਜਾਂਦਾ ਹੈ ਤੇ ਇਹਦੇ ਆਉਣ ਤੋਂ ਬਾਅਦ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਡਾਇਲਾਗ ਜਿਹੜਾ ਹੈ ਜਾਰੀ ਰੱਖਿਆ ਜਾ ਸਕਦਾ ਹੈ ਔਰ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਦੀ ਸਲਾਹ ਮਸ਼ਵਰੇ ਦੇ ਨਾਲ, ਕਿਸਾਨਾਂ ਦੀ ਸਲਾਹ ਮਸ਼ਵਰੇ ਦੇ ਨਾਲ, ਸਰਕਾਰ ਦੀ ਸਪੋਰਟ ਨਾਲ ਕਾਫੀ ਇਹ ਕੰਮ ਕਰਨਾ ਪਏਗਾ। ਔਰ ਇਸ ਵਾਸਤੇ ਜ਼ਰੂਰੀ ਹੈ ਕਿ ਸਟੇਟ ਦੀ ਆਟੋਨਮੀ ਜਿਹੜੀ ਹੈ ਉਹ ਬਰਕਰਾਰ ਰੱਖੀ ਜਾਵੇ ਔਰ ਕਿਹੋ ਜਿਹੇ ਕਾਨੂੰਨ, ਕਿਹੋ ਜਿਹੀਆਂ ਨੀਤੀਆਂ ਬਣਾਉਣੀਆਂ ਨੇ ਐਗਰੀਕਲਚਰ ਬਾਰੇ ਉਹ ਸਟੇਟ ਸਪੈਸੀਫਿਕ ਹੀ ਹੋਣੀਆਂ ਚਾਹੀਦੀਆਂ ਤੇ ਇਹ ਐਕਟ ਜਿਹੜੇ ਨੇ ਸਟੇਟ ਹੀ ਪਾਸ ਕਰੇ। ਔਰ ਮੈਂ ਆਪ ਜੀ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਜਿਹੜੇ ਲੈਂਡ ਰਿਫਾਰਮ ਦੇ ਜਿੰਨੇ ਐਕਟ 1950s ਵਿੱਚ ਅਪ ਟੂ 1970 'ਚ ਪਾਸ ਹੋਏ ਨੇ ਉਹ ਸਟੇਟ ਗਵਰਨਮੈਂਟਾਂ ਨੇ ਹੀ ਪਾਸ ਕੀਤੇ ਨੇ, ਸੈਂਟਰ ਗਵਰਨਮੈਂਟ ਨੇ ਕੋਈ ਪਾਸ ਨਹੀਂ ਕੀਤੇ ਕਾਨੂੰਨ। ਇਸ ਕਰਕੇ ਮੈਂ ਸਮਝਦਾ ਕਿ ਇਹ ਪੁਆਇੰਟ ਜਿਹੜਾ ਕਾਫੀ ਐਮਫਸਾਈਜ਼ ਕਰਨ ਵਾਲਾ ਹੈ ਔਰ ਬਹੁਤ ਸਾਰੀਆਂ ਸਟੇਟਾਂ ਨੇ ਇਸ ਗੱਲ ਨੂੰ ਇਗਨੋਰ ਕੀਤਾ ਹੈ ਔਰ ਇਹ ਆਟੋਨਮੀ ਵਾਲਾ ਇਸ਼ੂ ਬਹੁਤ ਹੀ ਇੰਪੋਰਟੈਂਟ ਹੈ। ਇਹਦੇ ਬਗੈਰ ਜਿਹੜੇ ਆ ਇਹ ਕੰਮ ਠੀਕ ਨਹੀਂ ਕੀਤਾ ਜਾ ਸਕਦਾ। ਅਦਰਵਾਈਜ਼ ਜਿਹੜਾ ਕ੍ਰਾਈਸਿਸ ਜਿਹੜਾ ਹੈ ਐਗਰੀਕਲਚਰ ਦਾ ਹੋਰ ਗਹਿਰਾ ਹੋ ਜਾਏਗਾ ਔਰ ਨਿਊਟ੍ਰੀਸ਼ਨ ਜਿਹੜੀ ਆ ਉਹ ਇੰਪਰੂਵ ਨਹੀਂ ਹੋ ਸਕਦੀ। ਔਰ ਜਿਹੜੀ ਫੂਡ ਸਿਕਿਉਰਿਟੀ ਦੀ ਗੱਲ ਸਿੱਧੂ ਸਾਹਿਬ ਨੇ ਕਹੀ ਹੈ, ਮੈਂ ਸਮਝਦਾ ਕਿ ਉਹ ਜਿਹੜਾ ਐਕਟ 2012-13 ਚ UPA 2 ਨੇ ਪਾਸ ਕੀਤਾ ਸੀਗਾ ਉਹਨੂੰ ਲਾਗੂ ਕਰਨਾ ਚਾਹੀਦਾ, ਜਿਹਦੇ 'ਚ 70% ਲੋਕ ਜਿਹੜੇ ਨੇ ਉਹਨਾਂ ਨੂੰ ਇਹਦੇ ਵਿੱਚ ਜੇ ਲੈਂਦਾ ਜਾਏ ਤਾਂ ਪ੍ਰੈਜ਼ੈਂਟ ਫੂਡ ਸਰਪਲਸ ਜਿਹੜਾ ਲੱਗਦਾ ਉਹ ਨਹੀਂ ਰਹੇਗਾ ਇਵਨ ਕਣਕ ਝੋਨੇ ਦਾ। ਔਰ ਉਹਦੇ 'ਚ ਜਿਹੜੀਆਂ ਹੋਰ ਚੀਜ਼ਾਂ ਜਿਹੜੀਆਂ ਨਿਊਟ੍ਰੀਸ਼ਨ ਵਾਲੀਆਂ ਨੇ, ਕਈ ਥਾਵਾਂ ਤੇ ਅੰਡੇ ਐਡ ਕਰ ਦਿੱਤੇ ਗਏ ਨੇ,
ਦਾਲਾਂ ਐਡ ਕਰਨ ਦੀ ਲੋੜ ਹੈ, ਫਲ ਕੁਛ ਐਡ ਕਰਨ ਦੀ ਲੋੜ ਹੈ, ਤੇ ਨਿਊਟ੍ਰੀਸ਼ਨ ਜਿਹੜੀ ਆ ਇੰਪਰੂਵ ਕਰਨ ਦੀ ਕਾਫੀ ਜ਼ਿਆਦਾ ਜ਼ਰੂਰਤ ਹੈ। ਔਰ ਇਹ ਪ੍ਰੋਗਰਾਮ ਜਿਹੜੇ ਨੇ ਇਹ ਸਟੇਟ ਦੀ ਮਦਦ ਦੇ ਨਾਲ ਹੀ ਚਲਾਏ ਜਾ ਸਕਦੇ ਨੇ, ਔਰ ਇਹਦੇ ਵਾਸਤੇ ਲੋਕਾਂ ਦੀ ਕੋਆਪਰੇਸ਼ਨ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ, ਔਰ ਇਹਦੇ 'ਚ ਜਿਹੜੀਆਂ ਊਣਤਾਈਆਂ ਨੇ ਉਹ ਵੀ ਕਾਫੀ ਦੂਰ ਕਰਨ ਦੀ ਜ਼ਰੂਰਤ ਹੈ। ਮੈਂ ਸਮਝਦਾ ਮੈਂ ਕਾਫੀ ਟਾਈਮ ਲਾ ਲਿਆ, ਇਸ ਕਰਕੇ ਮੈਨੂੰ ਇੱਥੇ ਬੰਦ ਕਰਨਾ ਚਾਹੀਦਾ ਹੈ। ਧੰਨਵਾਦ। ਮੈਨੂੰ ਲੱਗਦਾ ਕਿ ਆਪਾਂ ਇੱਕ ਹੋਰ ਵਿਦਵਾਨ ਤੋਂ ਜਾਣ ਤੋਂ ਪਹਿਲੇ ਕਿਸਾਨ ਨਾਲ ਲੈ ਲਈਏ, ਕਿਉਂਕਿ ਤੇ ਕਿਸਾਨ ਦੀ ਗੱਲ ਫਿਰ ਰਹਿ ਜਾਂਦੀ, ਕਿਸਾਨ ਨੂੰ ਟਾਈਮ ਨਹੀਂ ਮਿਲਦਾ। ਸਾਡੇ ਵਿੱਚ ਇੱਕ ਬੜੇ ਅਹਿਮ ਕਿਸਾਨ ਕਮਲਜੀਤ ਸਿੰਘ ਹੇਰ, ਐਡਵੋਕੇਟ ਟਰਨਡ ਫਾਰਮਰ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਕਮਲਜੀਤ ਸਿੰਘ ਹੇਰ ਹੈ। ਮੈਂ ਮੁਕਤਸਰ ਦੇ ਨੇੜੇ ਇੱਕ ਪਿੰਡ ਹੈ ਸੋਨਗੜ੍ਹ ਰੱਤੇਵਾਲਾ, ਮੈਂ ਉੱਥੇ ਪਹਿਲਾਂ ਵਕੀਲ ਸੀ, ਵਕਾਲਤ ਕਰਦਾ ਸੀ। 15 ਸਾਲ ਮੈਂ ਵਕਾਲਤ ਕੀਤੀ, 2000 ਤੋਂ ਲੈ ਕੇ 2015 ਤੱਕ। 2013 ਦੇ ਵਿੱਚ ਮੈਂ ਖੇਤੀ ਵਿਰਾਸਤ ਮਿਸ਼ਨ ਦੇ ਸੰਪਰਕ ਦੇ ਵਿੱਚ ਆਇਆ, ਤੇ 2013 ਦੇ ਵਿੱਚ ਮੇਰਾ ਮੇਲ ਹੋਇਆ ਡਾਕਟਰ ਓਮ ਪ੍ਰਕਾਸ਼ ਰੁਬੇਲਾ ਜੀ ਨਾਲ, ਜਿਹੜੇ ਇੱਕ ਮਾਈਕਰੋਬਾਇਓਲੋਜਿਸਟ ਸੀਗੇ ਹੈਦਰਾਬਾਦ ਦਿੱਕਰੀ ਸੈਟ ਦੇ ਵਿੱਚ। ਉਹਨਾਂ ਦਾ ਮੰਨਣਾ ਸੀਗਾ ਕਿ ਜਿਹੜਾ ਪੰਜਾਬ ਦੇ ਵਿੱਚ ਪ੍ਰੈਜ਼ੈਂਟ ਖੇਤੀ ਦਾ ਮਾਡਲ ਹੈਗਾ, ਇਹ ਮਾਡਲ ਸਸਟੇਨੇਬਲ ਨਹੀਂ ਹੈਗਾ, ਤਾਂ ਸਾਨੂੰ ਪੰਜਾਬ ਦੇ ਵਿੱਚ ਅਲਟਰਨੇਟਿਵ ਮਾਡਲ ਦੇ ਉੱਤੇ ਰਿਸਰਚ ਕਰਨ ਦੀ ਲੋੜ ਹੈ, ਇਹਦੇ ਤੇ ਕੰਮ ਕਰਨ ਦੀ ਲੋੜ ਹੈਗੀ ਹੈ। ਅਸੀਂ ਕਿਸੇ ਹੋਰ ਸਟੇਟ ਦਾ ਮਾਡਲ ਇੱਥੇ ਲਾਗੂ ਨਹੀਂ ਕਰ ਸਕਦੇ। ਅਸੀਂ ਬਿਹਾਰ ਦਾ ਮਾਡਲ, ਅਸੀਂ ਸਿੱਕਮ ਦਾ ਮਾਡਲ ਜੇ ਪੰਜਾਬ ਦੇ ਵਿੱਚ ਦੇਖੀਏ ਲਿਆ ਕੇ ਲਾਗੂ ਕਰ ਲਈਏ ਤਾਂ ਨਹੀਂ ਲਾਗੂ ਹੋਣਾ। ਸਾਨੂੰ ਉਹਦੀ ਕੰਪੈਟੇਬਿਲਿਟੀ ਤੇ ਕੰਮ ਕਰਨਾ ਪੈਣਾ ਹੈ। ਸਾਨੂੰ ਪੰਜਾਬ ਦੇ ਕੰਟੈਕਸਟ ਦੇ ਵਿੱਚ ਕੈਮੀਕਲ ਫਾਰਮਿੰਗ ਦਾ ਅਲਟਰਨੇਟਿਵ ਮਾਡਲ ਕੀ ਹੋਵੇ, ਇਹਦੇ ਤੇ ਕੰਮ ਕਰਨ ਦੀ ਲੋੜ ਹੈਗੀ ਹੈ। ਤਾਂ ਮੈਂ ਡਾਕਟਰ ਰੁਬੇਲਾ ਦੇ ਸੰਪਰਕ ਦੇ ਵਿੱਚ ਆਇਆ 2013 ਦੇ ਵਿੱਚ, ਤੇ 2015 ਚ ਮੈਂ ਆਪਣੀ ਵਕਾਲਤ ਛੱਡਤੀ। ਤਾਂ ਉਸ ਤੋਂ ਬਾਅਦ ਮੈਂ 20 ਏਕੜ ਦੇ ਵਿੱਚ ਇੱਕ ਅਲਟਰਨੇਟਿਵ ਮਾਡਲ ਤੇ ਕੰਮ ਕਰ ਰਿਹਾ ਹੈਗਾ। ਮੈਂ ਸਪੈਸੀਫਿਕਲੀ ਮਾਡਲ ਦੀ ਗੱਲ ਕਰੂੰਗਾ, ਪਾਲਿਸੀ ਦੇ ਬਾਬਤ ਤੇ ਮੇਰੀ ਲਾਈਨ ਨਹੀਂ ਹੈ, ਉਹਦੇ ਬਾਰੇ ਮੈਨੂੰ ਨਹੀਂ ਪਤਾ। ਮੈਂ ਸਿਰਫ ਉਹਦੇ ਜਿਹੜਾ ਹੈਗਾ ਆਰਗੈਨਿਕ ਤੇ ਅਲਟਰਨੇਟਿਵ ਮਾਡਲ ਦੀ ਗੱਲ ਕਰੂੰਗਾ। ਤਾਂ ਅਸੀਂ ਇਸ ਮਾਡਲ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ, ਤਾਂ ਇਹਦੇ ਵਿੱਚ ਬੜੇ ਵੱਡੇ ਚੈਲੰਜਸ ਸੀਗੇ। ਸਭ ਤੋਂ ਵੱਡਾ ਚੈਲੰਜ ਇਹ ਹੈਗਾ ਕਿ ਅਸੀਂ ਜਿਹੜਾ ਹੈਗਾ ਜਿਹੜਾ ਮੋਨੋਕਲਚਰ ਆਉਣ ਦੇ ਨਾਲ ਅਸੀਂ ਜਿਹੜਾ ਧਰਾਤਲ ਪੱਧਰ ਦੇ ਉੱਤੇ ਗਰਾਊਂਡ ਲੈਵਲ ਦੇ ਉੱਪਰ ਸੋਇਲ ਨੂੰ ਬਿਲਕੁਲ ਖਰਾਬ ਕਰਤਾ। ਇੱਕ ਮੋਨੋਕਲਚਰ ਹੋਣ ਕਰਕੇ ਅਸੀਂ ਪਹਿਲਾਂ ਜਿਹੜਾ ਜੇ ਕਿਸੇ ਕਿਸਾਨ ਕੋਲੇ 5 ਏਕੜ ਜ਼ਮੀਨ ਸੀ, 1 ਏਕੜ ਦੇ ਵਿੱਚ ਉਹਦੇ ਨੀਵੀਂ ਜ਼ਮੀਨ ਸੀ, 2 ਏਕੜ ਉੱਪਰ ਸੀਗੀ, 2 ਟਿੱਬਾ ਬਣਿਆ ਹੋਇਆ ਸੀਗਾ, ਉਹਦਾ ਲੈਵਲ ਅਲੱਗ-ਅਲੱਗ ਸੀਗੇ। ਤਾਂ ਅਲੱਗ-ਅਲੱਗ ਤਰ੍ਹਾਂ ਦੀਆਂ ਫਸਲਾਂ ਹੋ ਜਾਂਦੀਆਂ ਸੀ। ਅਸੀਂ ਫਿਰ ਜਦੋਂ ਉਹ ਝੋਨਾ ਕਣਕ ਦੀ ਫਸਲ ਸ਼ੁਰੂ ਹੋ ਗਈ ਤਾਂ ਉਹ ਕਿਸਾਨ ਨੇ ਸਾਰੇ 5 ਏਕੜ ਆਪਣੀ ਜ਼ਮੀਨ ਇੱਕੋ ਥਾਲੀ ਵਰਗੀ ਬਣਾ ਲਈ, ਉਹ ਗੁਆਂਢੀ ਨੇ ਵੀ ਉਹੋ ਜਿਹੀ ਬਣਾ ਲਈ, ਤਾਂ ਹੁੰਦੇ ਹੋਏ ਸਾਰਾ ਪੰਜਾਬ ਇੱਕ ਥਾਲੀ ਵਰਗਾ ਬਣ ਗਿਆ। ਤਾਂ ਜਿਹੜਾ ਫਲੱਡ ਦੀ ਪ੍ਰੋਬਲਮ ਹੈਗੀ ਹੈ, ਇਹ ਵੀ ਉਸ ਮੋਨੋਕਲਚਰ ਦੀ ਦੇਣ ਹੈਗੀ ਹੈ। ਤਾਂ ਅਸੀਂ ਉਸ ਅਲਟਰਨੇਟਿਵ ਮਾਡਲ ਤੇ ਕੰਮ ਕਰਨਾ ਸ਼ੁਰੂ ਕੀਤਾ। ਤਾਂ ਇਸ ਮਾਡਲ ਦੇ ਵਿੱਚ ਅਲਟਰਨੇਟਿਵ ਮਾਡਲ ਦੇ ਵਿੱਚ ਜਿਹੜਾ ਹੈਗਾ ਮੋਨੋਕਲਚਰ ਕਦੇ ਵੀ ਨਹੀਂ ਹੋ ਸਕਦੀ। ਮੈਂ ਇੱਥੇ ਇਹ ਆਪਣੇ ਮਾਡਲ ਦੇ ਜਿਹੜਾ ਹੈਗਾ ਕੰਮ ਕਰਦਿਆਂ ਇਹ ਮੈਂ ਕਹਿਣਾ ਚਾਹੂੰਗਾ ਕਿ ਜਿਹੜਾ ਹੈਗਾ ਜੇ ਅਸੀਂ ਜ਼ੋਨਸ ਦੇ ਵਿੱਚ ਵੰਡ ਕੇ ਇਹਨੂੰ ਪੰਜਾਬ ਨੂੰ ਕੋਸ਼ਿਸ਼ ਕਰੀਏ ਕਿ ਜ਼ੋਨਸ ਦੇ ਵਿੱਚ ਵੰਡ ਕੇ ਇੱਕ ਇੱਕ ਫਸਲ ਨੂੰ ਐ ਡਿਵਾਈਡ ਕਰ ਲਾਂਗੇ, ਤਾਂ ਮੈਨੂੰ ਲੱਗਦਾ ਹੈਗਾ ਕਿ ਉਹ ਨਹੀਂ ਹੋ ਸਕਦਾ, ਉਹ ਪੋਸੀਬਲ ਨਹੀਂ ਹੈਗਾ। ਕਿਉਂਕਿ ਸਾਨੂੰ ਆਰਗੈਨਿਕ ਦੇ ਵਿੱਚ ਜਿਹੜਾ ਹੈਗਾ ਆਪਣਾ ਜ਼ਿਆਦਾ ਫਸਲਾਂ ਕਰਨੀਆਂ ਪੈਂਦੀਆਂ ਹੈਗੀਆਂ, ਮੋਨੋਕਲਚਰ ਅਸੀਂ ਕਰ ਹੀ ਨਹੀਂ ਸਕਦੇ। ਤਾਂ ਇਹਦੇ ਤੇ ਅਸੀਂ ਕੰਮ ਕਰਨਾ ਸ਼ੁਰੂ ਕੀਤਾ। ਤਾਂ ਮੇਰੇ ਕੋਲੇ ਫਾਰਮ ਦੇ ਵਿੱਚ ਟੋਟਲ ਮੇਰੀਆਂ ਫਸਲਾਂ ਰਾਊਂਡ ਦਾ ਈਅਰ 50 ਦੇ ਕਰੀਬ ਹੋ ਜਾਂਦੀਆਂ, ਦਾਲਾਂ ਸਬਜ਼ੀਆਂ ਸਾਰਾ ਕੁਝ ਮਿਲਾ ਕੇ। ਤਾਂ ਨਾਲ ਹੀ ਅਸੀਂ ਐਨੂਅਲਸ ਤੇ ਪੈਰੀਨੀਅਲਸ ਤੇ ਵੀ ਬਰਾਬਰ ਕੰਮ ਕੀਤਾ, ਕਿਉਂਕਿ ਜਦੋਂ ਅਸੀਂ ਐਗਰੀਕਲਚਰ ਦੇ ਅਲਟਰਨੇਟਿਵ ਮਾਡਲ ਦੀ ਗੱਲ ਕਰਦੇ ਹੈਗੇ ਤਾਂ ਸਿਰਫ ਕੱਲੀਆਂ ਫਸਲਾਂ ਨਹੀਂ ਹੈਗੀਆਂ, ਸਾਨੂੰ ਐਨੂਅਲਸ ਨਹੀਂ, ਸਾਨੂੰ ਨਾਲ ਪੈਰੀਨੀਅਲਸ ਤੇ ਵੀ ਜਾਣਾ ਪੈਣਾ। ਤਾਂ ਐਨੂਅਲਸ ਤੇ ਪੈਰੀਨੀਅਲਸ ਦੀ ਰੇਸ਼ੋ ਵੀ ਸਾਨੂੰ ਦੇਖਣੀ ਪੈਣੀ ਹੈਗੀ ਹੈ। ਤਾਂ ਨਾਲ ਹੀ ਅਸੀਂ ਪੈਰੀਨੀਅਲਸ ਦੇ ਉੱਤੇ ਵੀ ਕੰਮ ਕੀਤਾ ਹੈਗਾ। ਤਾਂ ਫਰੂਟ ਪਲਾਂਟਸ ਦੇ ਉੱਤੇ ਕਾਫੀ ਅੱਛਾ ਕੰਮ ਕੀਤਾ, ਤੇ ਮੇਰੇ ਖੇਤ ਦੇ ਵਿੱਚ ਟੋਟਲ 40 ਪਲੱਸ ਕਿਸਮ ਦਾ ਫਰੂਟਸ ਹੈਗੇ ਹੈ, ਜਿਨ੍ਹਾਂ ਦੇ ਵਿੱਚੋਂ 20 ਪਲੱਸ ਨੂੰ ਫਰੂਟਿੰਗ ਹੋ ਰਹੀ ਹੈ। ਅੰਬ ਬਹੁਤ ਵਧੀਆ ਹੋ ਰਿਹਾ ਹੈਗਾ, ਚੀਕੂ ਬਹੁਤ ਵਧੀਆ ਹੋ ਰਿਹਾ, 20 ਪਲੱਸ ਦੀ ਫਰੂਟਿੰਗ ਹੋ ਰਹੀ ਹੈ। ਟੋਟਲ 40 ਕਿਸਮ ਦਾ ਫਰੂਟ ਹੈ। ਤਾਂ ਅਸੀਂ ਪੰਜਾਬ ਦੇ ਉਸ ਖਿੱਤੇ, ਸਾਡਾ ਖਿੱਤਾ ਐਡਾ ਕਮਾਲ ਦਾ ਵਧੀਆ ਖਿੱਤਾ ਹੈ ਦੁਨੀਆ ਦੇ ਵਿੱਚੋਂ, ਜਿੱਥੇ ਇੰਨਾ ਕੁਝ ਹੋ ਸਕਦਾ ਹੈ। ਜਦੋਂ ਜਾ ਕੇ ਖੇਤ ਦੇਖਦੇ ਹਾਂ ਤਾਂ ਬੜੀ ਕੁਦਰਤ ਦਾ ਸ਼ੁਕਰਗੁਜ਼ਾਰ ਕਰਦੇ ਹੈਗੇ ਕਿ ਸਾਨੂੰ ਇਸ ਇਲਾਕਾ ਬਖਸ਼ਿਆ ਹੈਗਾ ਜਿੱਥੇ ਇੰਨਾ ਕੁਝ ਹੋ ਸਕਦਾ ਹੈ। ਸੋ ਮੈਂ ਇਹੀ ਕਹੂੰਗਾ, ਮੈਨੂੰ ਸਮਾਂ ਮੇਰਾ ਸੀਮਤ ਹੈਗਾ, ਕਿ ਜਿਹੜਾ ਹੈਗਾ ਇੱਕ ਤਾਂ ਇਹ ਇੱਕ ਬਣਿਆ ਹੋਇਆ ਹੈਗਾ ਇਹ ਵਹਿਮ ਕਿ ਆਰਗੈਨਿਕ ਦੇ ਵਿੱਚ ਯੀਲਡ ਘੱਟ ਹੁੰਦੀ ਹੈ। ਯੀਲਡ ਨਹੀਂ ਘਟਦੀ ਹੈ ਜੇ ਅਸੀਂ ਇਹਦੇ ਪੂਰੇ ਪ੍ਰਿੰਸੀਪਲਸ ਨੂੰ ਫੋਲੋ ਕਰਦੇ ਹੈਗੇ ਆ, ਡਾਇਵਰਸਿਟੀ ਤੇ ਕੰਮ ਕਰਦੇ ਹੈਗੇ ਆ, ਕਿਉਂਕਿ ਅਲਟਰਨੇਟਿਵ ਮਾਡਲ ਤੇ ਆਰਗੈਨਿਕ ਫਾਰਮਿੰਗ ਦੇ ਉੱਤੇ ਕੰਮ ਨਹੀਂ ਹੋਇਆ। ਇਹਦੇ ਤੇ ਕੰਮ ਨਾ ਹੋਣੇ ਕਰਕੇ ਇਹ ਬਹੁਤ ਔਖੀ ਲੱਗਦੀ ਹੈ, ਲੇਬਰ ਇੰਟੈਂਸਿਵ ਲੱਗ ਰਹੀ ਹੈਗੀ ਹੈ। ਤਾਂ ਜਦੋਂ ਅਸੀਂ ਆਇਆ ਸੀ ਮੈਂ ਇਸ ਫੀਲਡ ਦੇ ਵਿੱਚ, ਤੇ ਹੁਣ ਤੱਕ ਅਸੀਂ ਇਹਨੂੰ ਬੜਾ ਸੌਖਾ ਕੀਤਾ, ਇਹਨੂੰ ਮੈਕਨਾਈਜ਼ ਕੀਤਾ ਹੈਗਾ। ਇਹਦੀ ਮੈਕਨਾਈਜੇਸ਼ਨ ਤੇ ਕੰਮ ਨਹੀਂ ਹੋਇਆ ਆਰਗੈਨਿਕ ਫਾਰਮਿੰਗ ਤੇ। ਸੋ ਆਰਗੈਨਿਕ ਫਾਰਮਿੰਗ ਤੇ ਕੰਮ ਹੋਣ ਦੀ ਲੋੜ ਹੈਗੀ ਹੈ, ਤੇ ਇਹਦੇ ਵਿੱਚ ਯੀਲਡ ਬਰਾਬਰ ਪਹੁੰਚਿਆ ਜਾ ਸਕਦਾ ਹੈ, ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈਗਾ।
पर सानू बायोडाइवर्सिटी ते काम करना पैना है। सानू ये नहीं हैगा कि एक फसल असी लै लईए कि असी इस खिते दे विच साडे मुक्तसर दे विच कह दईए कि इत्थे मक्की ला लांगे, ये नहीं होना। सानू ज़्यादा फसलां लगणियां पैणियां, ज़्यादा फसलां सानू ਜਿਹੜੀਆਂ ਹੈਗੀਆਂ ਉਹ ਕਰਨੀਆਂ ही पैणियां। सो मेरा समा सीमित है, मैं धन्नवाद करदा जी अपना। बहुत धन्यवाद। मैं गल कहां जी सिद्धू साहब, ਗਿੱਲ ਸਾਹਿਬ ਵੀ ਸ਼ਾਇਦ ਪਹਿਲੀ ਵਾਰੀ ਦੇਖ ਰਹੇ ਹੋਣਗੇ ਕਮਲਜੀਤ ਹੇਰ ਨੂੰ। ਜਿਸ ਤਰ੍ਹਾਂ ਮਾਡਲ ਖੜਾ ਕੀਤਾ, ਮੈਨੂੰ ਲੱਗਦਾ ਕਿ ਉਹ ਪੰਜਾਬ ਦੇ ਖੇਤਾਂ ਦਾ ਇੱਕ ਬਹੁਤ ਅਹਿਮ ਕਾਮਯਾਬ ਮਾਡਲ ਹੈ, ਉਹਨੂੰ ਦੇਖਣਾ ਚਾਹੀਦਾ ਹੈ। ਔਰ ਐਸੇ ਜਿਹੇ ਕਿਸਾਨ ਜਿਹੜੇ ਨੇ, ਇੱਥੇ ਮਾਰਕੀਟਿੰਗ ਦੀ ਗੱਲ ਜਿਹੜੀ ਕਹੀ ਹੈ ਗਿੱਲ ਸਾਹਿਬ ਨੇ ਕਿ ਬਈ ਵਿਕੇਗਾ ਕਿਵੇਂ, ਕਮਲਜੀਤ ਹੇਰ ਦਾ ਸਮਾਨ ਬਚਦਾ ਹੀ ਨਹੀਂ, ਉਹਦੇ ਸਾਰਾ ਸਮਾਨ ਲੋਕੀ ਹੱਥੋਂ ਹੱਥ ਲੈ ਜਾਂਦੇ ਆ। ਔਰ ਕਮਲਜੀਤ ਹੇਰ ਆਪਣਾ ਸਮਾਨ ਹੀ ਨਹੀਂ ਵੇਚਦਾ, ਜਿਹੜੇ ਦੂਜੇ ਆਰਗੈਨਿਕ ਫਾਰਮਰ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ, ਮੁਕਤਸਰ ਜ਼ਿਲ੍ਹੇ ਦੇ, ਫਾਜ਼ਿਲਕਾ ਦੇ, ਉਹਨਾਂ ਦਾ ਸਮਾਨ ਵੀ ਇਹਦੇ ਕੋਲ ਪਹੁੰਚਦਾ ਹੈ। ਔਰ ਇਹ ਫਾਰਮ ਤੋਂ ਵਿਕਦਾ ਹੈ, ਫਾਰਮ ਤੋਂ ਵਿਕਦਾ ਹੈ। ਹਾਂਜੀ, ਫਾਰਮ ਤੋਂ ਹੀ ਵਿਕ ਰਿਹਾ ਹੈ, ਫਾਰਮ ਤੋਂ ਵਿਕ ਰਿਹਾ, ਫਾਰਮ ਤੇ ਵਿਕਦਾ ਹੈ। ਔਰ ਇਹਦੀ ਰੋਜ਼ ਦੀ ਜਿਹੜੀ ਸੇਲ ਹੈ ਉਹ ਲਗਭਗ 5 ਤੋਂ ਲੈ ਕੇ 10,000 ਰੁਪਏ ਡੇਲੀ ਦੀ ਸੇਲ ਹੈ, ਤੁਸੀਂ ਅੰਦਾਜ਼ ਲਗਾ ਸਕਦੇ ਹੋ। ਔਰ ਇਹਨੇ ਰੋਜ਼ਗਾਰ ਵੀ ਪੈਦਾ ਕੀਤਾ, ਉੱਥੇ ਪਿੰਡ ਦੇ ਵਿੱਚ ਰੋਜ਼ਗਾਰ ਵੀ ਖੜਾ ਕੀਤਾ ਹੈਗਾ। मैं बस एक टिप्पणी कर दूंगा कि भाई इन्होंने अच्छी कहा कि कमलजीत हेर ने कहता कुदरती खेती ऑर्गेनिक फार्मिंग मतलब फार्मिंग विद डाइवर्सिटी, इस करके वो जरा जोन वाली कल्पना हैगी है, ਉਹਨੂੰ ਆਪਾਂ ਨੂੰ ਅਲੱਗ ਢੰਗ ਨਾਲ ਲੈਣਾ ਪਏਗਾ। ਐਨੀ ਹਾਓ ਮੈਂ ਹੁਣ ਇੱਕ ਦੂਜੇ ਐਕਸਪਰਟ ਵੱਲ ਜਾਵਾਂਗਾ, ਰਣਜੀਤ ਸਿੰਘ ਘੁੰਮਣ ਜੀ ਵੱਲ। ਮੈਂ ਡਾਕਟਰ ਘੁੰਮਣ ਨੂੰ ਬੇਨਤੀ ਕਰਾਂਗਾ। ਧੰਨਵਾਦ ਉਮਿੰਦਰ ਜੀ, ਮੇਰੇ ਵੱਲੋਂ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ। ਔਰ ਸਿੱਧੂ ਸਾਹਿਬ ਲਈ ਐਪਰੀਸ਼ੀਏਸ਼ਨ, ਜਿਨ੍ਹਾਂ ਨੇ ਇਹ ਅੱਜ ਇਸ ਵਿਸ਼ੇ ਤੇ ਜਿਹੜਾ ਕਿ ਬਹੁਤ ਹੀ ਅਹਿਮ ਹੈ, ਸੀ, ਅੱਜ ਵੀ ਹੈ ਤੇ ਕੱਲ ਵੀ ਰਹੇਗਾ, ਉਸ ਤੇ ਇੱਕ ਵਿਚਾਰ ਚਰਚਾ ਜਿਹੜੀ ਹੈ ਉਹ ਸ਼ੁਰੂ ਕੀਤੀ ਹੈ। ਭਾਵੇਂ ਇਹ ਵਿਚਾਰ ਚਰਚਾ ਪਹਿਲੀ ਨਹੀਂ ਹੈ ਤੇ ਨਾ ਹੀ ਆਖਰੀ ਹੋਵੇਗੀ, ਪਰ ਸਿੱਧੂ ਸਾਹਿਬ ਵੱਲੋਂ ਇਹ ਆਯੋਜਿਤ ਹੋਣੀ ਇਹ ਇੰਪੋਰਟੈਂਟ ਹੈ। ਸਿੱਧੂ ਸਾਹਿਬ, ਤੁਹਾਨੂੰ ਯਾਦ ਹੋਏਗਾ ਕਿ ਪ੍ਰੋਗਰਾਮ ਜਦ ਪ੍ਰਿੰਟ ਵਾਲਿਆਂ ਨੇ ਕੀਤਾ ਸੀ ਚੰਡੀਗੜ੍ਹ ਦੇ ਵਿੱਚ ਇੱਕ ਆਲੀਸ਼ਾਨ ਹੋਟਲ ਦੇ ਵਿੱਚ, ਤੇ ਉੱਥੇ ਤੁਸੀਂ ਬੜੀ ਬੇਬਾਕੀ ਨਾਲ ਬੋਲੇ ਸੀ ਤੇ ਮੈਂ ਤੁਹਾਨੂੰ ਸਵਾਲ ਪੁੱਛਿਆ ਸੀ ਕਿ ਸਿੱਧੂ ਸਾਹਿਬ ਇਹ ਦੱਸੋ ਕਿਹੜੀ ਚੀਜ਼ ਆ ਪੰਜਾਬ ਦੇ ਬਾਰੇ ਚਿੰਤਾ ਜਿਹੜੀ ਤੁਹਾਨੂੰ ਸੌਣ ਨਹੀਂ ਦਿੰਦੀ ਰਾਤ ਨੂੰ, ਤੇ ਮੈਨੂੰ ਲੱਗਦਾ ਕਿ ਅੱਜ ਉਹ ਬਾਖੂਬੀ ਪ੍ਰਗਟ ਹੋਈ ਹੈ ਕਿ ਚਿੰਤਾ ਕੀ ਹੈ। ਇਹ ਠੀਕ ਹੈ ਕਿ ਕਿਸਾਨੀ ਤੇ ਕਿਸਾਨੀ ਨਾਲ ਜੁੜਿਆ ਸਾਰਾ ਜਿਹੜਾ ਪਰਿਵਾਰ ਹੈ ਉਹ ਇਸ ਵੇਲੇ ਜਿਹੜਾ ਹੈ ਉਹ ਪੂਰਾ ਆਪਣਾ ਸੰਕਟ 'ਚ ਹੈ। ਇਸ ਵੇਲੇ ਹੀ ਨਹੀਂ, ਮੈਂ ਤੇ ਗਿੱਲ ਸਾਹਿਬ ਜਦੋਂ ਯੂਰੋਗਵੇ ਰਾਊਂਡ 8ਵਾਂ ਸ਼ੁਰੂ ਹੋਇਆ ਸੀ ਤੇ ਡੰਕਲ ਪ੍ਰਪੋਜ਼ਲ ਆਈ, ਬਹੁਤ ਅਨੇਕਾਂ ਹੀ ਭਾਸ਼ਣ ਕੀਤੇ, ਪੜ੍ਹੇ, ਲਿਖਿਆ, ਪਰ ਨਾਲ ਇਹ ਵੀ ਸੀ ਕਿ ਜਿਹੜਾ ਪੰਜਾਬ ਦਾ ਖੇਤੀ ਸੰਕਟ ਹੈ ਇਹ ਇਕੱਲਾ WTO ਨਾਲ ਨਹੀਂ ਜੁੜਿਆ। ਅੱਜ ਹੀ ਉਸੇ ਤਰ੍ਹਾਂ ਜਿਹੜਾ ਅੱਜ ਸਿਰਫ ਉਹਨਾਂ ਦੇ ਖੇਤ ਮਜ਼ਦੂਰਾਂ ਤੇ ਕਿਸਾਨਾਂ ਦੇ ਜਿਹੜੀ 18,000 ਤੋਂ ਉੱਪਰ ਸੁਸਾਈਡ ਕਰ ਚੁੱਕੇ ਨੇ ਛੋਟੀ ਸਟੇਟ 'ਚ, ਆਪਣੇ ਆਪ 'ਚ ਵੱਡਾ ਇੰਡੀਕੇਟਰ ਹੈ। ਦੂਜੀ ਗੱਲ ਜਿਹੜੀ ਮੈਂ ਕਹਿਣੀ ਹੈ ਕਿ ਇਹਨਾਂ ਜਿਹੜੇ ਕਾਨੂੰਨ ਨੇ ਇਹ ਇੱਕ ਟ੍ਰਿਗਰ ਪੁਆਇੰਟ ਆ, ਲਾਸਟ ਸਟ੍ਰਾ ਔਨ ਦਾ ਕੈਮਲ ਹੈ, ਜਿਹਨੇ ਕਿਸਾਨੀ ਨੂੰ ਧੱਕ ਕੇ ਤੇ ਕਿਸਾਨੀ ਨਾਲ ਜੁੜੇ ਹੋਰ ਲੋਕਾਂ ਨੂੰ ਧੱਕ ਕੇ ਕੰਧ ਨਾਲ ਲਾ ਦਿੱਤਾ ਤੇ ਉਹ ਆਪਣੇ ਸਰਵਾਈਵਲ ਲਈ ਇਹ ਲੜਾਈ ਲੜ ਰਹੇ ਨੇ। ਤੀਜੀ ਗੱਲ ਜਿਹੜੀ ਮੈਨੂੰ ਲੱਗਦਾ ਕਿ ਸ਼ਾਇਦ ਆਪਾਂ ਸਾਰਾ ਹੀ ਹੱਲ ਖੇਤੀ ਜਾਂ ਖੇਤੀ ਨਾਲ ਜੁੜੇ ਹੋਰ ਧੰਦਿਆਂ ਚੋਂ ਕੱਢ ਰਹੇ। ਔਨ ਰਿਐਲਿਟੀ ਇਹ ਹੈ ਕਿ ਹਿੰਦੁਸਤਾਨ ਦੇ ਲੈਵਲ ਤੇ ਜਿਹੜਾ 50% ਵਰਕ ਫੋਰਸ ਹੈ। ਪੰਜਾਬ ਦੀ ਗੱਲ ਕਰੀਏ ਤਾਂ ਉਹ 25-26% ਐਗਰੀਕਲਚਰ ਤੋਂ ਡੇਅਰੀ ਸਮੇਤ, ਤਾਂ ਇਹਨੇ 35% ਜਿਹੜੇ 2011 ਦੇ ਅੰਕੜੇ ਦੱਸਦੇ ਨੇ, ਤੇ ਹੁਣ ਜਿਹੜਾ ਪੰਜਾਬ ਗਵਰਨਮੈਂਟ ਦਾ ਇਕਨੋਮਿਕ ਸਰਵੇ 2019 ਦਾ ਹੈ ਉਹ ਤਾਂ ਹੋਰ ਵੀ ਕਹਿੰਦਾ 26% ਹੀ ਵਰਕ ਫੋਰਸ ਐਗਰੀਕਲਚਰ 'ਚ ਰਹਿ ਗਈ ਹੈ। ਦੇਖੋ ਇਹ ਸਾਰੀਆਂ ਗਰਾਊਂਡ ਰਿਐਲਿਟੀਜ਼ ਨੇ। ਸੋ ਮੈਨੂੰ ਪਰਸਨਲੀ ਇਹ ਲੱਗਦਾ ਹੈ ਕਿ ਖੇਤੀ ਦਾ ਸੰਕਟ ਇਕੱਲਾ ਖੇਤੀ ਵਿੱਚ ਹੱਲ ਨਹੀਂ ਹੋਣਾ, ਤੇ ਖੇਤੀ ਦਾ ਸੰਕਟ ਜਿਹੜੀਆਂ ਫੋਰਸਿਸ ਨੇ ਕ੍ਰੀਏਟ ਕੀਤਾ ਹੈ ਉਹਨਾਂ ਫੋਰਸਿਸ ਤੋਂ ਅਸੀਂ ਉਮੀਦ ਕਰ ਰਹੇ ਹਾਂ ਕਿ ਉਹ ਸੰਕਟ ਹੱਲ ਕਰਨਗੇ। ਸ਼ਾਇਦ ਇਹ ਸਰਕਾਰ ਤੋਂ ਕੁਝ ਜ਼ਿਆਦਾ ਉਮੀਦ ਕਰਨ ਵਾਲੀ ਗੱਲ ਹੈ, ਤੇ ਸਰਕਾਰਾਂ
ਸਿੱਧੂ ਸਾਹਿਬ ਨੂੰ ਵੀ ਪਤਾ, ਸਾਰੇ ਦੋਸਤ ਜਿਹੜੇ ਇੱਥੇ ਬੈਠੇ ਨੇ ਉਹ ਆਪਣੇ ਆਪ 'ਚ ਨਹੀਂ ਹਿਲਦੀਆਂ, ਤੇ ਇਹ ਵੀ ਸਾਰਿਆਂ ਨੂੰ ਪਤਾ ਹੈ ਕਿ ਸਰਕਾਰਾਂ ਕਿਹਦੇ ਲਈ ਕੰਮ ਕਰਦੀਆਂ। ਸਟੇਟ ਜਿਹੜਾ ਸੈਕਸ਼ਨ ਉਹਨਾਂ ਨੂੰ ਗੱਦੀ ਤੇ ਬਿਠਾਉਂਦਾ ਹੈ, ਜਿਹੜਾ ਸੈਕਸ਼ਨ ਉਹਨਾਂ ਦੀ ਇਲੈਕਸ਼ਨ ਨੂੰ ਫੰਡ ਕਰਦਾ ਹੈ, ਉਹ ਉਹਨਾਂ ਦੀ ਇਨਵੈਸਟਮੈਂਟ ਹੈ। ਔਰ ਇਸ ਕਰਕੇ ਸਟੇਟ ਨੂੰ ਸਿੱਧਿਆਂ ਕਰਨ ਲਈ, ਖੇਤ ਰਾਹੀਂ ਤੋਰਨ ਲਈ ਇੱਕ ਸੋਸ਼ਲ ਮੂਵਮੈਂਟਸ ਦੀਆਂ ਲੋੜ ਹੁੰਦੀਆਂ ਨੇ, ਪੋਲੀਟੀਕਲ ਮੂਵਮੈਂਟਸ ਦੀਆਂ ਲੋੜ ਹੁੰਦੀਆਂ ਨੇ। ਜਿੱਥੋਂ ਤੱਕ ਸਿੱਧੂ ਸਾਹਿਬ ਨੇ, ਗਿੱਲ ਸਾਹਿਬ ਨੇ ਗੱਲ ਕੀਤੀ ਹੈ ਸਟੇਟ ਆਟੋਨਮੀ ਦੀ, ਮੈਨੂੰ ਬਹੁਤ ਅਫਸੋਸ ਹੈ ਕਿ ਅੱਜ ਤੱਕ ਪਹਿਲਾਂ GST ਨੇ ਸਟੇਟਾਂ ਦੀ ਜਿਹੜੀ ਰੈਵਨਿਊ ਆਟੋਨਮੀ ਹੈ, ਫਾਈਨੈਂਸ਼ੀਅਲ ਆਟੋਨਮੀ, ਉਹ ਖੋਲੀ। ਮੈਨੂੰ ਸਮਝ ਨਹੀਂ ਆਉਂਦੀ ਕਿ ਕਿਹੜੇ ਵੇਲੇ ਕਿਸ ਸਮਝ ਤੋਂ ਸਟੇਟਾਂ ਨੇ GST ਤੇ ਸਾਈਨ ਕਰ ਦਿੱਤੇ। ਅੱਜ ਜਿਹੜੇ ਖੋਲੀ, ਫਾਈਨੈਂਸ਼ੀਅਲ ਆਟੋਨਮੀ ਖੋਲੀ, ਤੇ ਬਾਕੀ ਆਟੋਨਮੀ ਕਿਹੜੀ ਰਹਿ ਗਈ? ਮੈਨੂੰ ਅਫਸੋਸ ਇਹ ਹੈ ਕਿ ਕਿਸੇ ਵੀ ਪੋਲੀਟੀਕਲ ਪਾਰਟੀ ਨੇ, ਨਾ ਸਮੁੱਚੀ ਆਪੋਜੀਸ਼ਨ ਨੇ, ਜਿਸ ਲੈਵਲ ਤੇ ਇਸ ਨੂੰ ਮੁੱਦਾ ਬਣਾਉਣਾ ਚਾਹੀਦਾ ਸੀ ਉਹ ਨਹੀਂ ਬਣਿਆ। ਇਹ ਬੜੇ ਦੁਖਾਂ ਦੀ ਗੱਲ ਹੈ। ਪਤਾ ਨਹੀਂ ਇਹ ਪੋਲੀਟੀਕਲ ਪਾਰਟੀਆਂ 'ਚ ਇਨਰਸ਼ੀਆ ਕਿਉਂ ਹੈ। ਇਹ ਤਾਂ ਇੰਡੀਆ ਲੈਵਲ ਦੀ ਗੱਲ ਹੈ। ਦੂਜੇ, ਮੈਂ ਜਦੋਂ ਪੰਜਾਬ ਦੀ ਗੱਲ ਕਰਦਾ ਤਾਂ ਪੰਜਾਬ ਦਾ ਜਿਹੜਾ ਨਾ, ਸਾਨੂੰ ਸਾਰਿਆਂ ਨੂੰ ਸਵਾਲ ਇਹ ਪੁੱਛਣਾ ਚਾਹੀਦਾ ਹੈ ਕਿ ਵਟ ਇਜ਼ ਪੰਜਾਬ? ਪੰਜਾਬ ਨੂੰ ਬਿਮਾਰੀ ਕੀ ਹੈ? ਪੰਜਾਬ ਮੂਰਛਤ ਹੈ? ਪੰਜਾਬ ਨੂੰ ਮੁੜ ਸੁਰਜੀਤ ਕਿਵੇਂ ਕੀਤਾ ਜਾ ਸਕਦਾ? ਮੈਨੂੰ ਲੱਗਦਾ ਕਿ ਇਹ ਸਵਾਲ ਪੁੱਛਣਾ ਚਾਹੀਦਾ, ਤੇ ਜੇ ਇਸ ਸਵਾਲ ਦਾ ਜਵਾਬ ਲੱਭ ਗਿਆ ਤਾਂ ਮੁੜ ਸੁਰਜੀਤ ਜਿਹੜਾ ਪੰਜਾਬ ਜਦੋਂ ਹੋਊਗਾ ਤਾਂ ਖੇਤੀ ਇੱਕ ਵੱਡਾ ਰੋਲ ਪਲੇ ਕਰੇਗੀ ਔਰ ਖੇਤੀ ਮੁੜ ਸੁਰਜੀਤ ਹੋਏਗੀ। ਜਿਹੜਾ ਜਦੋਂ ਆਪਾਂ ਵਟ ਇਜ਼ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਇਕਨੋਮੀ ਦੀ ਗੱਲ ਕਰਦੇ ਹਾਂ, ਜਿਹਦੇ ਵਿੱਚ ਖੇਤੀ ਵੀ ਆ ਜਾਂਦੀ ਹੈ, ਉਦਯੋਗ ਵੀ ਆ ਜਾਂਦਾ, ਛੋਟੀਆਂ ਸਨਅਤਾਂ ਵੀ ਆ ਜਾਂਦੀਆਂ ਨੇ, ਉਹ ਸਾਰੇ ਲੋਕ ਆ ਜਾਂਦੇ, ਮਜ਼ਦੂਰ ਵੀ ਆ ਜਾਂਦੇ। ਜਦੋਂ ਆਪਾਂ ਪੰਜਾਬ ਦੇ ਸੰਕਟ ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਪੰਜਾਬ ਦੀ ਸਿਆਸਤ ਵੀ ਆ ਜਾਂਦੀ ਹੈ। ਜਦੋਂ ਸੁਸਾਇਟੀ ਦੀ ਗੱਲ ਕਰਦੇ ਹਾਂ ਤੇ ਸਮਾਜ ਤੇ ਸੱਭਿਆਚਾਰ ਆ ਜਾਂਦਾ ਹੈ। ਅੱਜ ਸਮਾਜ, ਸੱਭਿਆਚਾਰ, ਸਿਆਸਤ ਸਾਰੇ ਮਾਨਸਿਕ ਰੋਗ ਨਾਲ ਗ੍ਰਹਿਣੇ ਹੋਏ ਨੇ। ਸੋ ਮੈਂ ਇਹ ਮਤਲਬ, ਮੇਰਾ ਬੇਸ਼ੱਕ ਕਿਸੇ ਨੂੰ ਚੰਗਾ ਲੱਗੇ, ਕਿਸੇ ਨੂੰ ਨਾ ਚੰਗਾ ਲੱਗੇ, ਮੈਂ ਇਸ ਗੱਲ ਤੋਂ ਬਹੁਤ ਪੇਨ ਮਹਿਸੂਸ ਕਰ ਰਿਹਾ ਕਿ ਉਹੀ ਪਾਰਟੀਆਂ, ਉਹੀ ਸਟੇਟਾਂ ਜਿਹੜੀਆਂ ਆਟੋਨਮੀ ਦਾ ਝੰਡਾ ਬਰਦਾਰ ਸਨ, ਉਹ ਸਾਰਾ ਭੁੱਲ ਗਈਆਂ ਨੇ। ਇੱਕ ਤਾਂ ਮੈਂ ਇਹ ਗੱਲ ਕਹਿਣੀ ਹੈ। ਦੂਜੀ ਗੱਲ ਜਿਹੜੀ ਹੈ, ਗ੍ਰੀਨ ਰੈਵੋਲੂਸ਼ਨ ਨੇ ਇਹ ਸਾਰਾ ਕੰਮ ਕੀਤਾ ਹੈ। ਜਿਹੜੀ ਖੇਤੀ ਦੀ ਗੱਲ ਸਿੱਧੂ ਸਾਹਿਬ ਜਾਂ ਗਿੱਲ ਸਾਹਿਬ ਜਾਂ ਅਮਰਿੰਦਰ ਜੀ ਕਰ ਰਹੇ ਸੀ ਕਿ ਆਰਗੈਨਿਕ ਖੇਤੀ, ਇਹ ਗ੍ਰੀਨ ਰੈਵੋਲੂਸ਼ਨ ਪਹਿਲਾਂ ਤਾਂ ਹੈ ਹੀ ਆਰਗੈਨਿਕ ਖੇਤੀ ਸੀ। ਗੱਡਿਆਂ ਦੇ ਗੱਡੇ ਰੂੜੀ ਪਾਉਂਦੇ ਹੁੰਦੇ ਸੀ ਅਸੀਂ, ਤੇ ਵਿਭਿੰਨਤਾ ਵੀ ਸੀ। ਸੋ ਇਹ ਖੇਤੀ ਦੇ ਇਸ ਮਾਡਲ ਨੇ ਖਾ ਲਈ ਹੈ। ਔਰ ਖੇਤੀ ਦਾ ਇਹ ਮਾਡਲ ਜਿਹੜਾ ਹੈ, ਜਦੋਂ ਉਹਨਾਂ ਦਾ ਮਨ ਅੱਕ ਗਿਆ 2010 ਪਹਿਲੀ ਵਾਰ ਜਿਹੜਾ ਹੈ, ਉਸ ਵੇਲੇ ਦੇ ਖੇਤੀ ਮੰਤਰੀ ਸ਼ਰਦ ਪਵਾਰ ਜੀ ਚੰਡੀਗੜ੍ਹ ਜਾ ਕੇ ਕਹਿ ਰਹੇ ਨੇ ਕਿ ਸਾਨੂੰ ਤੁਹਾਡੇ ਕਣਕ ਝੋਨੇ ਦੀ ਲੋੜ ਨਹੀਂ, ਹੁਣ ਆਪਣਾ ਖਿਆਲ ਆਪ ਰੱਖੋ। 2017 ਚ ਡਾਕਟਰ ਰਾਜੀਵ ਕੁਮਾਰ ਜਿਹੜੇ ਕਿ ਨੀਤੀ ਆਯੋਗ ਦੇ ਵਾਈਸ ਚੇਅਰਮੈਨ ਨੇ, ਉਹ ਇਸ ਮੌਜੂਦਾ ਜਿਹੜੇ ਸਾਡੇ CM ਨੇ ਤੇ FM ਨੇ, ਉਹਨਾਂ ਨੂੰ ਆ ਕੇ, ਔਰ CM ਤੇ FM ਉਹਨਾਂ ਸਾਹਮਣੇ ਐ ਬੈਠੇ ਨੇ, ਅਖਬਾਰ 'ਚ ਫੋਟੋ ਲੱਗੀ ਹੋਈ ਆ ਤੇ ਉਹ ਐ ਬੈਠਾ ਹੋਇਆ ਤੇ ਕਹਿ ਰਿਹਾ, ਇਹਨਾਂ ਨੇ ਤਾਂ ਪਲੇਡ ਕੀਤਾ ਕਿ ਸਾਡੀ ਭਾਈ ਫੂਡ ਸਿਕਿਉਰਿਟੀ ਅਸੀਂ ਤੁਹਾਨੂੰ ਦੇ ਰਹੇ ਹਾਂ, ਖਿਆਲ ਰੱਖੋ। ਪਰ ਉਹ ਕਹਿ ਰਿਹਾ ਤੁਸੀਂ ਆਪਣਾ ਆਪੇ ਖਿਆਲ ਰੱਖੋ। ਮੈਂ ਹਫਤਾ ਵੇਟ ਕਰਦਾ ਰਿਹਾ, ਕਿਸੇ ਨੇ ਕੁਝ ਲਿਖਿਆ ਨਹੀਂ। ਮੈਂ ਫਿਰ ਅਖਬਾਰ 'ਚ ਲਿਖਿਆ, ਟ੍ਰਿਬਿਊਨ ਨੇ, ਸਾਇੰਸ ਟ੍ਰਿਬਿਊਨ ਜਿਹਨੇ ਕੈਰੀ ਕੀਤਾ, ਔਰ ਉਹਦਾ ਸ਼ੀਰਸ਼ਕ ਇਹ ਸੀ ਕਿ ਮਤਲਬ ਨਿਕਲ ਗਿਆ ਤੋਂ ਪਹਿਚਾਨ ਤੇ ਨਹੀਂ। ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਜਿਹੜੀਆਂ ਪਾਲਿਸੀਜ਼ ਨੇ, ਇਸੇ ਕਰਕੇ ਜਿਹੜੀ ਗਿੱਲ ਸਾਹਿਬ ਐਗਰੀ ਪਾਲਿਸੀ ਦੀ ਗੱਲ ਕਰ ਰਹੇ ਸੀ, ਐਗਰੀ ਪ੍ਰਾਈਸਿਸ ਦੀ ਗੱਲ ਕਰ ਰਹੇ ਸੀ, ਉਹ ਇੰਪੋਰਟੈਂਟ ਹੈ। ਪਰ ਅੱਜ ਉਹ ਜਿਨ੍ਹਾਂ ਲੋਕਾਂ ਨੇ, ਜਿਹੜੀ ਸਰਕਾਰ ਨੇ, ਕੇਂਦਰ ਸਰਕਾਰ ਨੇ ਫੂਡ ਸਿਕਿਉਰਿਟੀ ਕਾਇਮ ਰੱਖਣ ਲਈ, PL 480 ਤੋਂ ਬਚਣ ਲਈ, ਭੁੱਖਮਰੀ ਤੋਂ ਬਚਣ ਲਈ ਜਿਹੜੀਆਂ ਪਾਲਿਸੀਜ਼ ਲਿਆਂਦੀਆਂ, ਉਹ ਪਾਲਿਸੀਜ਼ ਗ੍ਰੀਨ ਰੈਵੋਲੂਸ਼ਨ ਦਾ ਕਾਰਨ ਬਣੀਆਂ। ਭਾਵੇਂ ਉਹਦੇ ਵਿੱਚ ਪ੍ਰਾਈਸ ਪਾਲਿਸੀ ਹੈ, ਭਾਵੇਂ ਪ੍ਰੋਕਿਉਰਮੈਂਟ ਹੈ, ਭਾਵੇਂ ਜੋ ਮਰਜ਼ੀ ਹੈ, ਭਾਵੇਂ ਹਾਈ ਯੀਲਡਿੰਗ ਵੈਰਾਈਟੀ ਸੀਡ ਹੈ, ਭਾਵੇਂ R&D ਹੈ, ਭਾਵੇਂ ਕੁਛ ਵੀ ਹੈ। ਔਰ ਅੱਜ ਜਦੋਂ ਇਹਨਾਂ ਕੋਲ ਭੰਡਾਰ ਹੋ ਗਏ, ਸੋ ਕਾਲਡ ਸਰਪਲਸ ਭੰਡਾਰ, ਜਿਵੇਂ ਗਿੱਲ ਸਾਹਿਬ ਨੇ ਗੱਲ ਕੀਤੀ ਹੈ, ਜੇ ਤੁਸੀਂ ਪੂਰਾ ਉਹਨਾਂ ਨੂੰ ਨਿਊਟ੍ਰੀਸ਼ਨ ਦਿਓ ਤੇ ਸਰਪਲਸ ਭੰਡਾਰ ਵੀ ਜਿਹੜੇ ਆ ਉਹ ਨਹੀਂ ਰਹਿਣੇ, ਪਰ ਮੰਨ ਲਓ ਹੈਗੇ ਨੇ। ਤਾਂ ਅੱਜ ਸਾਨੂੰ ਕਹਿ ਰਹੇ ਆ ਕਿ ਪੰਜਾਬ ਦਾ ਕਿਸਾਨ ਜਾਂ ਹਰਿਆਣਾ ਦਾ ਕਿਸਾਨ ਜਾਂ ਵੈਸਟਰਨ UP ਦਾ ਕਿਸਾਨ ਆਪ ਡਾਇਵਰਸਿਫਿਕੇਸ਼ਨ ਕਰੇ ਜਾਂ ਉੱਥੋਂ ਦੀਆਂ ਸਰਕਾਰਾਂ ਭਾਈ ਭਲੇ ਮਾਨਸੋ, ਜਦੋਂ ਤੁਸੀਂ ਝੋਨਾ ਡਿਵੈਲਪ ਕਰਾਇਆ ਸੀ
ਇੱਥੋਂ ਦੀਆਂ ਸਰਕਾਰਾਂ ਨੇ ਕੀਤਾ, ਕਿਸਾਨਾਂ ਨੇ ਕੀਤਾ। ਕਿਸਾਨ ਦੀ ਕੋਈ ਪੱਗ ਵੱਟੀ ਹੈ ਪੰਜਾਬ ਦੇ ਕਿਸਾਨ ਦੀ ਜਾਂ ਹਰਿਆਣੇ ਦੇ ਕਿਸਾਨ ਦੀ ਝੋਨੇ ਨਾਲ? ਇਹ ਕਿਸ ਕਿਸਮ ਦਾ ਵਰਤਾਰਾ ਤੁਸੀਂ ਕਰ ਰਹੇ ਹੋ? ਅੱਜ ਤੁਸੀਂ ਜੇ ਚਾਹੁੰਦੇ ਹੋ ਕਿ ਡਾਇਵਰਸੀਫਿਕੇਸ਼ਨ ਹੋਵੇ, ਜੇ ਚਾਹੁੰਦੇ ਹੋ ਕਿ ਹੋਰ ਫਸਲਾਂ ਜਿਹੜੀਆਂ ਉਹ ਪ੍ਰਫੁੱਲਤ ਹੋਣ, ਤਾਂ ਕੱਲਾ ਕਿਸਾਨ ਜਾਂ ਕੱਲੀ ਕੇਂਦਰ ਸਰਕਾਰ ਨਹੀਂ ਕਰ ਸਕਦੀ, ਕੱਲੀ ਰਾਜ ਸਰਕਾਰ ਨਹੀਂ ਕਰ ਸਕਦੀ। ਕੇਂਦਰ ਸਰਕਾਰ ਨੂੰ ਬਕਾਇਦਾ ਉਹ ਨੀਤੀਆਂ ਲਿਆਉਣੀਆਂ ਪੈਣਗੀਆਂ ਜਿਸ ਨਾਲ ਕਣਕ ਝੋਨਾ ਡਿਵੈਲਪ ਕੀਤਾ, ਤੇ ਜੇ ਇਹਨੂੰ ਫੇਜ਼ ਆਊਟ ਕਰਨਾ ਤੇ ਉਹੀ ਨੀਤੀਆਂ ਲਿਆਉਣੀਆਂ ਪੈਣਗੀਆਂ ਜਿਹਦੇ ਨਾਲ ਇਹ ਫੇਜ਼ ਆਊਟ ਹੋਵੇ ਤੇ ਦੂਜੀਆਂ ਫਸਲਾਂ ਪ੍ਰਫੁੱਲਤ ਹੋਣ। ਇੱਕ ਤਾਂ ਮੈਂ ਇਹ ਗੱਲ ਕਰਨੀ। ਦੂਜੀ ਗੱਲ ਜਿਹੜੀ ਹੈ ਕਿ ਜਿਹੜਾ ਸਰਕਾਰ ਦੀ ਸਮਰੱਥਾ ਵੀ ਉਦੋਂ ਹੀ ਬਣੇਗੀ। ਹੁਣ ਜਿਵੇਂ ਹੁਣ ਇੱਕ ਆਰਗੂਮੈਂਟ ਚੱਲ ਰਿਹਾ ਹੈ ਕਿ ਜੇ ਸਾਰੀਆਂ 23 ਫਸਲਾਂ ਤੇ ਪ੍ਰੋਕਿਉਰਮੈਂਟ ਕਰ ਦਿੱਤੀ 17 ਲੱਖ ਕਰੋੜ ਰੁਪਈਆ ਜਿਹੜਾ ਉਹ ਲੱਗ ਜਾਣਾ। ਭਾਈ 10 ਲੱਖ ਕਰੋੜ ਦਾ ਤੁਸੀਂ NPA ਦਾ ਕਰ ਦਿੱਤਾ। ਮੈਂ ਦੂਜਾ ਇਹ 17 ਲੱਖ ਦੀ ਫਿਗਰ ਹੈ ਹੀ ਗਲਤ, ਕਿਉਂਕਿ ਅੱਜ ਵੀ ਕਿਸੇ ਨਾ ਕਿਸੇ ਕੀਮਤ ਤੇ ਤਾਂ ਸਾਰੀਆਂ ਫਸਲਾਂ ਪ੍ਰੋਕਿਉਰ ਹੋ ਹੀ ਰਹੀਆਂ ਨੇ ਨਾ। ਜਿਹੜਾ ਐਕਸਟਰਾ ਹੋਣਾ ਹੈ ਉਹ ਸਿਰਫ ਡਿਫਰੈਂਸ ਹੋਣਾ ਹੈ, ਉਹ 17 ਲੱਖ ਕਰੋੜ ਨਹੀਂ ਹੈ। ਇਹ ਸਭ ਕੁਝ ਵਧਾ ਚੜਾ ਕੇ ਕੀਤਾ ਜਾ ਰਿਹਾ, ਔਰ ਡੀਮੋਨੇਟਾਈਜੇਸ਼ਨ ਦੀ ਤਰ੍ਹਾਂ ਜਿਹੜੇ ਸਟੇਟਡ ਆਬਜੈਕਟਿਵ ਨੇ ਉਹ ਕੁਝ ਹੋ ਰਿਹਾ, ਮੰਤਵ ਕੁਝ ਹੋ ਰਿਹਾ। ਇਹ ਸਾਰਿਆਂ ਨੂੰ ਪਤਾ, ਮੈਂ ਉਹ ਦਲਾਣੇ ਨਹੀਂ ਚਾਹੁੰਦਾ, ਨਾ ਵਿਚੋਲੀਏ ਖਤਮ ਹੋਣੇ ਆ, ਨਾ ਕੋਈ ਹੋਰ ਹੋਣਾ, ਨਾ ਮੰਡੀਆਂ। ਅਸੀਂ ਅਰਦਾਸ ਇਕਨੋਮਿਸਟਾਂ ਨੇ ਚਿੱਠੀ ਵੀ ਲਿਖੀ ਸੀ ਤੋਮਰ ਜੀ ਨੂੰ ਇਸ ਸੰਬੰਧ ਵਿੱਚ, ਪਰ ਉਹ ਕਿਹੜਾ ਸ਼ਾਇਦ ਕਦੀ ਉਹਨਾਂ ਦੇ ਧਿਆਨ ਚ ਆਵੇ। ਜਿਹੜਾ ਆਪਾਂ ਵਿਭਿੰਨਤਾ ਦੀ ਗੱਲ ਕਰਦੇ ਹਾਂ, ਮੈਨੂੰ ਲੱਗਦਾ ਹੈ ਕਿ ਔਰ ਗਿੱਲ ਸਾਹਿਬ ਨੇ ਵੀ ਇਹਦੇ ਵਿੱਚ ਜ਼ਿਕਰ ਕੀਤਾ ਸੀ ਕਿ ਕਿਉਂ ਕਾਰਪੋਰੇਟ ਸੈਕਟਰ ਹੀ ਸਾਈਲੋਜ਼ ਬਣਾਉਣ, ਕਿਉਂ ਨਾ ਸਰਕਾਰ ਬਣਾਵੇ। ਮੇਰੀ ਇੱਕ ਗੁਜ਼ਾਰਿਸ਼ ਹੈ ਕਿ ਆਪਾਂ ਨੂੰ ਇੱਕ ਵਾਈਡਰ ਥਿੰਕ ਟੈਂਕ ਪੰਜਾਬ ਲਈ ਬਣਾਉਣ ਦੀ ਲੋੜ ਹੈ, ਜਿਹਦੇ ਵਿੱਚ ਐਗਰੀਕਲਚਰ ਸੈਂਟਰ ਹੋਵੇ, ਪਰ ਬਾਕੀ ਜਿਹੜਾ ਇਕਨੋਮੀ ਹੈ ਤੇ ਸੋਸਾਇਟੀ ਹੈ। ਸੁਜੈਸ਼ਨ ਹੈ ਕਿ ਅੱਜ ਜੋ ਮਾਹੌਲ ਬਣਿਆ ਹੈ, ਪੰਜਾਬ ਦੇ NRI ਬਹੁਤ ਸਮਰੱਥ ਨੇ ਬਾਹਰ, ਪਰ ਉਹਨਾਂ ਲਈ ਅਜੇ ਕੋਈ ਰਸਤਾ ਨਹੀਂ। ਜੇ ਕੋਈ ਆਪਾਂ ਪ੍ਰੋਸੈਸਿੰਗ ਕਰਦੇ ਹਾਂ ਜਾਂ ਜਿਹੜੇ ਆਲਟਰਨੇਟ ਕ੍ਰੌਪਸ ਦੀ ਗੱਲ ਕਰਦੇ ਹਾਂ, ਜੇ ਉਹਨਾਂ ਨੂੰ ਆਪਾਂ ਬਾਹਰਲੇ ਭਰਾਵਾਂ ਨਾਲ ਮਿਲ ਕੇ, ਜਿਹੜੇ ਪੰਜਾਬੀ ਨੇ ਉਹਨਾਂ ਨਾਲ ਮਿਲ ਕੇ ਉੱਥੋਂ ਦੀ ਮੰਡੀ ਨੂੰ ਸਟੱਡੀ ਕਰਕੇ, ਅੱਜ ਵੀ ਬਹੁਤ ਕੁਝ ਜਿਹੜਾ ਪੰਜਾਬ 'ਚ ਹੋ ਸਕਦਾ ਹੈ ਉਹ ਮਹਿੰਗਾ ਵਿਕ ਰਿਹਾ ਹੈਗਾ ਉੱਥੇ, ਔਰ ਅਸੀਂ ਉਹ ਸਰਕਾਰ ਹਿੰਮਤ ਕਰੇ ਤਾਂ ਉਹ ਰਲ ਮਿਲ ਕੇ ਹੋ ਸਕਦਾ। ਪੰਜਾਬ ਸਰਕਾਰ ਉਹਦੇ ਸੀਡ ਬਣੀ ਦੇਵੇ, ਔਰ ਜਿਹੜੀ ਕੇਂਦਰ ਸਰਕਾਰ ਡਾਇਵਰਸੀਫਿਕੇਸ਼ਨ ਕਰਨ ਲਈ ਕਹਿੰਦੀ ਹੈ, ਔਰ ਜਿਹੜਾ ਲੱਖਾਂ ਕਰੋੜਾਂ ਰੁਪਈਆ ਜਿਹੜਾ ਕਿਸਾਨ ਨੂੰ ਇਹ ਸੋਚਦੇ ਵੀ 6000 ਰੁਪਈਆ ਦੇ ਦਿੱਤਾ ਤੇ ਸਾਡੀ ਜ਼ਿੰਮੇਵਾਰੀ ਖਤਮ ਹੈ, ਪਰ 6000 ਦੇ ਕੇ ਤੁਸੀਂ 94,000 ਲੈ ਲਿਆ ਲੱਖ ਚੋਂ, ਉਹਦੇ ਬਾਰੇ ਕੋਈ ਨਹੀਂ ਹੈ। ਔਰ ਇਹ ਜਿਹੜੇ ਕਾਨੂੰਨ ਨੇ ਉਹ ਵੀ ਲੈਣ ਵਾਲੀ ਗੱਲ ਹੀ ਕਰਦੇ ਆ, ਦੇਣ ਵਾਲੀ ਗੱਲ ਨਹੀਂ। ਔਰ ਤੁਸੀਂ ਜੇ ਖਾਸ ਕਰਕੇ ਵੈਸਾ 1991 ਤੋਂ ਇਹ ਵਰਤਾਰਾ ਹੋ ਰਿਹਾ, ਪਰ ਪਿਛਲੇ 6 ਸਾਲਾਂ 'ਚ ਇਹ ਬੜਾ ਸਿਸਟੇਮੈਟਿਕਲੀ ਚੱਲ ਰਹੇ ਨੇ। ਤਾਂ ਹੀ ਮੈਂ ਕਹਿ ਰਿਹਾ ਕਿ ਜਾਗਦੇ ਨੇ, ਸੁੱਤੇ ਨਹੀਂ। ਸਿਸਟੇਮੈਟਿਕਲੀ ਕਰ ਰਹੇ ਨੇ ਕਿ ਕਦੇ ਕਿਸੇ ਸੈਕਸ਼ਨ ਨੂੰ ਆਹ ਰਾਹਤ ਦੇ ਦਿਓ, ਕਿਸਾਨਾਂ ਨੂੰ 6000 ਰੁਪਈਆ ਛੋਟੇ ਕਿਸਾਨਾਂ ਤੱਕ ਦੇ ਦਿਓ, ਔਰ ਬਾਕੀ ਜਿਹੜਾ ਹੈ ਉਹ ਲੁੱਟ ਦੇ ਦਰਵਾਜ਼ੇ ਖੋਲ ਦਿਓ। ਇਹ ਜਿਹੜਾ ਸਿਲਸਿਲਾ ਉਹਨਾਂ ਨੂੰ ਲੱਗਦਾ ਕਿ ਇਹ ਕਰਕੇ ਅਸੀਂ ਕਰ ਲਵਾਂਗੇ। ਮੈਨੂੰ ਲੱਗਦਾ ਕਿ ਇਹ ਜਿੰਨਾ ਚਿਰ ਤੱਕ ਜਿਸ ਕਿਸਮ ਦੀਆਂ ਹੁਣ ਕਿਸਾਨ ਮੂਵਮੈਂਟਸ ਬਣੀਆਂ ਨੇ, ਜਿਸ ਕਿਸਮ ਦਾ ਉਹਨਾਂ ਨੂੰ ਸਪੋਰਟ ਮਿਲ ਰਿਹਾ, ਜੇ ਇਹ ਸਸਟੇਨ ਨਾ ਹੋਈਆਂ ਤਾਂ ਇਹ ਕੁਝ ਨਹੀਂ ਹੋਣਾ। ਔਰ ਸ਼ਾਇਦ WTO ਦਾ ਪ੍ਰੈਸ਼ਰ ਤੇ ਇੱਥੋਂ ਦੇ ਕਾਰਪੋਰੇਟ ਦਾ ਪ੍ਰੈਸ਼ਰ ਜਿਹੜੇ ਨੂੰ ਫੰਡਿੰਗ ਕਰਦੇ ਨੇ ਉਹ ਇਸ ਦੀ ਜ਼ਿੰਮੇਵਾਰ ਨੇ। ਔਰ ਮੈਨੂੰ ਲੱਗਦਾ ਕਿ ਜਿਹੜਾ ਇੱਕ ਗੱਲ ਕਹੀ ਸੀ ਮਨੀਸ਼ੰਕਰ ਆਇਰ ਜੀ ਨੇ 2000 ਪਹਿਲੇ UPA 1 ਚ ਕਿ ਭਾਈ ਲੋਕ ਤਾਂ ਵੋਟਾਂ ਪਾ ਕੇ ਸਰਕਾਰ ਚੁਣਦੇ ਨੇ ਕਿ ਉਹਨਾਂ ਲਈ ਕੋਈ ਨੀਤੀਆਂ ਬਣਨਗੀਆਂ, ਪਰ ਜਦੋਂ ਸਰਕਾਰ ਬਣ ਜਾਂਦੀ ਹੈ ਤਾਂ ਕੰਪਨੀਆਂ ਫੈਸਲਾ ਕਰਦੀਆਂ ਨੇ ਕਿ ਨੀਤੀਆਂ ਕੀ ਹੋਣਗੀਆਂ। ਇਹ ਉਸੇ ਦੀ ਉਪਜ ਹੈ। ਔਰ ਅੱਜ ਮੈਨੂੰ ਕੋਈ ਝਿਜਕ ਨਹੀਂ ਹੈ ਕਿ ਇੰਡੀਅਨ ਸਟੇਟ ਕਾਰਪੋਰੇਟਾਈਜ਼ ਹੋ ਚੁੱਕੀ ਹੈ। ਕਿ ਇੰਡੀਅਨ ਸਟੇਟ ਨੂੰ ਪੋਲੀਟੀਸ਼ੀਅਨ ਨਹੀਂ ਚਲਾ ਰਹੇ, ਇਹ ਕਾਰਪੋਰੇਟ ਚਲਾ ਰਹੇ ਨੇ। ਤੇ ਇਸੇ ਤਰ੍ਹਾਂ ਸਟੇਟਾਂ ਦੀਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਰੂਪ ਚ ਕਾਰਪੋਰੇਟ ਚਲਾ ਰਹੇ ਨੇ। ਮੈਨੂੰ ਲੱਗਦਾ ਜਿੰਨਾ ਚਿਰ ਤੱਕ ਇਹ ਟ੍ਰੈਂਡ ਰਿਵਰਸ ਨਹੀਂ ਹੁੰਦਾ ਉਹਨਾਂ ਚਿਰ ਕੋਈ ਵੀ ਨਹੀਂ ਬਣਦੀ। ਪੰਜਾਬ ਦੇ ਕੰਟੈਕਸਟ ਮੈਂ ਤੁਹਾਨੂੰ ਦੱਸਦਾ ਕਿ ਅਜੇ ਤੱਕ ਆਪਾਂ ਚੱਕੀ ਫਿਰਦੇ ਕਿ ਪੰਜਾਬ ਜਿਹੜਾ ਖੇਤੀ ਪ੍ਰਧਾਨ ਸੂਬਾ ਹੈ। ਜੇ ਤੁਸੀਂ ਅੰਕੜਿਆਂ ਮੁਤਾਬਕ ਜਾਓ ਤਾਂ ਪੰਜਾਬ ਖੇਤੀ ਪ੍ਰਧਾਨ ਸੂਬਾ ਨਹੀਂ ਹੈ, ਕਿਉਂਕਿ 26 ਜਾਂ 30% ਵਰਕਫੋਰਸ ਹੈ, ਜਿੰਨੀ 25-26% ਆਈ ਹੈ। ਪਰ ਪੰਜਾਬ ਲਈ ਖੇਤੀ ਇੰਪੋਰਟੈਂਟ ਹੈ, ਪੰਜਾਬ ਲਈ ਫੂਡ ਸਿਕਿਉਰਿਟੀ ਇੰਪੋਰਟੈਂਟ ਹੈ, ਕੰਟਰੀ ਇੰਪੋਰਟੈਂਟ। ਮੈਂ ਨਹੀਂ ਖੇਤੀ ਦੀ ਕੋਈ ਇੰਪੋਰਟੈਂਸ ਨਹੀਂ ਘਟਾ ਰਿਹਾ, ਪਰ ਇਸ ਗੱਲ ਨੂੰ ਪਰ ਪੰਜਾਬ ਦੇ ਵਿੱਚ ਅੱਜ ਤੱਕ ਐਗਰੀਕਲਚਰ ਪਾਲਿਸੀ ਨਹੀਂ ਹੈ। ਭਾਈ ਕੀ ਕਰਨਾ, ਨਾ ਤਾਂ
1966 ਦੀ ਰੀਆਰਗੇਨਾਈजेशन ਤੋਂ ਪਹਿਲਾਂ ਸੀ ਨਾ 1900 ਮੈਂ ਅੱਜ ਦੱਸੇ ਕੋਈ ਐਗਰੀਕਲਚਰ ਪਾਲਿਸੀ ਪੰਜਾਬ 'ਚ ਹੈ। ਵਾਟਰ ਪਾਲਿਸੀ ਜਿਹੜੀ ਹੁਣ 2020 ਚ ਬਣਾਈ ਹੈ ਮੇਰਾ ਖਿਆਲ ਉਹ ਵਾਟਰ ਡਿਵੈਲਪਮੈਂਟ ਰੈਗੂਲੇਟਰੀ ਅਥਾਰਟੀ ਉਹ ਦਾ ਜੋ ਹੈ ਉਹ ਵੀ ਆਪਾਂ ਨੂੰ ਪਤਾ ਹੀ ਹੈ। ਔਰ ਮੈਂ ਉਹਦੇ ਵਿੱਚ ਜਿਹੜਾ ਮੇਨ ਜਿਹੜਾ ਕਲਪਰੇਟ ਹੈ ਜਿਹੜੇ 12-13 ਪ੍ਰਡੋਮੀਨੈਂਟਲੀ ਝੋਨੇ ਵਾਲੇ ਡਿਸਟ੍ਰਿਕਟ ਨੇ ਉਹਨਾਂ ਵਿੱਚ 1996 ਤੋਂ ਲੈ ਕੇ 2016 ਦੇ ਜਿਹੜੇ ਅੰਕੜੇ ਨੇ ਬਾਅਦ ਵਾਲੇ ਕਿਉਂਕਿ ਮੇਰੀ 2018 ਚ ਕੰਪਲੀਟ ਕਿਤਾਬ ਵੀ ਆ ਗਈ ਸੀ ਉਹਦੇ ਅੰਕੜੇ ਦੱਸਦੇ ਨੇ ਕਿ 6 ਮੀਟਰ ਤੋਂ ਲੈ ਕੇ 22 ਮੀਟਰ ਤੱਕ ਪਾਣੀ ਥੱਲੇ ਚਲਾ ਗਿਆ ਔਰ ਸਬਸਿਡੀ ਵਾਲਾ ਉਹ ਵਧਣਾ। ਔਰ ਇੱਕ ਗੱਲ ਮੈਂ ਲਾਸਟ ਜਿਹੜੀ ਪੰਜਾਬ ਦੇ ਕੰਟੈਕਸਟ ਕਹਿ ਕੇ ਗੱਲ ਖਤਮ ਕਰਾਂਗਾ, ਬਾਅਦ ਵਿੱਚ ਜੇ ਜ਼ਰੂਰਤ ਹੋਈ ਤਾਂ ਡਿਸਕਸ਼ਨ ਚ ਹੋਰ ਪੁਆਇੰਟ ਲੈ ਲਾਂਗੇ। ਅਸਲ ਦੇ ਵਿੱਚ ਜਿਹੜਾ ਪੰਜਾਬ ਦਾ 48,000 ਕਰੋੜ ਦਾ ਕਰਜ਼ਾ ਸੀ 2004-05 ਸਰਕਾਰ ਤੇ, ਉਹ 2019-20 ਚ 2.29 ਲੱਖ ਕਰੋੜ ਹੋ 2.29 ਲੱਖ ਕਰੋੜ ਹੋ ਗਿਆ। ਇਹ ਜਿਹੜਾ ਹਰ ਸਾਲ ਐਵਰੇਜ 15,000 ਕਰੋੜ ਰੁਪਈਆ ਸਟੇਟ ਤੇ ਚੜ ਰਿਹਾ, ਉਹਦੀ ਜ਼ਿੰਮੇਵਾਰੀ ਕਿਸ ਤੇ ਆ ਬਈ? ਉਹਦਾ ਵੀ ਜਵਾਬ ਜਿਹੜਾ ਉਹ ਦੇਣਾ ਪਏਗਾ। ਕੀ ਆਪਣੇ ਕੋਈ ਰੋਡ ਮੈਪ ਹੈ ਕਿ ਅਸੀਂ ਉਹ ਕਰਜ਼ਾ ਵਧਣ ਦੇ ਬਜਾਏ ਠੱਲ ਪਾਈਏ, ਉਸ ਨੂੰ ਘਟਾਈਏ? ਔਰ ਇਹ ਜਿੰਨਾ ਕਰਜ਼ਾ ਵਧੇਗਾ ਉਹਨਾਂ ਸਰਕਾਰ ਦੀ ਜਿਹੜੀ ਕੈਪੈਸਿਟੀ ਟੂ ਇੰਟਰਵੀਨ ਹੈ, ਸਰਕਾਰ ਦੀ ਕੈਪੈਸਿਟੀ ਟੂ ਗਵਰਨ ਹੈ, ਸਰਕਾਰ ਦੀ ਕੈਪੈਸਿਟੀ ਟੂ ਲੀਡ ਦਾ ਸਟੇਟ ਹੈ, ਉਹ ਘਟੇਗੀ। ਸੋ ਮੇਰੇ ਗੁਜ਼ਾਰਿਸ਼ ਜਦੋਂ ਮੈਂ ਸ਼ੁਰੂ 'ਚ ਇਹ ਕਹੀ ਸੀ ਕਿ ਖੇਤੀ ਨਾਲ ਇਕੱਲਾ ਨਹੀਂ ਹੈ, ਪੂਰੀ ਇਕਾਨਮੀ ਨਾਲ ਇਹ ਤਾਂ ਹੀ ਉਲਝੀ ਹੋਈ ਹੈ। ਇਸ ਨੂੰ ਠੀਕ ਕਰਕੇ ਸਾਰੇ ਧੰਦਾ ਕਰਕੇ ਨਹੀਂ ਹੋਣਾ। ਔਰ ਆਰਗੈਨਿਕ ਫਾਰਮਿੰਗ ਤੇ ਮੈਂ ਇੱਕ ਗੱਲ ਕਹਾਂਗਾ ਕਿ ਜੇ ਹੁਣ ਤੱਕ ਇਹ ਕਾਮਯਾਬ ਨਹੀਂ ਹੋਈ, ਕਿਸਾਨ ਭਰਾ ਕਮਲਜੀਤ ਹੇਰ ਨੇ ਵੀ ਕਿਹਾ ਸੀਗਾ ਕਿ ਇਹ ਆਪਣੇ ਲੈਵਲ ਤੇ ਇੱਕਾ ਦੁੱਕਾ ਜਿਹੜੇ ਐਕਸਪੈਰੀਮੈਂਟ ਹੋ ਰਹੇ ਨੇ, ਮੈਂ ਕੁਝ ਸਟੱਡੀਜ਼ ਵੀ ਕਰਾਈਆਂ ਨੇ ਇਸ ਤੇ। ਅੱਜ ਵੀ ਮੇਰਾ ਇੱਕ ਸਟੂਡੈਂਟ PhD ਕੰਮ ਕਰ ਰਿਹਾ ਹੈ, ਉਹ ਮੈਂ ਮਿੰਦਰ ਜੀ ਕੋਲ ਭੇਜਿਆ ਸੀ। ਹੁਣ ਇਹ ਸਵਾਲ ਪੁੱਛਣਾ ਚਾਹੀਦਾ ਕਿ ਆਰਗੈਨਿਕ ਫਾਰਮਿੰਗ ਕਿਉਂ ਡਿਵੈਲਪ ਨਹੀਂ ਹੋਈ ਬਾਈ? ਕਿਹੜੀਆਂ ਤਾਕਤਾਂ ਨੇ ਜਿਨ੍ਹਾਂ ਆਰਗੈਨਿਕ ਫਾਰਮਿੰਗ ਨੂੰ ਡਿਵੈਲਪ ਨਹੀਂ ਹੋਣ ਦਿੱਤਾ? ਗਲੋਬਲ ਤੇ ਇੰਡੀਅਨ ਐਗਰੀ ਬਿਜ਼ਨਸ ਜਿਹੜਾ ਹੈ ਉਹ ਇਸ ਨੂੰ ਡਿਵੈਲਪ ਨਹੀਂ ਹੋਣ ਦੇਗਾ। ਜੇ ਆਰਗੈਨਿਕ ਫਾਰਮਿੰਗ ਡਿਵੈਲਪ ਹੁੰਦੀ ਹੈ ਤਾਂ ਉਹਨਾਂ ਦਾ ਮਾਲ, ਉਹਨਾਂ ਦੇ ਟਰੈਕਟਰ, ਉਹਨਾਂ ਦਾ ਹੋਰ ਸਾਰਾ ਕੁਝ ਇੰਨੀ ਤਾਦਾਦ 'ਚ ਨਹੀਂ ਵਿਕੇਗਾ। ਉਹਨਾਂ ਦੇ ਜਿਹੜੇ ਬੀਜ ਨੇ ਔਰ ਜਿਹੜੇ ਟਰਮੀਨੇਟਰ ਟੈਕਨੋਲੋਜੀ ਵਾਲੇ ਬੀਜ ਨੇ ਉਹ ਨਹੀਂ ਵਿਕਣਗੇ। ਸੋ ਮੈਨੂੰ ਲੱਗਦਾ ਕਿ ਇਹ ਸਾਰਾ ਕੁਝ ਇੱਕ ਗਿਣੀ ਮਿੱਠੀ ਸਾਜ਼ਿਸ਼ ਤਹਿਤ ਹੋ ਰਿਹਾ ਤੇ ਜਿਹੜਾ 2-4 ਕੰਟਰੀ ਜਿੱਥੇ ਐਗਰੀਕਲਚਰ ਦਾ ਕਿਲਾ ਅਜੇ ਹੈਗਾ ਉਹ ਵੀ ਢਾਉਣ ਦੀ ਸਾਜ਼ਿਸ਼ ਹੈ। ਸੋ ਸਮੁੱਚੇ ਮੇਰੇ ਨੂੰ ਲੱਗਦਾ ਬਹਿਸ ਜਿਹੜੀ ਇਸ ਸੰਦਰਭ 'ਚ ਕਰਨ ਦੀ ਲੋੜ ਹੈ। ਇਹ ਠੀਕ ਹੈ, ਧੰਨਵਾਦ ਮੋਦੀ ਸਰਕਾਰ ਦਾ ਜਿਨ੍ਹਾਂ ਨੇ 3 ਕਾਨੂੰਨ ਲਿਆਂਦੇ ਤੇ ਟ੍ਰਿਗਰ ਪੁਆਇੰਟ ਬਣਿਆ ਤੇ ਲੋਕਾਂ ਵਿੱਚ ਜਿਹੜੀ ਭਾਈਵਾਲਤਾ ਜਿਹੜੀ ਗਿਲ ਸਾਹਿਬ ਗੱਲ ਕਰ ਰਹੇ ਸੀ ਕਿ ਇਹ ਜਨਤਕ ਸੰਘਰਸ਼ ਤੋਂ ਕੁਝ ਪੋਜ਼ਿਟਿਵ ਗੱਲਾਂ ਨਿਕਲਣ ਤੇ ਨਾ ਕੇਵਲ ਪੰਜਾਬ ਦਾ ਸਗੋਂ ਸਮੁੱਚੀ ਮਾਰਜਨ ਤੇ ਜਿਹੜੀ ਲੋਕ ਨੇ ਖੇਤੀ ਦਾ ਵੀ ਤੇ ਬਾਕੀਆਂ ਦਾ ਵੀ ਭਲਾ ਹੋ ਸਕੇ। ਮੈਂ ਇਹਨਾਂ ਕਹਿੰਦਾ ਹੋਇਆ ਅੱਜ ਹੁਣ ਦਾ ਆਪਣਾ ਤੁਹਾਡੇ ਤੋਂ ਇਜਾਜ਼ਤ ਲੈਣਾ। ਇਜਾਜ਼ਤ ਮਤਲਬ ਆਪਣੀ ਬਾਣੀ ਨੂੰ ਵਿਸ਼ਰਾਮ ਦਿੰਦਾ। ਮੈਂ ਰਹਾਂਗਾ ਇੱਥੇ, ਸਾਰਿਆਂ ਨੂੰ ਸੁਣ ਕੇ ਜਾਊਂਗਾ। ਇਹ ਗੱਲ ਧੰਨਵਾਦ ਤੁਸੀਂ ਕਹਿੰਦੇ ਕਿ ਆਰਗੈਨਿਕ ਫਾਰਮਿੰਗ ਵਧਣ ਕਿਉਂ ਨਹੀਂ ਦਿੰਦਾ? ਮੈਨੂੰ ਯਾਦ ਹੈ ਜਦੋਂ ਮੈਂ ਆਰਗੈਨਿਕ ਫਾਰਮਿੰਗ ਦੀ ਗੱਲ ਸ਼ੁਰੂ ਕੀਤੀ ਸੀ, ਮੈਂ ਲੈਕਚਰ ਕਰਦਾ ਸੀ ਤੇ ਮੇਰੇ ਲੈਕਚਰ ਦੇ ਅੱਗੋਂ ਲੋਕੀ ਖੜੇ ਹੋ ਜਾਂਦੇ ਸੀ ਕਿ ਤੁਸੀਂ ਕਿਉਂ ਲੋਕ ਪੰਜਾਬ ਨੂੰ ਜਰਾ ਡਰਾ ਰਹੇ ਹੋ, ਲੋਕਾਂ ਨੂੰ ਟੈਰਰਾਈਜ਼ ਕਰ ਰਹੇ ਹੋ ਕਿ ਪੰਜਾਬ ਕੈਂਸਰ ਨਾਲ ਮਰ ਜਾਏਗਾ। ਮੇਰੇ ਤੇ ਮਤਲਬ ਪੈਸਟੀਸਾਈਡ ਕੰਪਨੀਆਂ ਨੇ ਕੇਸ ਕਰਤੇ। ਉਹ ਜਿਹੜਾ ਇੰਡੀਆ ਦੀ ਸਭ ਤੋਂ ਵੱਡੀ ਪੈਸਟੀਸਾਈਡ ਕੰਪਨੀ ਦਾ ਮਾਲਿਕ ਹੈ, ਉਹਦੇ ਲੋਕਾਂ ਨੇ ਮੇਰੇ ਤੇ ਕੇਸ ਕਰਤਾ ਬੰਬੇ ਹਾਈ ਕੋਰਟ 5 ਕਰੋੜ ਦਾ ਕਿ ਤੇਰੇ ਭਾਸ਼ਣਾਂ ਕਰਕੇ, ਤੇਰੇ ਲੇਖਾਂ ਕਰਕੇ ਪੈਸਟੀਸਾਈਡ ਦੀ ਵਿਕਰੀ ਘੱਟ ਹੋਈ ਹੈ। ਮੇਰੇ ਤੇ ਤਾਂ ਕਾਰਟੂਨ ਛਾਪੇ ਉਹਨਾਂ ਦੇ ਪੇਜ ਤੇ ਲਾਪਰਵਾਹੀ ਤੇ ਕੇਸ ਕਰਨਗੇ। ਅੱਛਾ, ਮੇਰੇ ਕਾਰਟੂਨ ਛਾਪੇ ਜਿਹੜੀ ਪੈਸਟੀਸਾਈਡ ਇੰਡਸਟਰੀ ਦਾ ਇਨ ਹਾਊਸ ਮੈਗਜ਼ੀਨ ਹੈ ਕ੍ਰੌਪ ਕੇਅਰ, ਉਹਦੇ ਤੇ ਮੇਰੇ ਕਾਰਟੂਨ ਛਾਪੇ। ਮੈਨੂੰ ਦਿੱਲੀ ਤੋਂ ਫੋਨ ਆਇਆ सुनीता नारायण ਦਾ, कुमिंदर बहुत बढ़िया, शाबाश। मैं कहा जी क्या हो गया? तुम्हारा कार्टून छपा है पेस्टिसाइड इंडस्ट्री की मैगजीन में, मत तुम इतने उनको डरा दिया तुमने। मैं कहा जी मैं छोटा सा कुमिंदर दत्त निक्की जी जैतों मंडी, पहले मेरे पैसे नहीं है तो पैसे इंडस्ट्री ਨੂੰ ਡਰਾਤਾ ਹੈ, ਬੜੀ ਵੱਡੀ ਗੱਲ ਹੈ। ਐਨੀ ਹਾउ ਲੇਕਿਨ ਸਾਡੇ ਐਗਰੀਕਲਚਰ ਇੰਸਟੀਟਿਊਸ਼ਨਸ ਵੀ ਉਹਦੇ ਦੋਸ਼ੀ ਨੇ, ਇਹਦੇ ਬਾਰੇ ਮੈਂ ਗੱਲ ਕਹਾਂਗਾ। ਮੈਂ ਹੁਣ ਪੁਨੀਤ ਥਿੰਦ ਨੂੰ ਬੇਨਤੀ ਕਰਾਂਗਾ और फिर उस एक्सपर्ट्स की गल करेंगे। पुनीत थिंद एक नौजवान, मतलब कि नौजवान रहना जान में संखेज पहले बुलवा लवा। पुनीत थिंद, पुनीत पाल थिंद। ਸਤਿ ਸ਼੍ਰੀ ਅਕਾਲ ਜੀ ਸਿੱਧੂ ਸਾਹਿਬ ਤੇ ਸਾਰੇ ਐਕਸਪਰਟਸ ਦਾ ਬਹੁਤ ਬਹੁਤ ਧੰਨਵਾਦ। ਮੇਰਾ ਜਿਹੜਾ ਸਬਜੈਕਟ ਹੈ, ਜਿਸ ਸਬਜੈਕਟ ਤੇ ਮੈਂ ਕੰਮ ਕਰ ਰਿਹਾ, ਕਿਉਂਕਿ ਇੱਕ ਜੈਨੂਅਨ ਕੋਆਪਰੇਟਿਵ ਦੀ ਗਿੱਲ ਸਾਹਿਬ ਨੇ, ਡਾਕਟਰ ਸਾਹਿਬ ਨੇ ਵੀ ਗੱਲ ਕੀਤੀ ਕਿ ਪੰਜਾਬ ਦਾ ਜੋ ਇਸ ਤੋਂ ਅੱਗੇ ਦਾ ਜੋ ਰਾਹ ਹੈ ਉਹ
ਬਹੁਤ ਔਖਾ ਹੈ, ਕਿਉਂਕਿ ਇੱਕ ਪਾਸੇ ਆਪਾਂ ਕਾਰਪੋਰੇਟ ਦੇ ਨਾਲ ਲੜਾਈ ਕਰ ਰਹੇ ਹਾਂ, ਪਰ ਜੇ ਮੈਂ ਸਪੈਸੀਫਿਕਲੀ ਪੰਜਾਬ ਦੀ ਗੱਲ ਕਰਾਂ ਜਿੱਥੇ ਅਸੀਂ ਮਾਰ ਖਾ ਰਹੇ ਹਾਂ, ਤੇ ਜੋ ਮੈਨੂੰ ਬਾਕੀ ਇੰਡੀਆ 'ਚ ਕੰਮ ਕਰਕੇ ਜਾਂ ਹਰਿਆਣੇ 'ਚ ਵੀ ਅਸੀਂ ਕੰਮ ਕੀਤਾ, ਜੋ ਸਭ ਤੋਂ ਵੱਡੀ ਕਮੀ, ਜੇ ਮੈਂ ਹੱਲ ਵਾਲੇ ਪਾਸੇ ਜਾਵਾਂ, ਸੁਜੈਸ਼ਨ ਕਹਿ ਲਓ, ਸਮਿਸ਼ਨ ਕਹਿ ਲਓ, ਤਾਂ ਮੈਂ ਉੱਥੋਂ ਸ਼ੁਰੂ ਕਰੂੰਗਾ ਵੀ ਇੱਕ ਪਾਸੇ ਅਸੀਂ ਜਿੱਥੇ ਕਾਰਪੋਰੇਟ ਨੂੰ ਪੰਜਾਬ 'ਚ ਭੰਡ ਰਹੇ ਹਾਂ, ਤੇ ਅਸੀਂ ਕਾਰਪੋਰੇਟ ਨੂੰ ਵੀ ਬੜੇ ਬੁਰੀ ਤਰੀਕੇ ਨਾਲ ਕੋਆਪਰੇਟਿਵ ਸੈਕਟਰ ਨੂੰ ਰਿਜੈਕਟ ਕੀਤਾ ਹੈ ਤੇ ਉਹਨੂੰ ਇਗਨੋਰ ਕੀਤਾ ਹੈ। ਮੈਨੂੰ ਇਹ ਕਮੀ ਇਸ ਕਰਕੇ ਮਹਿਸੂਸ ਹੋਈ ਹੈ ਕਿਉਂਕਿ ਮਹਾਰਾਸ਼ਟਰ 'ਚ 2012 ਤੋਂ ਮੈਂ ਜਾ ਕੇ ਜਿਹੜਾ ਮਾਡਲ ਸਿੱਖਿਆ, ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨਾਂ ਉੱਥੇ ਬਣਨੀਆਂ ਸ਼ੁਰੂ ਹੋਈਆਂ ਸੀ, ਉਹਨੂੰ ਲੈ ਕੇ ਅੱਜ ਵੀ ਪੰਜਾਬ 'ਚ ਬਹੁਤ ਜ਼ਿਆਦਾ ਨੈਗੇਟਿਵਿਟੀ ਹੈ। ਔਰ ਉਹ ਨੈਗੇਟਿਵਿਟੀ ਸਾਨੂੰ ਸਰਕਾਰ ਦੇ ਜਿਹੜੇ ਉਹਨਾਂ ਦੇ ਐਕਸ਼ਨ ਪਲਾਨ ਹੈ, ਉਹਨਾਂ ਦੇ ਕੰਮ ਕਰਨ ਦਾ ਤਰੀਕਾ ਹੈ, ਗਵਰਨੈਂਸ ਹੈ, ਉਹਦੇ 'ਚ ਦਿਖਦੀ ਵੀ ਹੈ। ਪਰ ਜੇ ਅਸੀਂ ਉਹਦਾ ਨਿਚੋੜ ਕੱਢੀਏ ਕਿ ਅੱਜ ਸਾਡੇ ਕੋਲ ਜਦੋਂ ਅਸੀਂ ਐਗਰੀ ਬਿਜ਼ਨਸ ਮਾਡਲ ਦੀ, ਪੰਜਾਬ ਸਪੈਸੀਫਿਕ ਬਿਜ਼ਨਸ ਮਾਡਲ ਦੀ ਜਦੋਂ ਗੱਲ ਕਰਦੇ ਹਾਂ, ਐਗਰੀਕਲਚਰ ਮਾਡਲ ਦੀ ਗੱਲ ਕਰਦੇ ਹਾਂ, ਕਿਹੋ ਜਿਹੀਆਂ ਫਸਲਾਂ ਹੋਣ, ਕਿਹੋ ਜਿਹੇ ਬਦਲ ਹੋਣ, ਕਣਕ ਝੋਨੇ ਦੇ, ਮੋਨੋਕਲਚਰ ਦੇ, ਸੋ ਸਾਨੂੰ ਉੱਥੇ ਇੱਕ ਇੰਡੀਪੈਂਡੈਂਟ ਤੇ ਆਟੋਨੋਮਸ ਕੋਆਪਰੇਟਿਵ ਸੈਕਟਰ ਦੀ ਲੋੜ ਮਹਿਸੂਸ ਹੁੰਦੀ ਹੈ। ਹੁਣ ਸਾਡੇ ਦੇਸ਼ ਦਾ ਜਿਹੜਾ ਕੰਪਨੀ ਐਕਟ ਹੈ ਉਹ 2013 ਚ ਗਵਰਨਮੈਂਟ ਨੇ ਅਮੈਂਡ ਕੀਤਾ। 2012-13 ਤੋਂ ਐਗਰੈਸਿਵਲੀ ਕੰਪਨੀਆਂ ਬਣਨੀਆਂ ਸ਼ੁਰੂ ਹੋਈਆਂ। 2014 ਨੂੰ ਭਾਰਤ ਸਰਕਾਰ ਨੇ ਈਅਰ ਆਫ ਐਫਪੀਓਜ਼ ਦੇ ਤੌਰ ਤੇ ਮਨਾਇਆ। UN ਨੇ ਈਅਰ ਆਫ ਜਿਹੜਾ ਕੋਆਪਰੇਟਿਵ ਹੈ ਇਹਦੇ ਤੇ ਕੰਮ ਕੀਤਾ। ਬਟ ਇਹ ਅੱਜ ਤੱਕ ਟਿਲ ਡੇਟ ਮੈਂ ਗੱਲ ਕਰ ਰਿਹਾ 2020 ਹੁਣ 21 ਚੜ ਗਿਆ, ਅੱਜ ਤੱਕ ਅਸੀਂ ਇਹਨਾਂ ਸਾਰੀਆਂ ਸਕੀਮਸ ਦਾ ਲਾਹਾ ਕਿਉਂ ਨਹੀਂ ਲੈ ਸਕੇ? ਕਿਉਂਕਿ ਪੰਜਾਬ ਸਰਕਾਰ ਨੇ ਖਾਸ ਕਰ 2 ਟੈਨਿਓਰ ਹੋ ਗਈਆਂ, ਹਾਲੇ ਤੱਕ ਪੰਜਾਬ 'ਚ ਇੱਕ ਇਫੈਕਟਿਵ ਨਾ ਤਾਂ ਨੋਡਲ ਏਜੰਸੀ ਬਣਾਈ, ਨਾ ਉਹਦੇ 'ਚ ਫੰਡ, ਸੈਂਟਰ ਦੇ ਜੋ ਫੰਡ ਸੀ ਉਹਨਾਂ ਨੂੰ ਟੈਪ ਕਰਨ ਦੀ ਕੋਸ਼ਿਸ਼ ਕੀਤੀ। ਜਦਕਿ ਜਿਹੜੇ ਬਾਕੀ ਸੂਬਿਆਂ 'ਚ ਜਿੱਥੇ ਵੀ ਅਸੀਂ ਕੰਮ ਕਰਕੇ ਜਿੱਥੋਂ ਸਿੱਖਿਆ, ਮੈਂ ਤੁਹਾਨੂੰ ਹਰਿਆਣੇ ਦਾ ਐਗਜ਼ਾਮਪਲ ਦੇਣਾ ਤੇ ਮੈਂ ਰਿਕੁਐਸਟ ਵੀ ਕਰਦਾ ਖਾਸ ਕਰ ਸਿੱਧੂ ਸਾਹਿਬ ਤੇ ਬਾਕੀ ਐਕਸਪਰਟਸ ਨੂੰ, ਜੇ ਹੋ ਸਕੇ ਤਾਂ ਸਾਨੂੰ ਜੇ ਇੱਕ ਦਿਨ ਦਾ ਤੁਸੀਂ ਟਾਈਮ ਦਿਓ ਤਾਂ ਮੈਂ ਪੰਜਾਬ ਦੇ ਬਾਰਡਰ ਦੇ ਨਾਲ ਲੱਗਦੇ ਜਿੰਨੇ ਵੀ ਜ਼ਿਲ੍ਹੇ ਨੇ, ਚਾਹੇ ਉਹ ਅੰਬਾਲਾ ਹੈ, ਕੁਰੂਕਸ਼ੇਤਰ ਹੈ, ਸਰਸਾ ਹੈ, ਕੈਥਲ ਹੈ, ਮੈਂ ਤੁਹਾਨੂੰ ਇਹੋ ਜਿਹੇ ਵਾਈਬ੍ਰੈਂਟ ਮਾਡਲ ਦਿਖਾ ਸਕਦਾ ਹਰਿਆਣੇ ਦੇ ਵਿੱਚ ਜਿੱਥੇ ਜਿਹੋ ਜਿਹੇ ਸਾਈਲੋਜ਼ ਅੰਬਾਨੀ ਅਦਾਨੀ ਜਿਹੜੇ ਪੰਜਾਬ 'ਚ ਬਣਾ ਰਹੇ ਆ। ਮੈਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਔਰ ਇਸ ਗੱਲ ਦਾ ਦੁੱਖ ਵੀ ਹੈ। ਖੁਸ਼ੀ ਇਸ ਗੱਲ ਦੀ ਹੈ ਕਿ ਹਰਿਆਣੇ ਦੇ ਵਿੱਚ ਉਹੋ ਜਿਹੇ ਜਿਹੜੇ ਸਾਈਲੋਜ਼ ਤੇ ਪੈਕ ਹਾਊਸ ਹੈ ਜਾਂ ਸਟੋਰ ਹੈ ਉਹ ਸਾਡੇ FPO ਬਣਾ ਰਹੇ ਆ। ਮੈਂ 36 FPO 36 FPO ਹੈ ਜਿਨ੍ਹਾਂ ਦੀ ਅਸੀਂ ਇੱਕ ਸਾਂਝੀ ਫੈਡਰੇਸ਼ਨ ਬਣਾਈ ਹੈ ਜਿਹਦਾ ਨਾਂ ਹੈ ਨਾਰਦਰਨ ਫਾਰਮਰ ਮੈਗਾ FPO। ਚੰਡੀਗੜ੍ਹ ਦੇ ਨਾਲ ਜੀਰਕਪੁਰ 'ਚ ਇਹਦਾ ਆਫਿਸ ਹੈ ਜਿੱਥੇ ਅਸੀਂ ਪੰਜਾਬ ਤੇ ਹਰਿਆਣੇ ਦੀਆਂ ਸਾਂਝੀਆਂ FPO ਦੀ ਇੱਕ ਜੋ ਫੈਡਰੇਸ਼ਨ ਹੈ ਉਹ ਇੱਕ ਬਿਜ਼ਨਸ ਪਾਰਕ ਤੋਂ ਉਹਨੂੰ ਅਸੀਂ ਚਲਾ ਰਹੇ ਹਾਂ। ਸੋ ਇਹਦੇ ਵਿੱਚ ਤਕਰੀਬਨ 12,000 ਫਾਰਮਰ ਇਹਨਾਂ 36 FPO ਨਾਲ ਜੁੜੇ ਹੋਏ ਆ ਔਰ 90% ਜੇ ਐਕਟਿਵ FPO ਹਰਿਆਣੇ 'ਚ ਆ। ਇਹ ਜਿਵੇਂ ਮੈਂ ਕਿਹਾ, ਇਹ ਖੁਸ਼ੀ ਤੇ ਦੁੱਖ ਦੋਨੋਂ ਗੱਲਾਂ ਨੇ ਸਾਡੇ ਵਾਸਤੇ। ਮੈਂ ਕਿਸੇ ਪੋਲੀਟੀਕਲ ਪਾਰਟੀ ਦੇ ਤੌਰ ਤੇ ਨਹੀਂ, ਮੈਂ ਗਵਰਨੈਂਸ ਦੇ ਤੌਰ ਤੇ ਸਕੀਮ ਦੇ ਤੌਰ ਤੇ ਗੱਲ ਕਰ ਰਿਹਾ, ਕਿਉਂਕਿ ਉਹੀ ਫਾਰਮਰ ਕੁਰੂਕਸ਼ੇਤਰ ਜ਼ਿਲ੍ਹੇ 'ਚ ਆ ਤੇ ਉਹੀ ਪਟਿਆਲੇ 'ਚ ਆ। ਮੇਰੀ ਆਪ ਦੀ ਜ਼ਮੀਨ ਪਟਿਆਲੇ 'ਚ ਆ, ਪਰ ਜੇ ਅੱਜ ਕਿਸੇ ਨੇ ਪੰਜਾਬ 'ਚ FPO ਬਣਾਉਣੀ ਹੋਵੇ, ਉਹਦੇ ਕੋਲ ਕੋਈ ਕੰਟੈਕਟ ਨਹੀਂ, ਉਹਦੇ ਕੋਲ ਕੋਈ ਰੈਫਰੈਂਸ ਨਹੀਂ, ਉਹਦੇ ਸਾਹਮਣੇ ਕੋਈ ਸਕਸੈਸ ਨਹੀਂ। ਜਦਕਿ ਜੇ 6 ਕਰੋੜ ਤੱਕ ਦੇ ਜਿਹੜੇ ਪੈਕ ਹਾਊਸ ਹੈ ਉਹ ਨਾਲ ਦੇ 15 ਕਿਲੋਮੀਟਰ ਦੂਰ ਜਦੋਂ ਬਾਰਡਰ ਏਰੀਏ 'ਚ ਅਸੀਂ ਚੱਲਦੇ ਵੇਖਦੇ ਹਾਂ, ਉਹ ਬੜੇ 700 ਏਕੜ ਦੇ ਕੰਟਰੈਕਟ ਫਾਰਮਿੰਗ ਵੀ ਕਰ ਰਹੇ ਆ, ਸਕਸੈਸਫੁਲੀ ਕਰ ਰਹੇ ਆ। ਉਹਨਾਂ ਨੇ ਪ੍ਰੋਸੈਸਿੰਗ ਯੂਨਿਟ ਵੀ ਲਾਏ ਆ। ਜਿਸ ਮਾਡਲ ਦੀ ਮੈਂ ਬੜਾ ਗੌਰ ਨਾਲ ਸੁਣ ਰਿਹਾ ਸੀਗਾ, ਜਿਸ ਹੱਲ ਦੀ ਅਸੀਂ ਤਲਾਸ਼ ਆ, ਉਹ ਸਾਡੇ ਤੋਂ ਬਿਲਕੁਲ ਲਾਗੇ ਕਿਤੇ ਨਾ ਕਿਤੇ ਇੰਪਲੀਮੈਂਟ ਹੋ ਰਿਹਾ। ਔਰ ਜਿਹੜੀ ਉਸ ਕੰਮ 'ਚ ਵਾਈਬ੍ਰੈਂਸੀ ਆ ਰਹੀ ਹੈ ਉਹ ਇਸ ਕਰਕੇ ਆ ਰਹੀ ਹੈ ਕਿ ਇੱਕ ਬੜਾ ਟਾਈਮਲੀ ਸਟੇਜ ਤੇ ਕਿਸੇ ਪਾਲਿਸੀ ਦਾ ਜਿਹੜਾ ਪ੍ਰੋਗਰਾਮ ਦਾ ਉਹ ਹਿੱਸਾ ਬਣ ਗਿਆ। ਹੁਣ ਮੈਂ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਜਾਂ ਜਿਹੜੀਆਂ FPOs ਨੇ, ਇਹਨਾਂ ਬਾਰੇ ਮੈਂ ਕਿਸੇ ਲੀਡਰ ਤੋਂ, ਪੰਜਾਬ ਪੋਲੀਟੀਕਲ ਲੀਡਰ ਤੋਂ ਕੋਈ ਸਟੇਟਮੈਂਟ ਨਹੀਂ ਸੁਣੀ। ਜਿੰਨਾ ਕੁਝ ਵੀ ਸੁਣਿਆ ਕਿਸਾਨ ਯੂਨੀਅਨਾਂ ਕੋਲ ਵੀ ਸੁਣਿਆ, ਉਹ ਨੈਗੇਟਿਵ ਹੀ ਸੁਣਿਆ। ਸੋ ਇਹ ਸਾਨੂੰ ਪੜਚੋਲ ਕਰਨ ਦੀ ਲੋੜ ਹੈ ਵੀ ਇੱਕ ਪਾਸੇ ਅਸੀਂ ਹੱਲ ਲੱਭ ਰਹੇ ਹਾਂ ਤੇ ਜੋ ਮਾਡਲ ਵਾਕਈ ਫਾਰਮਰ ਦੇ ਹਿੱਤ 'ਚ ਕੰਮ ਕਰ ਰਿਹਾ ਹੈ। ਔਰ ਇਹ ਹਰਿਆਣੇ 'ਚ ਵੀ ਇਹ ਨਹੀਂਗਾ ਵੀ ਇਹ ਇੱਕਦਮ ਆ ਗਿਆ। ਮੈਂ ਖੁਦ ਮਹਾਰਾਸ਼ਟਰ ਦੇ ਐਗਜ਼ਾਮਪਲ ਲਿਆ ਕੇ ਫਾਰਮਰਾਂ ਨੂੰ ਹਰਿਆਣੇ 'ਚ ਵੀ ਦੱਸੇ, ਪੰਜਾਬ 'ਚ ਵੀ ਦੱਸੇ। ਸਿਹਾਦਰੀ ਫਾਰਮ ਜਿਹਨੇ ਨਾਸਿਕ 'ਚ ਹੋ ਸਕਦਾ ਤੁਹਾਡੇ 'ਚ ਬਹੁਤਿਆਂ ਨੇ ਵਿਜ਼ਿਟ ਕੀਤਾ ਹੋਵੇ, ਸਿਹਾਦਰੀ ਫਾਰਮ ਦੇ ਜਿਹੜੇ ਗ੍ਰੇਪ ਤੇ ਅੰਗੂਰ ਜਾਂ ਬਾਕੀ ਜਿਹੜੀ ਪ੍ਰੋਡਿਊਸ ਹੈ
ਉਹ ਲੰਡਨ ਦੇ ਜਾਂ ਟੈਸਕੋ ਦੇ ਸਟੋਰ 'ਚ ਅੱਜ ਅਵੇਲੇਬਲ ਹੈ। ਉਹਨਾਂ ਨੇ 2006-7 ਤੋਂ ਕੰਮ ਕਰਨਾ ਸ਼ੁਰੂ ਕੀਤਾ। ਕੋਆਪਰੇਟਿਵ ਨੂੰ ਉਹਨਾਂ ਨੇ ਕਮੋਡਿਟੀ ਸਪੈਸੀਫਿਕ ਹੋ ਗਏ। ਆਪਣੇ 'ਚ ਕੀ ਨਾਰਥ ਇੰਡੀਆ 'ਚ ਜਿਹੜੀ ਖਾਸ ਕਰ ਪੰਜਾਬ 'ਚ ਜਿਹੜੀ ਵੀ ਗਲਤੀ ਹੈ, ਜਾਂ ਮੈਂ ਗਲਤੀ ਇਸ ਕਰਕੇ ਕਹਿ ਰਿਹਾ ਕਿ ਅਸੀਂ ਹਮੇਸ਼ਾ ਜਿਹੜੀ ਫਾਰਮਰ ਦੀ ਮੂਵਮੈਂਟ ਨੂੰ ਦੇਖਿਆ ਇੱਕ ਕਮਿਊਨਿਟੀ ਸਪੈਸੀਫਿਕ ਹੋ ਕੇ ਵੇਖਿਆ, ਜਦਕਿ ਜਿਹੜੀ ਐਕਚੁਅਲ ਕਾਰਪੋਰੇਟ ਜਿਹੜਾ ਕੋਆਪਰੇਟਿਵ ਸੈਕਟਰ ਹੈ, ਦੁਨੀਆ ਭਰ ਦੇ ਮਾਡਲ ਅਸੀਂ ਦੇਖ ਲਈਏ, ਫਰਾਂਸ ਦਾ ਮਾਡਲ ਦੇਖ ਲਈਏ, ਫਰਾਂਸ ਦਾ 2/3 ਜਿਹੜੇ ਫਾਰਮਰ ਆ ਉਹ ਕਿਸੇ ਨਾ ਕਿਸੇ ਕੋਆਪਰੇਟਿਵ ਦੇ ਹਿੱਸਾ ਨੇ। ਪਰ ਉਹ ਕੋਆਪਰੇਟਿਵ ਇਦਾਂ ਨਹੀਂ ਹੈ ਜਿੱਦਾਂ ਅਸੀਂ ਪੰਜਾਬ 'ਚ ਕੋਆਪਰੇਟਿਵ ਨੂੰ ਦੇਖਦੇ ਹਾਂ ਕਿ ਕੋਈ ਵੀ ਫਾਰਮਰ ਜਿਹੜਾ ਹੈ ਉਹ ਕੋਆਪਰੇਟਿਵ ਦਾ ਹਿੱਸਾ ਬਣ ਗਿਆ। ਅਸੀਂ FPO 'ਚ ਇੱਕ ਰੂਲ ਆਫ ਥੰਬ ਕਹਿ ਲਓ ਜਾਂ ਇੱਕ ਪਾਲਿਸੀ ਹੈ ਕਿ ਐਨੀ ਪ੍ਰੋਡਿਊਸਰ ਇਜ਼ ਅ ਫਾਰਮਰ ਬਟ ਐਵਰੀ ਫਾਰਮਰ may or may not be a producer। ਸੋ ਸਭ ਤੋਂ ਪਹਿਲਾਂ ਤਾਂ ਸਾਨੂੰ ਇੱਕ ਪ੍ਰੋਡਿਊਸਰ ਨੂੰ ਪਛਾਣਨਾ ਬਹੁਤ ਜ਼ਰੂਰੀ ਹੈ। ਉਹ ਪ੍ਰੋਡਿਊਸਰ ਕਿਸ ਵੈਲਿਊ ਚੇਨ ਤੇ ਕੰਮ ਕਰ ਰਿਹਾ। ਸਾਡੇ ਪੰਜਾਬ 'ਚ ਕਿੰਨੂ ਦੀ ਇੱਕ ਬਹੁਤ ਵੱਡੀ ਇੱਕ ਵੈਲਿਊ ਚੇਨ ਹੈ। ਹੁਣ ਜੋ ਸਾਡਾ ਸੀਜ਼ਨ ਹੈ, ਤਕਰੀਬਨ ਸਾਡੀ FPO ਨੇ 100 ਗੱਡੀਆਂ ਦਾ ਇਹ ਸੀਜ਼ਨ 'ਚ ਕੰਮ ਕਰਨਾ ਹੈ ਕਿੰਨੂ ਦਾ। ਬਾਸਮਤੀ ਦੂਜੀ ਹੈ। ਸਾਡੇ ਗੁੜ ਦੀ ਜਿਹੜੀ ਗਲੋਬਲ ਡਿਮਾਂਡ ਹੈ, ਸੋ ਸਾਨੂੰ ਜਿਹੜਾ ਸਾਡਾ ਹਾਈਬ੍ਰਿਡ ਟੋਮੈਟੋ ਹੈ ਉਸ ਦੀ ਪ੍ਰੋਸੈਸਿੰਗ ਨੂੰ ਐਨਕਰੇਜ ਕਰਨ ਦੀ ਲੋੜ ਹੈ। ਕਈ ਸੈਮੀਨਾਰਾਂ 'ਚ ਇਹ ਗੱਲ ਹੋਈ ਹੈ। ਹੁਣ ਜੇ ਮੈਨੂੰ ਰਿਲੇਟ ਕਰਾਂ, ਜਿਹੜੇ ਹੁਣ ਰਿਫਾਰਮ ਆਏ ਨੇ, ਠੀਕ ਹੈ, ਇਹਨਾਂ ਨੂੰ ਕਾਲੇ ਕਾਨੂੰਨ ਅਸੀਂ ਡਿਕਲੇਅਰ ਤਾਂ ਕਰਤਾ, ਪਰ ਇਹਨਾਂ ਦੇ ਵਿੱਚ ਕਈ ਇਹੋ ਜਿਹੇ ਸੋਲੂਸ਼ਨ ਵੀ ਲੁਕੇ ਹੋਏ ਨੇ ਜਿਨ੍ਹਾਂ ਨੂੰ ਸਟੇਟ ਗਵਰਨਮੈਂਟ ਜੇ ਚਾਹੁੰਦੀ ਤਾਂ 2003 ਤੋਂ ਇੰਪਲੀਮੈਂਟ ਕਰ ਸਕਦੀ ਸੀ। ਹੋ ਸਕਦਾ ਜੇ ਉਦੋਂ ਇੰਪਲੀਮੈਂਟ ਕੀਤੇ ਹੁੰਦੇ ਤਾਂ ਅੱਜ ਇਹਨਾਂ ਦੀ ਨਵੇਂ ਰਿਫਾਰਮ ਦੀ ਲੋੜ ਨਾ ਪੈਂਦੀ। ਤੇ ਮੈਂ ਕਈ ਜਗ੍ਹਾ ਡਿਕਲੇਅਰ ਵੀ ਕੀਤਾ ਵੀ ਧੱਕੇਸ਼ਾਹੀ ਕਰਨ ਵਾਲੇ ਨਾਲ ਹੁਣ ਧੱਕੇਸ਼ਾਹੀ ਹੋ ਰਹੀ ਹੈ। ਸੋ ਧੱਕੇਸ਼ਾਹੀ ਪਹਿਲਾਂ ਸਟੇਟ ਨੇ ਵੀ ਕੀਤੀ ਹੈ, ਸਟੇਟ ਨੇ ਆਪਣੀ ਚਲਾਈ ਹੈ। ਇਹਨਾਂ ਨੇ APMs ਨੂੰ ਉਸ ਤਰੀਕੇ ਨਾਲ ਉਹਨਾਂ ਦਾ ਟੈਕਸ ਸਟਰਕਚਰ ਨਹੀਂ ਘਟਾਇਆ। ਪੂਰੇ ਪ੍ਰੋਟੈਸਟ 'ਚ ਜਦੋਂ ਅਸੀਂ ਕਾਲੇ ਕਾਨੂੰਨਾਂ ਦੀ ਗੱਲ ਕਰ ਰਹੇ ਹਾਂ ਤਾਂ ਬਾਰ-ਬਾਰ ਅਸੀਂ ਕਣਕ ਦੇ ਝੋਨੇ ਨੂੰ ਫੋਕਸ ਕੀਤਾ ਜਿਹਦੇ ਤੇ 2.5% ਕਮਿਸ਼ਨ ਹੈ। ਜੇ ਤੁਸੀਂ ਕਿਸੇ ਵੈਜੀਟੇਬਲ ਜਾਂ ਫਰੂਟ ਦੀ ਗੱਲ ਕਰੋ ਤਾਂ ਆੜਤ ਅੱਜ ਵੀ ਉਹਦੇ ਤੇ 10% ਹੈ, ਮੰਡੀ ਫੀਸ ਅੱਜ ਵੀ ਉਹਦੇ ਤੇ 4% ਹੈ। ਸੋ ਇਹ ਜਿਹੜਾ ਇੱਕ ਟ੍ਰੇਡ ਹੈ, ਜਿਵੇਂ ਹੁਣ ਅਸੀਂ ਕਿੰਨੂ ਦੀਆਂ ਗੱਡੀਆਂ ਜੇ ਅਬੋਰ ਤੋਂ ਭੇਜ ਰਹੇ ਹਾਂ ਤਾਂ ਕਲਕੱਤਾ ਜਿਹੜੀ ਗੱਡੀ ਜਾਂਦੀ ਹੈ ਤਾਂ ਉਹਦੇ 'ਚ 15 ਤੋਂ 20 ਹਜ਼ਾਰ ਦਾ ਜੋ ਖਰਚਾ ਹੈ ਪਹਿਲਾਂ ਸਾਨੂੰ ਮੰਡੀ ਬੋਰਡ ਦੇ ਅਫਸਰਾਂ ਨੂੰ ਅਬੋਰ ਦੇ ਬਾਰਡਰ ਤੇ ਦੇਣਾ ਪੈਂਦਾ ਸੀ, ਜਿਹੜਾ ਹੁਣ ਖਤਮ ਹੋਇਆ। ਤਾਂ ਇਹ ਨਹੀਂ ਅਸੀਂ ਕਹਿ ਸਕਦੇ ਵੀ ਇੱਕ ਜੋ ਡਾਇਰੈਕਟ ਟ੍ਰੇਡ ਕਰਨ ਵਾਲਾ ਕੋਈ ਕੋਆਪਰੇਟਿਵ ਹੈ ਜਾਂ ਇੰਡੀਵਿਜੂਅਲ ਫਾਰਮਰ ਹੈ, ਅਸੀਂ ਤਾਂ ਹੱਸ ਕੇ 1-2% ਦੇਣ ਨੂੰ ਤਿਆਰ ਆ, ਪਰ ਜੇ ਕੋਈ ਸਾਡੇ ਕੋਲ 8 ਜਾਂ 10% ਇਸ ਬਿਨਾਂ ਕਿਸੇ ਕੰਟਰੀਬਿਊਸ਼ਨ ਦੇ ਕੋਈ ਡੰਡੇ ਨਾਲ ਮੰਗੂਗਾ ਤਾਂ ਉਹਦੇ ਲਈ ਤਾਂ ਇਹ ਮੈਂ ਕਹੂੰਗਾ ਇੱਕ ਪਲੱਸ ਪੁਆਇੰਟ ਸੀ। ਪਰ ਇਸ ਪਾਸੇ ਨਾ ਤਾਂ ਪਹਿਲਾਂ ਸਟੇਟ ਗਵਰਨਮੈਂਟ ਨੇ ਧਿਆਨ ਦਿੱਤਾ, ਜਿਹਦਾ ਖਮਿਆਜਾ ਹੁਣ ਇਹ ਭੁਗਤਣਾ ਪਿਆ ਵੀ ਇਹ ਇਸ ਤਰੀਕੇ ਦੇ ਨਾਲ ਜਿਹੜੇ ਐਕਟ ਆਏ ਆ ਜਿਹਦੇ ਨਾਲ ਸੈਂਟਰ ਤੇ ਸਟੇਟ ਦਾ ਜਿਹੜਾ ਕਨਫਲਿਕਟ ਆ ਹੋਰ ਵਧਿਆ। ਵਧੀਆ ਹੁੰਦਾ ਵੀ ਜੇ ਸਹੀ ਟਾਈਮ ਦੇ ਨਾਲ ਜੇ ਸਟੇਟ ਨੇ ਰਿਫਾਰਮ ਕੀਤਾ ਹੁੰਦਾ ਤਾਂ ਅਸੀਂ ਉਹਦੇ ਹੱਕ 'ਚ ਸੀ। ਸੋ ਇਹ ਕਿਉਂਕਿ ਸਬਜੈਕਟ ਕਾਫੀ ਲੰਬਾ ਹੈ, ਸੋਲੂਸ਼ਨ ਦੀ ਗੱਲ ਹੈ। ਮੇਰੀ ਸਬਮਿਸ਼ਨ ਤੇ ਸੁਜੈਸ਼ਨ ਤਾਂ ਇਹੀ ਹੈ ਕਿ ਇੱਕ ਤਾਂ ਜਿਹੜੇ ਸਟੇਟ ਦੇ ਵਿੱਚ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਕੰਮ ਕਰ ਰਹੇ ਆ, ਮੇਰੀ ਸਾਰੇ ਐਕਸਪਰਟਸ ਨੂੰ ਵੀ ਇਹ ਰਿਕੁਐਸਟ ਹੈ ਵੀ ਇਹਦੇ ਬਾਰੇ ਵੀ, ਇਹਨਾਂ ਦੀ ਵਾਈਬ੍ਰੈਂਸੀ ਬਾਰੇ ਵੀ ਤੁਸੀਂ ਆਈ ਵੈਲਕਮ ਆਲ ਆਫ ਯੂ। ਤੁਸੀਂ ਮਹਾਰਾਸ਼ਟਰ, ਕਰਨਾਟਕਾ ਜਾਂ ਹਿਮਾਚਲ ਦੇ ਜਾਂ ਜਿਹੜੇ ਹਰਿਆਣੇ 'ਚ ਬਾਕੀ ਸਟੇਟਾਂ 'ਚ ਜਿੱਥੇ ਵੀ FPO ਵਧੀਆ ਕੰਮ ਕਰ ਰਹੇ ਆ, ਕੁਝ FPO ਪੰਜਾਬ 'ਚ ਵੀ ਬਣੇ ਆ ਜਿਹੜੇ ਸੈਲਫ ਪ੍ਰਮੋਟਡ ਆ, ਉਹ ਚੰਗਾ ਕੰਮ ਕਰ ਰਹੇ। ਇਹਨਾਂ ਨੂੰ ਫੋਕਸ ਕਰਕੇ ਕੋਆਪਰੇਟਿਵ ਦਾ ਇਸ ਤੋਂ ਵਧੀਆ ਮਾਡਲ ਨਹੀਂ ਹੋ ਸਕਦਾ। ਡਾਕਟਰ ਸੁਖਪਾਲ ਜੀ ਪੈਨਲ 'ਚ ਨੇ, ਮੈਨੂੰ ਲੱਗਦਾ ਉਹਨਾਂ ਤੋਂ ਵਧੀਆ ਜਾਣਕਾਰੀ ਇਸ ਮਾਡਲ ਦੇ ਨਹੀਂ ਦੇ ਸਕਦੇ। ਅਸੀਂ ਜੋ ਵੀ ਕੁਝ ਸਿੱਖਿਆ ਡਾਕਟਰ ਸੁਖਪਾਲ ਹੁਣਾਂ ਕੋ, ਉਹਨਾਂ ਦੀ ਗਾਈਡੈਂਸ 'ਚ ਰਹਿ ਕੇ ਕੰਮ ਕਰਕੇ ਵੇਖਿਆ। ਵਾਈਬ੍ਰੈਂਸੀ ਹੈ, ਇਹਨੂੰ ਸਮਝਣ ਦੀ, ਇਹਨੂੰ ਪ੍ਰਮੋਟ ਕਰਨ ਦੀ ਲੋੜ ਹੈ। ਤੇ ਸਿੱਧੂ ਸਾਹਿਬ ਦੇ ਜਰੀਏ ਤਾਂ ਮੈਂ ਪੰਜਾਬ ਸਰਕਾਰ ਨੂੰ ਘੱਟੋ ਘੱਟ ਇਹ ਸੁਜੈਸ਼ਨ ਜ਼ਰੂਰ ਪਹੁੰਚਾਊਂਗਾ ਵੀ ਘੱਟੋ ਘੱਟ ਹੁਣ ਜਾਗ ਜੋ। ਪੰਜਾਬ ਇਸ ਵਕਤ ਜੇ ਮੈਂ ਕਹਾਂ ਤਾਂ ਤਕਰੀਬਨ 8-10 ਸਾਲ ਪਿੱਛੇ ਹੈ ਇਸ ਮਾਡਲ ਨੂੰ ਸਮਝਣ ਤੇ ਇਹਨੂੰ ਇੰਪਲੀਮੈਂਟ ਕਰਨ ਬਾਰੇ। ਔਰ ਇਸੇ ਕਰਕੇ ਅਸੀਂ ਇਹੋ ਜਿਹੇ ਹਾਲਾਤ 'ਚ ਫਸ ਗਏ ਹਾਂ ਜਿੱਥੋਂ ਸਾਨੂੰ ਕੋਈ ਹੱਲ ਨਜ਼ਰ ਨਹੀਂ ਆ ਰਿਹਾ। ਸੋ ਜੇ ਅਸੀਂ ਇਹਨੂੰ ਇੰਪਲੀਮੈਂਟ ਟਾਈਮਲੀ ਕੀਤਾ ਹੁੰਦਾ। ਦੂਜੀ ਗਲਤੀ ਪੰਜਾਬ ਇਹ ਕਰ ਰਿਹਾ ਹੈ, ਇੱਕ ਪਾਸੇ ਰਿਫਾਰਮ ਨੂੰ ਲੇਟ ਇੰਟਰੋਡਿਊਸ ਕੀਤਾ, ਦੂਜੇ ਪਾਸੇ ਇਹੋ ਜਿਹੇ ਜਿਹੜੇ ਕੋਆਪਰੇਟਿਵ ਦੇ ਮਾਡਲ ਹੈ ਉਹਨੂੰ ਲੇਟ ਇੰਟਰੋਡਿਊਸ ਕਰ ਰਹੇ ਆ। ਇਸ ਕਰਕੇ ਇੱਕ ਪਾਸੇ ਅਸੀਂ ਕਾਰਪੋਰੇਟ ਨਾਲ ਲੜ ਰਹੇ ਹਾਂ, ਦੂਜੇ ਪਾਸੇ ਸਾਡੇ ਕੋਲ ਕੋਈ ਆਲਟਰਨੇਟਿਵ। ਸੋ ਆਲਟਰਨੇਟਿਵ ਸਾਡੇ ਕੋਲ ਹੈ, ਸਿਰਫ ਉਹਨੂੰ ਇੱਕ ਵਿਜ਼ਨ ਦੀ ਲੋੜ ਹੈ, ਸਮਝਣ ਦੀ ਲੋੜ ਹੈ ਤੇ ਉਹਨੂੰ ਲੀਡ ਕਰਨ ਦੀ ਲੋੜ ਹੈ। ਅਨਫੋਰਚੂਨੇਟਲੀ ਪੰਜਾਬ 'ਚ ਸਾਨੂੰ ਕੋਈ ਇਹੋ ਜਿਹਾ ਚਿਹਰਾ ਨਹੀਂ ਨਜ਼ਰ ਆ ਰਿਹਾ ਜਿਹੜਾ ਇਸ ਮੂਵਮੈਂਟ ਨੂੰ ਲੀਡ ਕਰ ਸਕੇ। ਧੰਨਵਾਦ। बहुत शुक्रिया पुनीत जी, धन्यवाद।
मैं चंगा लगा मैनू। संदीप जी हैगे हो ना? हेलो ਵਿੰਦਰ ਜੀ ਉਹ ਸ਼ਾਇਦ ਡ੍ਰੌਪ ਹੋ ਗਏ ਨੇ। ਹਾਂਜੀ ਸਤਿ ਸ੍ਰੀ ਅਕਾਲ ਸਰ ਸਾਰਿਆਂ ਨੂੰ। ਮੈਂ ਸੰਦੀਪ ਕੌਰ ਅੰਮ੍ਰਿਤਸਰ ਤੋਂ ਹਾਂ। ਅਸੀਂ ਕਾਫੀ ਜ਼ਿਆਦਾ ਪਰੇਸ਼ਾਨੀਆਂ ਦੇਖੀਆਂ ਆਰਗੈਨਿਕ ਖੇਤੀ ਦੇ ਬਾਰੇ ਵਿੱਚ ਕਿ ਸਾਨੂੰ ਕੋਈ ਵੀ ਗਾਈਡ ਕਰਨ ਵਾਲਾ ਨਹੀਂ ਮਿਲਿਆ ਇੱਥੇ। ਕੁਝ ਪੁਰਾਣੇ ਫਾਰਮਰ ਮਿਲੇ KVM ਦੇ ਜਿਨ੍ਹਾਂ ਨੇ ਕਿ ਸਾਨੂੰ ਗਾਈਡ ਕੀਤਾ ਤੇ ਮੈਂ ਹੁਣ ਤੱਕ ਜਿੰਨਾ ਕੁਝ ਵੀ ਸੁਣਿਆ ਹੈ ਸਰ ਉਹਦੇ 'ਚ ਮੈਂ ਕੁਝ ਚੀਜ਼ਾਂ ਕਹਿਣਾ ਚਾਹੂੰਗੀ ਕਿ ਜਿਹੜਾ ਇਹ ਸਾਡਾ ਹੁਣ ਜਿਸ ਮਿਸ਼ਨ ਤੇ ਅਸੀਂ ਗੱਲ ਕਰ ਰਹੇ ਹਾਂ ਉਹਦੇ ਵਿੱਚ ਇੱਕ ਦੋ ਚੀਜ਼ਾਂ ਦੇ ਪੁਆਇੰਟਸ ਜਿਹੜੇ ਕਿ ਇੱਕ ਤੇ ਕੁਝ ਲੋਕਾਂ ਨੇ ਕਿਹਾ ਕਿ ਕੁਝ ਸਾਡੇ ਕਾਫੀ ਸੀਨੀਅਰਸ ਨੇ ਕਿਹਾ ਕਿ ਈਲਡ ਬਹੁਤ ਘੱਟ ਹੁੰਦੀ ਹੈ ਆਰਗੈਨਿਕ ਦੀ, ਤੇ ਬਿਲਕੁਲ ਗਲਤ ਗੱਲ ਹੈ ਕਿਉਂਕਿ ਮੈਂ ਖੁਦ ਕਰ ਚੁੱਕੀ ਹਾਂ ਤੇ ਅਸੀਂ ਕੈਮੀਕਲ ਦੇ ਬਰਾਬਰ ਈਲਡ ਲਈ ਹੈ ਫਸਲਾਂ ਦੀ। ਬਸ ਇਹ ਹੈ ਕਿ ਥੋੜੀ ਮਿਹਨਤ ਜ਼ਿਆਦਾ ਕਰਨੀ ਪੈਂਦੀ ਹੈ। ਅਗਰ ਮਿਹਨਤ ਅਸੀਂ ਕਰਨੇ ਆ ਤੇ ਫਿਰ ਈਲਡ ਬਹੁਤ ਵਧੀਆ ਹੁੰਦੀ ਹੈ। ਔਰ ਨਿਊਟ੍ਰੀਸ਼ਨ ਫੂਡ ਦੀ ਜਿਹੜੀ ਗੱਲ ਹੈ ਉਹ ਬਿਨਾਂ ਆਰਗੈਨਿਕ ਤੋਂ ਪੋਸੀਬਲ ਨਹੀਂ ਹੈ। ਅਗਰ ਸਾਨੂੰ ਚਾਹੀਦਾ ਹੈ ਕਿ ਨਿਊਟ੍ਰੀਸ਼ਨ ਫੂਡ ਹੋਏ ਤੇ ਸਾਨੂੰ ਆਰਗੈਨਿਕ ਤੇ ਹੀ ਕੰਮ ਕਰਨਾ ਪੈਣਾ ਹੈ। ਬਿਨਾਂ ਆਰਗੈਨਿਕ ਤੋਂ ਉਹ ਚੀਜ਼ ਸੰਭਵ ਨਹੀਂ ਹੈ। ਦੂਸਰੀ ਚੀਜ਼ ਸਰ ਮਤਲਬ ਬਹੁਤ ਵੱਡੇ ਲੈਵਲ ਤੇ ਹੀ ਗੱਲਾਂ ਹੋ ਰਹੀਆਂ ਹੈ ਕਿ ਸਾਨੂੰ ਮਤਲਬ ਇਹੋ ਜਿਹੀ ਪਾਲਿਸੀਜ਼ ਬਣਾਉਣੀ ਚਾਹੀਦੀ ਆ, ਪਰ ਮੈਨੂੰ ਲੱਗਦਾ ਹੈ ਕਿ ਅਸੀਂ ਜੇ ਛੋਟੇ ਲੈਵਲ ਤੋਂ ਸ਼ੁਰੂ ਕਰੀਏ, ਜਿਸ ਤਰ੍ਹਾਂ ਕਿ ਮਤਲਬ ਛੋਟੇ ਲੈਵਲਸ ਤੇ ਪਿੰਡਾਂ ਦੇ ਲੈਵਲ ਤੇ ਜਾਂ ਜ਼ਿਲ੍ਹੇ ਦੇ ਲੈਵਲ ਤੇ ਕੰਮ ਕਰੀਏ ਔਰ ਉੱਥੇ ਦੇ ਫਾਰਮਰਸ ਉੱਥੇ ਦੀਆਂ ਛੋਟੀਆਂ ਯੂਨਿਟਸ ਲਾਈਏ ਤੇ ਅਸੀਂ ਇਸ ਮਾਡਲ ਨੂੰ ਜ਼ਿਆਦਾ ਸਕਸੈਸ ਕਰ ਸਕਦੇ ਹਾਂ, ਨਾ ਕਿ ਅਸੀਂ ਵੱਡੀਆਂ ਪਲੈਨਿੰਗਸ ਕਰੀਏ। ਛੋਟੇ ਲੈਵਲ ਤੇ ਹੀ ਤੁਸੀਂ ਨਾ ਮਿਲਟਸ ਬਾਰੇ ਦੱਸੋ, ਤੁਸੀਂ ਮਿਲਟਸ ਬਾਰੇ ਦੱਸੋ। ਹਾਂਜੀ ਜੋ ਕਰਦੇ ਪਿਓ ਨਾ ਪ੍ਰੈਕਟੀਕਲ ਦੱਸੋ, ਪ੍ਰੈਕਟੀਕਲ ਕਰ ਰਹੇ ਹੋ ਦੱਸੋ। ਪ੍ਰੈਕਟੀਕਲ ਬਿਲਕੁਲ ਸਰ। ਮਿਲਟਸ ਤੇ ਅਸੀਂ ਮਿਲਟਸ ਤੇ ਜਿਹੜਾ ਸਾਡਾ ਕੰਮ ਹੈ ਸਰ, ਮਿਲਟਸ ਮਤਲਬ ਬਹੁਤ ਵਧੀਆ ਚੀਜ਼ ਹੈ। ਅਸੀਂ ਬਹੁਤ ਲੋਕਾਂ ਨੂੰ ਠੀਕ ਕਰ ਚੁੱਕੇ ਹਾਂ ਮਿਲਟਸ ਦੇ ਨਾਲ। ਬਹੁਤ ਸਾਰੇ ਆਪਣੇ ਹੈਲਥ ਇਸ਼ੂਜ਼ ਅਸੀਂ ਠੀਕ ਕੀਤੇ ਹੈ। ਸ਼ੂਗਰ ਤੋਂ ਲੈ ਕੇ ਕੈਂਸਰ ਤੱਕ ਦੇ ਪੇਸ਼ੈਂਟਸ ਨੇ ਜਿਨ੍ਹਾਂ ਨੂੰ ਕਿ ਅਸੀਂ ਠੀਕ ਕਰ ਰਹੇ ਹਾਂ ਸਿਰਫ ਮਿਲਟ ਡਾਈਟ ਦੇ ਨਾਲ। ਤੇ ਇਹਦੇ ਵਿੱਚ ਅਸੀਂ ਮਿਲਟਸ ਕਿਸ ਤਰ੍ਹਾਂ ਪਕਾਉਣੀ ਹੈ, ਕਿਸ ਤਰ੍ਹਾਂ ਅਸੀਂ ਉਹਨਾਂ ਨੂੰ ਖਾਣਾ ਹੈ, ਉਹ ਸਾਰੀ ਚੀਜ਼ਾਂ ਅਸੀਂ ਗਾਈਡ ਕਰਨੇ ਆ। ਔਰ ਇੱਥੇ ਆਰਗੈਨਿਕ ਫਾਰਮਰਸ ਦਾ ਵੀ ਕਾਫੀ ਸਾਰਾ ਸਮਾਨ ਹੁੰਦਾ ਹੈ ਸਾਡੇ ਕੋਲ। ਤੇ ਮਿਲਟਸ ਦੇ ਬਾਰੇ ਤਾਂ ਸਰ ਅਗਰ ਗੱਲਾਂ ਕਰਾਂਗੇ ਤਾਂ ਬਹੁਤ ਲੰਬੀਆਂ ਚੌੜੀਆਂ ਗੱਲਾਂ ਹੋ ਜਾਣਗੀਆਂ। ਚਲੋ ਧੰਨਵਾਦ। ਮੈਂ ਦੱਸਾਂ ਮਿਲਟਸ ਖੇਤੀ ਵਿਕਾਸ ਮਿਸ਼ਨ ਨੇ ਕੋਸ਼ਿਸ਼ ਕੀਤੀ ਸੀ ਕਿ ਮਿਲਟਸ ਲਵਾਉਣ ਦੀ, ਪਰ ਕੀ ਹੋਇਆ ਕਿ ਉਹ ਸਾਡੀ ਵੱਡੀ ਕਾਨਫਰੰਸ ਹੋਈ ਮਿਲਟ ਦੇ ਉੱਤੇ ਸੁਲਤਾਨਪੁਰ ਲੋਧੀ ਬਾਬੇ ਨਾਨਕ ਦੇ 550 ਸਾਲਾਂ ਜੋੜ ਕੇ, ਉਹ ਖਤਮ ਹੋਈ 19 ਮਾਰਚ ਨੂੰ ਔਰ ਪੂਰੇ ਪੰਜਾਬ ਤੋਂ 1000 ਤੋਂ ਜ਼ਿਆਦਾ ਕਿਸਾਨਾਂ ਨੇ ਭਾਗ ਲਿੱਤਾ। ਬੜੇ ਵੱਡੇ ਪੈਮਾਨੇ ਤੇ ਮਿਲਟ ਪ੍ਰਮੋਸ਼ਨ ਦੀ ਕੈਂਪੇਨ ਬਣੀ ਤੇ 22 ਜਾਂ 23 ਮਾਰਚ ਨੂੰ ਲੱਗਿਆ ਪੰਜਾਬ 'ਚ ਕਰਫਿਊ। ਉਹ ਸਾਡੇ ਸਾਰੇ ਬੀਜ ਜਿਹੜੇ ਅਸੀਂ ਲੈ ਕੇ ਆਏ ਹੋਏ ਸੀ ਉਹ ਸਾਡੇ ਬੀਜ ਵੰਡੇ ਹੀ ਨਹੀਂ ਗਏ ਪੰਜਾਬ 'ਚ। ਅਸੀਂ ਪੂਰੇ ਪੰਜਾਬ 'ਚ ਯਾਤਰਾ ਦੀ ਪਲੈਨਿੰਗ ਬਣਾਈ ਸੀ, ਵਰਕਸ਼ਾਪ ਦੀ ਪਲੈਨਿੰਗ ਬਣਾਈ ਸੀ, ਅਸੀਂ ਕੁਝ ਵੀ ਲਾਗੂ ਨਹੀਂ ਕਰ ਸਕੇ। ਫਿਰ ਵੀ ਇਸ ਦੇ ਬਾਵਜੂਦ ਵੀ ਲਗਭਗ 2500 ਕਿਸਾਨਾਂ ਨੇ ਪੰਜਾਬ 'ਚ ਮਿਲਟਸ ਲਗਾਏ ਨੇ ਔਰ ਅਸੀਂ ਮਿਲਟ ਪ੍ਰੋਸੈਸਿੰਗ ਯੂਨਿਟ ਵੀ ਲਗਵਾ ਰਹੇ ਹਾਂ। ਇਹ ਸਾਡੀ ਭੈਣ ਵੀ ਮਿਲਟਸ ਨੂੰ ਪ੍ਰਮੋਟ ਕਰ ਰਹੀ ਹੈ, ਮਿਲਟਸ ਵੇਚ ਰਹੀ ਹੈ। ਮੈਂ ਹੁਣ ਮਤਲਬ ਕਿ ਕੁਝ ਜਿਹੜੇ ਮੇਨ ਐਕਸਪਰਟਸ ਨੇ ਉਹ ਬੋਲਣ। ਮੈਂ ਡਾਕਟਰ ਰਮੇਸ਼ ਅਰੋੜਾ ਨੂੰ ਬੇਨਤੀ ਕਰਾਂਗਾ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਸਿੱਧੂ ਸਾਹਿਬ ਦਾ ਧੰਨਵਾਦੀ ਹਾਂ ਵੀ ਉਹਨਾਂ ਨੇ ਇਹ ਟਾਕ ਰੱਖੀ ਜਿਹਦੇ ਵਿੱਚ ਕਿ ਸਾਨੂੰ ਆਪਸ ਵਿੱਚ ਵਿਚਾਰ ਵਟਾਂਦਰੇ ਦਾ ਮੌਕਾ ਮਿਲਿਆ। ਐਕਸਪਰਟਸ ਨੇ ਕਾਫੀ ਗੱਲਾਂ ਦੱਸਤੀਆਂ। ਜਿਹੜੀ ਸਿੱਧੂ ਸਾਹਿਬ ਨੇ ਸਟਾਰਟ ਕੀਤਾ ਵੀ ਇਹ ਪ੍ਰੋਬਲਮ ਬਹੁਤ ਪੁਰਾਣੀ ਹੈ। ਮੈਂ PAU ਵਿੱਚ ਰਿਸਰਚ ਐਸੋਸੀਏਟ ਜੁਆਇਨ ਕੀਤਾ ਸੀ 1978 ਵਿੱਚ। ਉਦੋਂ ਸਾਡੇ ਬੌਸ ਹੁੰਦੇ ਸੀ ਅਟਵਾਲ ਸਾਹਿਬ। ਉਹਨਾਂ ਨੇ ਕਾਨਫਰੰਸ ਰੱਖੀ ਲੈਂਡ ਐਂਡ ਵਾਟਰ ਮੈਨੇਜਮੈਂਟ ਇਨ ਇੰਡਸ ਬੇਸਿਨ, ਪਾਣੀ ਤੇ ਲੈਂਡ ਧਰਤੀ, ਇਹਨਾਂ ਦੀਆਂ ਪ੍ਰੋਬਲਮਸ ਕਿਵੇਂ। ਤੇ ਉਹ ਬਿਲਕੁਲ ਸਹੀ ਗੱਲ ਹੈ ਵੀ ਉਦੋਂ ਉਹਨਾਂ ਨੇ ਇਹ ਕਿਹਾ ਵੀ ਇਹ ਇਕੋਲੋਜੀਕਲ ਪ੍ਰੋਬਲਮ ਹੈ ਅੱਜ, ਲੇਕਿਨ ਜੇ ਅਸੀਂ ਇਹਨੂੰ ਨਹੀਂ ਸੈਟਲ ਕਰਾਂਗੇ ਤੇ ਹੌਲੀ ਹੌਲੀ ਇਕਨੋਮਿਕ ਐਂਡ ਸੋਸ਼ਲ ਪ੍ਰੋਬਲਮ ਬਣ ਜਾਏਗੀ, ਜਿਹੜੀ ਕਿ ਹੁਣ ਅਸੀਂ ਕਿੰਨੇ ਸਾਲਾਂ ਤੋਂ ਦੇਖ ਰਹੇ ਹਾਂ।
तो ਇਹਦੇ ਸੋਲੂਸ਼ਨ ਲਈ ਇਹ ਹੈ ਵੀ ਸਰਕਾਰ ਨੇ ਪਹਿਲਾਂ ਸਾਨੂੰ ਕਣਕ ਝੋਨੇ 'ਚ ਲਾਤਾ ਅਸ਼ੋਰਡ ਪ੍ਰਾਈਸ ਦੇ ਕੇ, ਕਿਉਂਕਿ ਮੁਲਕ ਨੂੰ ਲੋੜ ਸੀ। ਹੁਣ ਉਹ ਬਾਹਰ ਨਿਕਲਣਾ ਚਾਹੁੰਦੇ ਆ ਕਿਉਂਕਿ ਬਾਕੀ ਸਟੇਟਾਂ ਆਪਣਾ ਜੋਗਾ ਕਣਕ ਝੋਨਾ ਪ੍ਰੋਡਿਊਸ ਕਰਨ ਲੱਗ ਪਈਆਂ ਤੇ ਉਹ ਪੰਜਾਬ ਤੋਂ ਬਾਈ ਨਹੀਂ ਕਰਨਾ ਚਾਹੁੰਦੇ। ਠੀਕ ਹੈ, ਹੁਣ ਮੇਨ ਚੀਜ਼ ਇਹ ਹੈ ਕਿ ਗਵਰਨਮੈਂਟ ਦਾ ਬਾਹਰ ਨਿਕਲਣਾ ਕੋਈ ਸੋਲੂਸ਼ਨ ਨਹੀਂ ਹੈ। ਗਵਰਨਮੈਂਟ ਨੂੰ ਸਟੈਪ ਹੋਰ ਤਰੀਕੇ ਨਾਲ ਲੈਣੇ ਚਾਹੀਦੇ ਆ ਜਿਹਦੇ ਨਾਲ ਕਿ ਐਗਰੀਕਲਚਰ ਦੁਬਾਰਾ ਸਸਟੇਨੇਬਿਲਿਟੀ ਵੱਲ ਸਟੇਬਲਾਈਜ਼ ਹੋਵੇ ਕਣਕ ਝੋਨੇ ਤੋਂ ਨਿਕਲ ਕੇ। ਪਹਿਲੀ ਚੀਜ਼ ਤੇ ਇਹ ਹੈ ਕਿ ਜਿਵੇਂ ਪਹਿਲਾਂ ਹੀ ਦੱਸਿਆ ਗਿੱਲ ਸਾਹਿਬ ਨੇ ਬਈ ਐਮਐਸਪੀ ਤੇ ਏਪੀਐਮਸੀ ਸਿਸਟਮ ਨੂੰ ਸਟਰੈਂਥਨ ਕਰਨ ਦੀ ਲੋੜ ਹੈ ਰਾਦਰ ਦੈਨ ਕਿ ਉਹਨੂੰ ਡਿਸਰਪਟ ਕੀਤਾ ਜਾਵੇ। ਐਮਐਸਪੀ ਦੇ ਉੱਪਰ ਕਣਕ ਝੋਨੇ ਦੇ ਨਾਲ ਨਾਲ ਬਾਕੀ ਜਿਹੜੀਆਂ ਫਸਲਾਂ ਨੇ, ਸਾਡੀ ਮੱਕੀ ਹੋ ਗਈ, ਮਿਲਟਸ ਹੋ ਗਏ, ਆਇਲ ਸੀਡ ਤੇ ਪਲਸਿਸ ਅਸੀਂ ਬਾਹਰੋਂ ਮੰਗਾ ਰਹੇ ਹਾਂ, ਕਰੋੜਾਂ ਰੁਪਈਆ ਅਰਬਾਂ ਰੁਪਈਆ ਦਾ ਫੋਰਨ ਐਕਸਚੇਂਜ ਲਾ ਰਹੇ ਹਾਂ, ਤੇ ਉਹ ਅਸੀਂ ਪੰਜਾਬ ਤੋਂ ਕਿਉਂ ਨਹੀਂ ਪ੍ਰੋਡਿਊਸ ਕਰ ਸਕਦੇ ਤੇ ਪ੍ਰੋਕਿਓਰ ਕਰ ਸਕਦੇ। ਪ੍ਰੋਕਿਓਰਮੈਂਟ ਚਾਹੇ ਸੈਂਟਰ ਗਵਰਨਮੈਂਟ ਕਰੇ, ਚਾਹੇ ਸਟੇਟ ਗਵਰਨਮੈਂਟ ਕਰੇ, ਚਾਹੇ ਪ੍ਰਾਈਵੇਟ ਸੈਕਟਰ ਕਰੇ, ਫਾਰਮਰ ਨੂੰ ਐਮਐਸਪੀ ਅਸ਼ੋਰ ਕੀਤਾ ਜਾਵੇ ਤੇ ਉਸ ਤੋਂ ਬਾਅਦ ਆਇਲ ਸੀਡ ਤੇ ਪਲਸਿਸ ਸਾਰੇ ਦੇ ਸਾਰੇ ਜਿੰਨਾ ਵੀ ਅਸੀਂ ਬਾਹਰੋਂ ਲੈਂਦੇ ਹਾਂ ਉਹ ਅਸੀਂ ਪੰਜਾਬ ਵਿੱਚ ਪ੍ਰੋਡਿਊਸ ਕਰ ਸਕਦੇ ਹਾਂ ਆਪਣਾ। ਫਿਰ ਕਾਟਨ ਹੈ, ਇੰਨੀ ਇੰਪੋਰਟੈਂਟ ਕ੍ਰੌਪ ਹੈ। ਕਾਟਨ ਤੇ ਸਭ ਤੋਂ ਜ਼ਿਆਦਾ ਮੈਕਸਿਮਮ ਜਿਹੜੀ ਏਮਪਲੋਇਮੈਂਟ ਜਨਰੇਸ਼ਨ ਹੈ ਉਹ ਥਰੂ ਕਾਟਨ ਹੈ। ਟੈਕਸਟਾਈਲ ਹੈ, ਪਹਿਲਾਂ ਅਸੀਂ ਟੈਕਸਟਾਈਲ ਦੇ ਵਿੱਚ ਰਿਸਰਚ ਵੱਲ ਧਿਆਨ ਨਾ ਦੇ ਕੇ ਤਿਰੂਪੁਰ ਤੋਂ ਮਾਰ ਖਾਦੀ, ਸਾਡੀ ਟੈਕਸਟਾਈਲ ਇੰਡਸਟਰੀ ਉਧਰ ਸ਼ਿਫਟ ਹੋ ਗਈ, ਦੇ ਵਰ ਪ੍ਰੋਡਿਊਸਿੰਗ ਚੀਪਰ। ਹੁਣ ਅਸੀਂ ਉਧਰੋਂ ਵੀ ਚਲੀ ਗਈ ਵੀ ਵੀਅਤਨਾਮ ਤੇ ਬੰਗਲਾਦੇਸ਼ ਕਰੀ ਜਾਂਦੇ, ਜਦ ਕਿ ਸਾਡੇ ਕੋਲ ਸਾਰੀ ਕੈਪੇਬਿਲਿਟੀ ਹੈ ਤੇ ਅਸੀਂ ਆਪਣੇ ਕਾਟਨ ਪ੍ਰੋਡਿਊਸ ਕਰ ਸਕਦੇ ਹਾਂ, ਕਾਟਨ ਡਿਫਰੈਂਟ ਟਾਈਪ ਦੀ। ਉਹਦੇ ਨਾਲ ਉਹਦਾ ਯਾਰਨ ਬਣਦਾ ਹੈ, ਯਾਰਨ ਜਿਨਿੰਗ ਮਿਲਦਾ ਹੈ ਨੇ, ਫਿਰ ਯਾਰਨ ਹੈ, ਫਿਰ ਟੈਕਸਟਾਈਲ ਹੈ, ਫਿਰ ਉਹਦੀ ਫੈਸ਼ਨ ਟੈਕਨੋਲੋਜੀ ਹੈ। ਸਾਰੀ ਚੇਨ ਦੇ ਵਿੱਚ ਲੱਖਾਂ ਲੋਕਾਂ ਨੂੰ ਰੋਜ਼ਗਾਰ ਮਿਲਦਾ। ਕਾਟਨ ਮੇਨ ਕ੍ਰੌਪ ਹੋਣੀ ਚਾਹੀਦੀ ਹੈ ਸਾਡੇ ਬਹੁਤ ਏਰੀਆ ਦੇ ਵਿੱਚ। ਪੋਟੈਟੋ ਹੈ, ਪੋਟੈਟੋ ਦੇ ਵਿੱਚ ਚਿਪਸ ਹੈ, ਫ੍ਰੈਂਚ ਫਰਾਈਜ਼ ਹੈ, ਡਿਫਰੈਂਟ ਟਾਈਪ ਆਫ ਪੋਟੈਟੋਸ ਨੀਡ ਟੂ ਬੀ ਪ੍ਰੋਡਿਊਸਡ। ਜਿਹੜੀ ਸਟੇਟ ਗਵਰਨਮੈਂਟ ਵੀ ਪ੍ਰੋਕਿਉਰਮੈਂਟ ਦੇ ਵਿੱਚ ਆਵੇ, ਮਿਡ ਡੇ ਮੀਲ ਲਈ ਲਵੇ, ਆਂਗਣਵਾੜੀ ਸਪਲੀਮੈਂਟੇਸ਼ਨ ਲਈ ਲਵੇ, ਅੰਮਾ ਕੰਟੀਨ ਟਾਈਪ ਜਿਹੜਾ ਆਟਾ ਦਾਲ ਸਕੀਮ ਹੈ ਉਹਦੇ ਨਾਲੋਂ ਜਿਹੜੀਆਂ ਅੰਮਾ ਕੰਟੀਨ ਸੀਗੀਆਂ ਉਹ ਬਹੁਤ ਯੂਸਫੁਲ ਸੀ। ਉਹਦੇ 'ਚ ਬੜਾ ਸਸਤੇ ਰੇਟ ਤੇ ਗਰੀਬਾਂ ਨੂੰ ਖਾਣਾ ਮਿਲਦਾ, ਕੋਈ ਪੈਕਿੰਗ ਸਿਸਟਮ ਨਹੀਂ, ਕੋਈ ਕੁਝ ਨਹੀਂ। ਜਿਹੜਾ ਉੱਥੇ ਬੈਠ ਕੇ ਖਾਣਾ ਚਾਹੁੰਦਾ ਉਹਨੂੰ ਬੜੇ ਰੀਜ਼ਨੇਬਲ ਰੇਟ ਤੇ ਹਰ ਬੰਦੇ ਨੂੰ ਮੇਨ ਜਗ੍ਹਾ ਜਿੱਥੇ ਪੋਪੂਲੇਸ਼ਨ ਨੇ ਅਰਬਨ ਸੈਂਟਰਸ ਉੱਥੇ ਕੈਂਟੀਨਸ ਖੁੱਲਣੀਆਂ ਚਾਹੀਦੀਆਂ। ਉਹਦੇ ਲਈ ਸਾਰੀ ਪ੍ਰੋਕਿਉਰਮੈਂਟ ਸਟੇਟ ਗਵਰਨਮੈਂਟ ਕਰੇਗੀ ਤੇ ਲੋਕਲ ਪ੍ਰੋਡਿਊਸ ਹੋਏਗੀ। ਫਿਰ ਜਿਹੜੇ ਮਿਡ ਡੇ ਮੀਲ ਨੇ ਉਹਦੇ 'ਚ ਆਪਾਂ ਮਿਲਟਸ ਦੇ ਪ੍ਰੋਡਕਟਸ ਇੰਟਰੋਡਿਊਸ ਕਰਾਈਏ, ਲੋਕਲੀ ਮਿਲਟ ਪ੍ਰੋਡਿਊਸ ਹੋਏਗਾ ਐਂਡ ਲੋਕਲੀ ਮਿਲਟਸ ਕੰਜ਼ਿਊਮ ਹੋਏਗਾ। ਦੂਸਰੀ ਚੀਜ਼ ਹੈ ਵੀ 50% ਤੋਂ ਵੱਧ ਪੋਪੂਲੇਸ਼ਨ ਐਗਰੀਕਲਚਰ ਤੇ ਡਿਪੈਂਡ ਕਰ ਰਹੀ ਹੈ ਤੇ ਫਿਰ ਐਜ਼ ਏ ਰਿਸਪੌਂਸਿਬਲ ਸਿਟੀਜ਼ਨ ਔਰ ਐਜ਼ ਏ ਰਿਸਰਚਰ ਅਸੀਂ ਇਹ ਡਿਮਾਂਡ ਕਰਦੇ ਹਾਂ ਕਿ ਗਵਰਨਮੈਂਟ ਸ਼ੁੱਡ ਇਨਕਰੀਜ਼ ਇਨਵੈਸਟਮੈਂਟ ਇਨ ਐਗਰੀਕਲਚਰ। ਐਗਰੀਕਲਚਰ ਦੇ ਵਿੱਚ ਪਬਲਿਕ ਸੈਕਟਰ ਇਨਵੈਸਟਮੈਂਟ ਘਟਦੀ ਜਾ ਰਹੀ ਹੈ, ਜਦ ਕਿ ਇਹ ਵਧਣੀ ਚਾਹੀਦੀ ਹੈ ਕਿਉਂਕਿ ਅੱਧੇ ਤੋਂ ਵੱਧ ਲੋਕੀ ਤਾਂ ਰੋਟੀ ਇਹਦੇ ਚੋਂ ਖਾ ਰਹੇ, ਇਸ ਕਰਕੇ ਦੇ ਮਸਟ ਇਨਕਰੀਜ਼। ਉਹਦੇ 'ਚ ਇਹ ਹੈ ਕਿ ਏਪੀਐਮਸੀ ਸਿਸਟਮ ਜਿਹੜਾ ਇਟ ਨੀਡਸ ਟੂ ਬੀ ਸਟਰੈਂਥਨ ਇਸ ਤਰੀਕੇ ਨਾਲ ਹੋਏਗਾ ਕਿ ਅਸੀਂ ਕਿਉਂਕਿ ਇੱਕ ਕ੍ਰੌਪ ਦੀ ਜਗ੍ਹਾ ਹੁਣ 2 ਕ੍ਰੌਪਸ ਦੀ ਜਗ੍ਹਾ ਕਈ ਸਾਰੀਆਂ ਕ੍ਰੌਪਸ ਖਰੀਦਣੀਆਂ, ਹਰ ਇੱਕ ਲਈ ਸਟੋਰੇਜ ਕੰਡੀਸ਼ਨਸ ਅਸੀਂ ਕ੍ਰੀਏਟ ਕਰਨੀਆਂ, ਹਰ ਇੱਕ ਕੁਝ ਦੀਆਂ ਪ੍ਰੋਸੈਸਿੰਗ ਫੈਸਿਲਿਟੀਜ਼ ਕ੍ਰੀਏਟ ਕਰਨੀਆਂ ਪੈਣਗੀਆਂ। ਫਲਾਵਰਸ ਕੈਨ ਬੀ ਅ ਵੈਰੀ ਗੁੱਡ ਇਨਵੈਸਟਮੈਂਟ ਤੇ ਬਹੁਤ ਜ਼ਿਆਦਾ ਡਿਮਾਂਡ ਹੈ। ਓਨਲੀ ਥਿੰਗ ਇਸ ਕਿ ਫਲਾਵਰਸ ਪ੍ਰੋਡਿਊਸ ਹੋ ਕੇ ਤੇ ਉਸੇ ਦਿਨ ਉਹ ਜਾਣੇ ਆ, ਉਹਦੀ ਟਰਾਂਸਪੋਰਟ ਫੈਸਿਲਿਟੀਜ਼ ਦੀ ਲੋੜ ਹੈ। ਸੋ ਬਹੁਤ ਚੀਜ਼ਾਂ ਅਸੀਂ ਇੰਟਰੋਡਿਊਸ ਕਰ ਸਕਦੇ ਹਾਂ ਥਰੂ ਏਪੀਐਮਸੀ ਐਂਡ ਫਿਰ ਫਾਰਮਰਸ ਨੂੰ ਕ੍ਰੈਡਿਟ। ਲੋਨ ਲੈਣਾ ਇੰਨਾ ਔਖਾ ਹੈ, ਜੇ ਫਾਰਮਰਸ ਨੂੰ ਈਜ਼ੀਲੀ ਲੋਨ ਮਿਲੇ ਤਾਂ ਫਾਰਮਰ ਕਿਤੇ ਪ੍ਰਾਈਵੇਟ ਸੈਕਟਰ ਕੋਲ ਜਾਏਗਾ ਹੀ ਨਹੀਂ, ਪਬਲਿਕ ਸੈਕਟਰ ਤੋਂ ਉਹਨੂੰ ਈਜ਼ੀ ਇੰਟਰਸਟ ਰੇਟ ਤੇ ਲੋਨ ਮਿਲਣਾ ਚਾਹੀਦਾ। ਜਿਹੜੀਆਂ ਸਬਸਿਡੀਜ਼ ਆ ਫਰਟੀਲਾਈਜ਼ਰ ਤੇ ਬੰਦ ਕਰ ਦਿਓ, ਇਲੈਕਟ੍ਰਿਸਿਟੀ ਤੇ ਬੰਦ ਕਰ ਦਿਓ, ਲੇਕਿਨ ਉਹਨਾਂ ਸਬਸਿਡੀਜ਼ ਨੂੰ ਤੁਸੀਂ ਫਾਰਮਰ ਨੂੰ ਇਨ ਟਰਮਸ ਆਫ ਕੁਆਲਿਟੀ ਸੀਡਸ, ਬੀਜ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜਿਹਦੇ ਨਾਲ ਫਾਰਮਰ ਨੇ ਕੁਝ ਵੀ ਪ੍ਰੋਡਿਊਸ ਕਰਨਾ ਰੀਜ਼ਨੇਬਲ ਰੇਟ ਦੇ ਉੱਪਰ। ਜਿਹੜੇ ਏਰੀਆ ਲਈ ਅਸੀਂ ਜਿਹੜੀ ਫਸਲ ਰਿਕਮੈਂਡ ਕਰਦੇ ਹਾਂ ਉਸ ਫਸਲ ਦਾ ਬੀਜ ਫਾਰਮਰ ਨੂੰ ਬਹੁਤ ਸਬਸਿਡਾਈਜ਼ਡ ਰੇਟ ਤੇ ਫ੍ਰੀ ਨਹੀਂ ਮਿਲਣਾ ਚਾਹੀਦਾ, ਬਹੁਤ ਸਬਸਿਡਾਈਜ਼ਡ ਰੇਟ ਤੇ ਮਿਲਣਾ ਚਾਹੀਦਾ। ਫਿਰ ਆਰਗੈਨਿਕ ਇਨਪੁਟਸ, ਜੇ ਅਸੀਂ ਆਰਗੈਨਿਕ ਐਗਰੀਕਲਚਰ ਨੂੰ बढ़ावा देना चाहते हैं तो झारखंड वाल झाती मारीए। झारखंड के अंदर पिछले 8-10 साल ਦੇ ਵਿੱਚ बहुत अच्छा काम होया, उन्होंने ऑर्गेनिक एग्रीकल्चर अथॉरिटी बनाई है। ਅਸੀਂ ਵੀ ਆਪਣੇ ਆਰਗੈਨਿਕ ਫਾਰਮਰ ਨੂੰ ਆਰਗੈਨਿਕ ਇਨਪੁਟਸ ਬਹੁਤ ਸਬਸਿਡਾਈਜ਼ਡ ਰੇਟ ਤੇ ਦਈਏ ਜਿਹੜੇ ਏਰੀਆ ਦੇ ਵਿੱਚ ਅਸੀਂ ਕਰਨਾ ਚਾਹੁੰਦੇ ਹਾਂ।
ਤਾਂ ਉਹ ਬਹੁਤ ਯੂਸਫੁਲ ਪ੍ਰੋਡਿਊਸ ਹੋਏਗਾ। ਫਿਰ ਈਕੋਸਿਸਟਮ ਸਰਵਿਸਿਜ਼ ਵਰਲਡ ਓਵਰ WTO ਕਰਕੇ ਟ੍ਰੈਂਡ ਚੱਲ ਰਿਹਾ ਵੀ ਫਾਰਮਰ ਨੂੰ ਸਬਸਿਡੀ ਨਹੀਂ ਦੇ ਸਕਦੇ, ਤੇ ਐਡਵਾਂਸਡ ਕੰਟਰੀਜ਼ ਨੇ ਇਹ ਤਰੀਕਾ ਇੱਕ ਲੱਭਿਆ ਹੈ ਵੀ ਇੱਕ ਈਕੋਸਿਸਟਮ ਸਰਵਿਸਿਜ਼ ਲਈ ਉਹਨਾਂ ਨੂੰ ਉਹ ਮਨੀ ਟ੍ਰਾਂਸਫਰ ਕਰਦੇ ਆ। ਤੇ ਸਾਡੇ ਜਿਹੜੇ ਆਰਗੈਨਿਕ ਫਾਰਮਰ ਹੋਣਗੇ, ਸਾਡੇ ਜਿਹੜੇ ਨੈਚੁਰਲ ਫਾਰਮਿੰਗ ਵਾਲੇ ਹੋਣਗੇ, ਸਾਡੇ ਜਿਹੜੇ ਡਾਇਵਰਸੀਫਾਈਡ ਫਾਰਮਿੰਗ ਵਾਲੇ ਹੋਣਗੇ, ਜਿਹੜੇ ਸਾਡੇ ਸੋਇਲ ਹੈਲਥ ਨੂੰ ਇੰਪਰੂਵ ਕਰਨਗੇ, ਪੋਲੀਨੇਟਰ ਸਰਵਿਸਿਜ਼ ਨੂੰ ਇੰਪਰੂਵ ਕਰਨਗੇ, ਉਹਨਾਂ ਨੂੰ ਅਸੀਂ ਈਕੋਸਿਸਟਮ ਸਰਵਿਸਿਜ਼ ਦੇ ਬਦਲੇ ਮਨੀ ਦੇ ਸਕਦੇ। that is allowed in WTO। ਫਿਰ ਪ੍ਰੋਟੈਕਟਡ ਕਲਟੀਵੇਸ਼ਨ ਹੈ, ਜਿਵੇਂ ਨੈਟ ਹਾਊਸ, ਗ੍ਰੀਨ ਹਾਊਸ, ਲੋ ਟਨਲ ਟੈਕਨੋਲੋਜੀ ਕਈ ਟਾਈਪ ਦੀ ਹੈ। ਇਹਦੇ ਜੇ ਗਵਰਨਮੈਂਟ ਸਬਸਿਡੀ ਦਿੰਦੀ ਹੈ ਤਾਂ ਬਹੁਤ ਜ਼ਿਆਦਾ ਸਕੋਪ ਹੈ ਵੈਜੀਟੇਬਲ ਪ੍ਰੋਡਕਸ਼ਨ ਵਧਾਉਣ ਦਾ। ਕਈ ਵੈਜੀਟੇਬਲਸ ਉਹਦੇ ਚ ਪ੍ਰੋਡਿਊਸ ਹੁੰਦੀਆਂ ਐਂਡ ਯੀਲਡ ਵੀ ਬਹੁਤ ਵੱਧ ਜਾਂਦੀ ਹੈ, ਤੇ ਜਿਹੜੀਆਂ ਆਪਣੀਆਂ ਨਾਰਮਲ ਸੀਜ਼ਨ ਦੇ ਵਿੱਚ ਨਹੀਂ ਹੋ ਸਕਦੀਆਂ ਉਹ ਸਾਰੀਆਂ ਦੀਆਂ ਸਾਰੀਆਂ ਗਰੋ ਹੋ ਸਕਦੀਆਂ। ਜਿਹੜੀਆਂ ਇੱਕ ਥਿੰਡ ਸਾਹਿਬ ਨੇ ਬਹੁਤ ਅੱਛੀ ਗੱਲ ਕਹੀ ਵੀ FPOs ਨੂੰ ਸਟਰੈਂਥਨ ਕਰੋ। ਜਿਹੜੇ ਫਾਰਮਰ ਆਰਗੇਨਾਈਜੇਸ਼ਨ ਨੇ, ਚਾਹੇ ਉਹ ਕੋਆਪਰੇਟਿਵਸ ਨੇ, ਚਾਹੇ ਸੈਲਫ ਹੈਲਪ ਗਰੁੱਪਸ ਨੇ, ਚਾਹੇ FPOs ਨੇ, ਇਹ ਸਾਰੇ ਦੇ ਸਾਰੇ ਸਟਰੈਂਥਨ ਹੋਣੇ ਬਹੁਤ ਜ਼ਰੂਰੀ ਨੇ। ਕਾਰਪੋਰੇਟਸ ਦਾ ਜੇ ਅਸੀਂ ਮੁਕਾਬਲਾ ਕਰਨਾ ਤਾਂ ਉਹਦੇ ਲਈ ਸਾਨੂੰ ਆਪਣੇ ਗਰੁੱਪਸ ਬਣਾਉਣੇ ਪੈਣਗੇ। ਉਹਨਾਂ ਬਣ ਤਾਂ ਹੀ ਸਕਦੇ ਆ ਜੇ ਸਾਨੂੰ ਗਵਰਨਮੈਂਟ ਦੀ ਇਨੀਸ਼ੀਅਲ ਸਟੇਜ ਤੇ ਸਪੋਰਟ ਹੋਵੇ। ਬਾਅਦ ਵਿੱਚ ਤਾਂ ਹੁਣ ਜੇ ਤੁਸੀਂ USA ਵੱਲ ਝਾਤੀ ਮਾਰੋ, ਇੰਨੇ ਸਟਰੋਂਗ ਨੇ ਵੀ ਉਹ ਆਪਣੇ ਰਿਸਰਚ ਪ੍ਰੋਜੈਕਟਸ ਸਪਾਂਸਰ ਕਰਾਉਂਦੇ ਨੇ। ਜਿਹੜੀ ਉਹਨਾਂ ਦੀ ਪ੍ਰੋਬਲਮ ਆਉਂਦੀ ਹੈ ਉਹ ਯੂਨੀਵਰਸਿਟੀ ਤੋਂ ਸੋਲਵ ਕਰਾਉਂਦੇ ਆ ਬਾਈ ਪੇਇੰਗ ਮਨੀ, ਬਟ ਇਨੀਸ਼ੀਅਲੀ ਸਾਨੂੰ ਸਪੋਰਟ ਕਰਨਾ ਪੈਣਾ। ਫਿਰ ਆਂਦਾ ਮੈਂ ਆਪਣੇ ਏਰੀਆ ਦੇ ਵਿੱਚ ਵੀ ਐਗਰੀਕਲਚਰਲ ਰਿਸਰਚ, ਇਹ ਠੀਕ ਹੈ ਬਿਲਕੁਲ ਬਈ, ਜਦ ਅਸੀਂ ਤਾਂ ਹੀ ਆਲਟਰਨੇਟਿਵ ਮਾਡਲ ਵਿੱਚ ਮੂਵ ਕਰ ਸਕਦੇ ਹਾਂ ਜੇ ਐਗਰੀਕਲਚਰ ਰਿਸਰਚ ਦੀ ਰੀਓਰੀਐਂਟੇਸ਼ਨ ਹੋਵੇ। ਮੋਸਟ ਜਿਹੜੀਆਂ ਅਸੀਂ ਉੱਥੇ ਇੰਪਰੂਵਡ ਕਿਸਮਾਂ ਕੱਢ ਰਹੇ ਹਾਂ ਉਹ ਸਾਰੀਆਂ ਦੀ ਸਾਰੀਆਂ ਜਿਹੜੀ ਕਮਰਸ਼ੀਅਲ ਐਗਰੀਕਲਚਰ ਹੈ ਉਹਨਾਂ ਕੰਡੀਸ਼ਨਸ ਵਿੱਚ ਕਰ ਰਹੇ ਹਾਂ। ਹਾਈ ਇਨਪੁਟ ਦੇ ਕੇ ਅਸੀਂ ਬੈਸਟ ਵੈਰਾਈਟੀ ਕੱਢਦੇ ਹਾਂ। ਜੇ ਅਸੀਂ ਆਰਗੈਨਿਕ ਐਗਰੀਕਲਚਰ ਦੇ ਵਿੱਚ ਵੈਰਾਈਟਲ ਇੰਪਰੂਵਮੈਂਟ ਹੀ ਨਹੀਂ ਕਰ ਰਹੇ ਤੇ ਆਰਗੈਨਿਕ ਐਗਰੀਕਲਚਰ ਦਾ ਝਾੜ ਕਨਵੈਨਸ਼ਨਲ ਐਗਰੀਕਲਚਰ ਦੇ ਬਰਾਬਰ ਕਿਵੇਂ ਆ ਸਕਦਾ? ਵੈਰਾਈਟਲ ਆਰਗੈਨਿਕ ਐਗਰੀਕਲਚਰ ਬੇਸਡ ਰਿਸਰਚ ਦੀ PAU ਦੇ ਵਿੱਚ ਬਹੁਤ ਜ਼ਿਆਦਾ ਲੋੜ ਹੈ। ਹੁਣ ਮਿਲਰਸ ਹੈ, ਮਿਲਰਸ ਮੱਧ ਪ੍ਰਦੇਸ਼ ਦੀ ਕਣਕ ਖਰੀਦਦੇ ਆ, ਸਾਡੀ ਕਣਕ ਕਿਉਂ ਨਹੀਂ ਖਰੀਦਦੇ? ਜੇ ਸੇਮ ਰੇਟ ਤੇ ਵੀ ਮਿਲਦੀ ਆ ਦੇ ਪ੍ਰੈਫਰ ਮੱਧ ਪ੍ਰਦੇਸ਼, ਕਿਉਂਕਿ ਸਾਡੀਆਂ ਵੈਰਾਈਟੀਜ਼ ਜੋ ਕੁਆਲਿਟੀਜ਼ ਨਹੀਂ ਹੈ। ਤੇ ਵਾਈ ਡੋਂਟ ਵੀ ਪ੍ਰੋਡਿਊਸ ਦੋਸ ਕੁਆਲਿਟੀਜ਼? तो ਸਾਡੀ ਰਿਸਰਚ ਨੂੰ ਰੀਓਰੀਐਂਟੇਸ਼ਨ, ਫਿਰ ਸੋਇਲ ਹੈਲਥ, ਅਲਟੀਮੇਟਲੀ ਸਾਡੀ ਸਾਰੀ ਪ੍ਰੋਡਿਊਸ ਧਰਤੀ ਦੇ ਵਿੱਚੋਂ ਆਉਣੀ ਹੈ ਤੇ ਸੋਇਲ ਹੈਲਥ ਦੇ ਉੱਪਰ ਕੰਮ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸਾਡੀ ਸੋਇਲ ਹੈਲਥ ਬਹੁਤ ਖਰਾਬ ਹੋ ਚੁੱਕੀ ਹੈ ਹੌਲੀ ਹੌਲੀ। ਇਸੇ ਕਰਕੇ ਸਾਡੇ ਇਨਪੁਟਸ ਦਾ ਜਿੰਨੇ ਵੀ ਅਸੀਂ ਫਰਟੀਲਾਈਜ਼ਰ ਪਾਉਂਦੇ ਹਾਂ, ਜਿੰਨਾ ਰਿਸਪੌਂਸ ਅੱਗੇ ਆਉਂਦਾ ਸੀ ਹੁਣ ਆਉਂਦਾ ਹੀ ਨਹੀਂ, ਕਿਉਂਕਿ ਉਹਦੇ ਵਿੱਚ ਬਹੁਤ ਚੀਜ਼ਾਂ ਦੀ ਘਾਟ ਹੋ ਗਈ ਹੈ। ਤਾਂ ਸੋਇਲ ਹੈਲਥ ਤੇ ਰਿਸਰਚ ਦੀ ਲੋੜ ਹੈ। ਫਿਰ ਨॉन ਪੈਸਟੀਸਾਈਡਲ ਪੈਸਟ ਮੈਨੇਜਮੈਂਟ, ਪੈਸਟ ਮੈਨੇਜਮੈਂਟ ਦਾ ਕੀ ਹੋ ਗਿਆ ਵੀ ਪੈਸਟੀਸਾਈਡ ਦੇਖ ਲਓ ਵੀ ਕਿੰਨਾ ਪੈਸਟ ਹੋ ਗਿਆ, ਉਸ ਟਾਈਮ ਸਪਰੇ ਕਰ ਦਿਓ, ਫਿਰ ਕੀ ਫਾਇਦਾ ਪੈਸਟ ਮੈਨੇਜਮੈਂਟ ਦਾ? ਨॉन ਪੈਸਟੀਸਾਈਡਲ ਪੈਸਟ ਮੈਨੇਜਮੈਂਟ ਦੇ ਉੱਪਰ ਕੰਮ ਹੋਣ ਦੀ ਬਹੁਤ ਜ਼ਿਆਦਾ ਲੋੜ ਹੈ। ਬਾਸਮਤੀ ਰਾਈਸ ਲੈ ਲਓ, ਬਾਸਮਤੀ ਜੇ ਪਹਿਲਾਂ 20 ਸਾਲ 30-40 ਸਾਲ ਪਹਿਲਾਂ ਜਾਈਏ ਜਦ ਘਰੇ ਬਣਦਾ ਸੀ, ਸਾਰੇ ਗਲੇ ਮੁਹੱਲੇ ਨੂੰ ਪਤਾ ਲੱਗਦਾ ਸੀ ਵੀ ਉਹਨਾਂ ਦੇ ਘਰੇ ਬਾਸਮਤੀ ਬਣ ਰਿਹਾ। ਹੁਣ ਬਾਸਮਤੀ ਦੇ ਵਿੱਚ ਅਰੋਮਾ ਹੀ ਨਹੀਂ ਹੈ। ਅਰੋਮਾ ਕਿਉਂ ਨਹੀਂ ਹੈ? ਉਹ ਇੰਪਰੂਵਡ ਵੈਰਾਈਟੀਜ਼ ਇਸ ਟਾਈਪ ਦੀਆਂ ਡਿਵੈਲਪ ਕੀਤੀਆਂ ਵੀ ਉਹ ਦੇਖਣ ਨੂੰ ਲੌਂਗ ਗ੍ਰੇਨ ਰਾਈਸ ਲੱਗਦਾ, ਬਟ ਇਟ ਇਜ਼ ਨੋ ਲੌਂਗਰ ਐਨ ਅਰੋਮੈਟਿਕ ਲੌਂਗ ਗ੍ਰੇਨ ਰਾਈਸ। ਸੋ ਉਹਦੇ ਵਿੱਚ ਵੀ ਰੀਓਰੀਐਂਟੇਸ਼ਨ ਦੀ ਲੋੜ ਹੈ। ਮੇਜ਼ ਦੇ ਵਿੱਚ ਕੁਆਲਿਟੀ ਪ੍ਰੋਟੀਨ ਮੇਜ਼ ਹੈ, ਉਹਦੇ ਤੇ ਕੋਈ ਧਿਆਨ ਨਹੀਂ ਹੈ। ਸਵੀਟ ਕਾਰਨ ਲਈ ਅੱਡ ਮੇਜ਼ ਚਾਹੀਦੀ ਹੈ, ਪੌਪਕਾਰਨ ਲਈ ਅੱਡ ਮੇਜ਼ ਚਾਹੀਦੀ ਹੈ, ਬਾਇਓਫਿਊਲ ਲਈ ਅੱਡ ਮੇਜ਼ ਚਾਹੀਦੀ ਹੈ। ਉਹਨਾਂ ਸਾਰਿਆਂ ਦੀਆਂ ਇੰਪਰੂਵਡ ਕਿਸਮਾਂ ਨਿਕਲਣਗੀਆਂ ਤਾਂ ਫਾਰਮਰ ਅਡਾਪਟ ਕਰੂਗਾ। ਜੇ ਅਸੀਂ ਕਨਵੈਨਸ਼ਨਲ ਮੱਕੀ ਪੈਦਾ ਕਰੀ ਜਾਵਾਂਗੇ ਤਾਂ ਉਹਨੂੰ ਕਿਹਨੇ ਖਰੀਦਣਾ? ਬੀ ਕੀਪਿੰਗ ਹੈ, ਬੀ ਕੀਪਿੰਗ ਦੇ ਵਿੱਚ ਇੰਡੀਆ ਦੇ ਵਿੱਚ 40% ਜਿਹੜੀ ਸ਼ਾਇਦ ਹੈ ਐਪਾਇਰੀ ਹਨੀ ਦਾ, ਕਮਰਸ਼ੀਅਲ ਹਨੀ ਦਾ, ਉਹ ਪੰਜਾਬ ਪ੍ਰੋਡਿਊਸ ਕਰਦਾ 35 ਤੋਂ 40%। ਲੇਕਿਨ ਸਾਡੇ ਕੋਲ ਬੀ ਬਰੀਡਿੰਗ ਦਾ ਪ੍ਰੋਗਰਾਮ ਹੀ ਨਹੀਂ। ਜੇ ਅਸੀਂ ਇੰਪਰੂਵਡ ਰੇਸ ਹੀ ਨਹੀਂ ਲਿਆਵਾਂਗੇ ਬੀ ਬਰੀਡਿੰਗ ਦੀ ਤਾਂ ਸਾਡੀ ਐਪੀਕਲਚਰ ਵੀ ਕੋਲੈਪਸ ਹੋ ਜਾਏਗੀ। ਪੋਲੀਨੇਸ਼ਨ ਸਰਵਿਸਿਜ਼ ਦੇ ਰਹੇ ਹਾਂ, ਉਹ ਪੋਲੀਨੇਸ਼ਨ ਸਰਵਿਸਿਜ਼ ਦੇ ਉੱਪਰ ਸਾਡੇ ਕੋਈ ਰਿਸਰਚ ਨਹੀਂ ਹੋ ਰਹੀ। ਜੇ ਸਾਨੂੰ ਪੋਲੀਨੇਟਰਸ ਦਾ ਪਤਾ ਹੀ ਨਹੀਂ ਹੈ ਤੇ ਉਹ ਕਲਾਈਮੇਟ ਚੇਂਜ ਦੇ ਨਾਲ ਡਿਸਅਪੀਅਰ ਹੋਈ ਜਾਣ, ਈਕੋਸਿਸਟਮ ਬਦਲਣ ਨਾਲ ਖਤਮ ਹੋਈ ਜਾਣ ਤਾਂ ਸਾਨੂੰ ਮਿਲਣਾ ਹੀ ਅਲਟੀਮੇਟਲੀ ਫਸਲ ਦੀ ਝਾੜ ਕੱਢੀ ਜਾਣ। ਤੋਂ ਰਿਸਰਚ ਦੇ ਰੀਓਰੀਐਂਟੇਸ਼ਨ ਸਭ ਤੋਂ ਇੰਪੋਰਟੈਂਟ ਪੁਆਇੰਟ ਹੈ। ਜੇ ਆਰਗੈਨਿਕ ਨੂੰ ਬੜਾਵਾ ਦੇਣਾ ਤਾਂ ਆਰਗੈਨਿਕ ਐਗਰੀਕਲਚਰ ਅਥਾਰਟੀ ਹੋਵੇ। ਫਰੂਟਸ, ਵੈਜੀਟੇਬਲਸ, ਸਪਾਈਸਿਸ, ਫਲਾਵਰਸ, ਮੈਡੀਸਨਲ ਪਲਾਂਟਸ, ਇਹਨਾਂ ਸਾਰਿਆਂ ਦੀ ਆਰਗੈਨਿਕ ਬਹੁਤ ਅੱਛੀ ਹੋ ਸਕਦੀ ਹੈ। ਸਿਰਫ ਇਹ ਹੈ ਕਿ ਸਟੇਟ ਵੱਲੋਂ ਸਪੋਰਟ ਮਿਲਣੀ ਚਾਹੀਦੀ ਹੈ ਇਹਨਾਂ ਦੇ ਉੱਪਰ। ਇੱਕ ਪਾਸੇ ਅਸੀਂ ਕਹਿ ਰਹੇ ਹਾਂ ਵੀ ਸਾਡਾ ਕਣਕ ਝੋਨਾ ਬਹੁਤ ਜ਼ਿਆਦਾ ਵੱਧ ਗਿਆ, ਦੂਜੇ ਪਾਸੇ ਤੁਸੀਂ ਫਾਡਰ ਕ੍ਰੌਪਸ ਵੱਲ ਆਓ।
पंजाब विच 25% ग्रीन फॉडर की शॉर्टेज, ऑल इंडिया लैवल ते 50% शॉर्टेज। असी फॉडर क्रॉप क्यों नहीं प्रोड्यूस करते? क्योंकि असी दूर ले जाण वेले ग्रीन फॉडर किवें जाऊगा? एक साइलेज टेक्नोलॉजी है, PAU कोल हैगी है, हे टेक्नोलॉजी है, ਜਿਹੜੀਆਂ ग्रासिस हैं वो असी साइलेज बनाउंदे आ, ਜਿਹੜੀ हे है वो ਆਪਾਂ ਲੈਗਿਊਮਸ ਦਾ हे ਬਣਾਉਂਦੇ ਆ, ਉਹ ਜਿੰਨਾ ਚਿਰ ਮਰਜ਼ੀ ਸਟੋਰ ਹੋ ਸਕਦਾ ਪੂਰਾ ਸੀਜ਼ਨ 6 ਮਹੀਨੇ। ਤੇ ਅਸੀਂ ਸਾਈਲੇਜ ਐਂਡ हे ਦੇ ਥਰੂ ਫਾਡਰ ਦੀ ਸ਼ਾਰਟੇਜ ਨੂੰ ਤਾਂ ਦੂਰ ਕਰੀਏ। ਕਿਉਂਕਿ ਅਸੀਂ ਡੇਅਰੀ ਨੂੰ ਬੜਾਵਾ ਦੇਣਾ ਚਾਹੁੰਦੇ ਆ। ਡੇਅਰੀ ਜਿਵੇਂ ਕਿ ਘੁੰਮਣ ਸਾਹਿਬ ਨੇ ਦੱਸਿਆ ਵੀ 40% ਸਾਡਾ ਜਿਹੜਾ ਫਾਰਮਰ ਦੀ ਇਨਕਮ ਹੈ ਉਹ ਥਰੂ ਡੇਅਰੀ ਆ ਰਹੀ ਹੈ। ਤੇ ਫਿਰ ਅਸੀਂ ਡੇਅਰੀ ਲਈ ਫਾਡਰ ਪ੍ਰੋਡਕਸ਼ਨ ਕਿਉਂ ਨਹੀਂ ਵਧਾਉਂਦੇ? ਅਸੀਂ ਕਣਕ ਝੋਨੇ ਦੇ ਮਗਰ ਪਏ ਹੋਏ ਆ। ਫਾਡਰ ਕ੍ਰੌਪਸ ਵਧਾਈਏ। ਉਹਦਾ हे ਤੇ ਸਾਈਲੇਜ ਮੇਕਿੰਗ ਬੜੀ ਸਿੰਪਲ ਮਸ਼ੀਨਾਂ ਇੱਕ ਮਾਰਕੀਟ ਕਮੇਟੀ ਲੈਵਲ ਤੇ ਰੱਖਣ ਦੀ ਲੋੜ ਹੈ ਤੇ ਅਸੀਂ ਬਣਾ ਕੇ ਤੇ ਉਹ ਜਿੱਥੇ ਤੱਕ ਮਰਜ਼ੀ ਭੇਜ ਸਕਦੇ ਹਾਂ, ਸਾਰੇ ਇੰਡੀਆ 'ਚ ਭੇਜ ਸਕਦੇ ਹਾਂ। ਪਹਿਲਾਂ ਸਟੇਟ ਲਈ ਕਰੀਏ, ਫਿਰ ਆਲ ਇੰਡੀਆ ਲੈਵਲ ਤੇ ਕਰੀਏ। ਫਿਰ ਉੱਥੇ ਜਿਹੜੀ ਹੁਣ ਨਵਾਂ ਟਾਈਮ ਆ ਰਿਹਾ ਉਹਦੀ ਸਰਟੀਫਿਕੇਸ਼ਨ ਬੜੀ ਲੋੜ ਹੈ। ਜਿਹੜਾ ਮਾਰਕੀਟ ਕਮੇਟੀ ਲੈਵਲ ਤੇ ਜਾਂ ਉਸ ਤੋਂ ਹਾਇਰ ਲੈਵਲ ਤੇ ਸਾਨੂੰ ਆਰਗੈਨਿਕ ਦੀ ਸਰਟੀਫਿਕੇਸ਼ਨ, ਐਗਮਾਰਕ ਦੀ ਸਰਟੀਫਿਕੇਸ਼ਨ, FSSAI ਦੀ ਸਰਟੀਫਿਕੇਸ਼ਨ, ਪੈਸਟੀਸਾਈਡ ਰੈਜ਼ੀਡਿਊ ਐਨਾਲਿਸਿਸ, ਇਹ ਸਾਰੀਆਂ ਫੈਸਿਲਿਟੀਜ਼ ਫਾਰਮਰ ਨੂੰ ਅਵੇਲੇਬਲ ਹੋਣ, ਪੇਮੈਂਟ ਬੇਸ ਤੇ ਹੋਣ। ਹੁਣ ਹੈ ਹੀ ਨਹੀਂ। ਜੇ ਹੋਣਗੀਆਂ ਨਹੀਂ ਤਾਂ ਕਿਵੇਂ ਕਰਾਊਗਾ ਕੋਈ? ਫਿਰ ਪ੍ਰੋਸੈਸਿੰਗ ਫੈਸਿਲਿਟੀਜ਼, ਮਿਲੇਟਸ, ਵੈਜੀਟੇਬਲਸ, ਫਰੂਟਸ, ਪੋਟੈਟੋ, ਮੈਡੀਸਨਲ ਪਲਾਂਟ, ਸਪਾਈਸਿਸ, ਸਾਰੇ ਦੇ ਵਿੱਚ ਸਾਨੂੰ ਪ੍ਰੋਸੈਸਿੰਗ ਫੈਸਿਲਿਟੀਜ਼ ਦੀ ਲੋੜ ਹੈ। ਇਨੀਸ਼ੀਅਲੀ ਗਵਰਨਮੈਂਟ ਸਪੋਰਟ ਕਰੇ, ਹੌਲੀ ਹੌਲੀ ਪ੍ਰਾਈਵੇਟ ਸੈਕਟਰ ਵਿਲ ਆਲਸੋ ਕਮ ਅਪ, ਬਟ ਯਾ farmer FPOs can do a great job in that, cooperatives can do great job। ਪਾਣੀ ਸਭ ਤੋਂ ਜ਼ਿਆਦਾ ਸਾਡੀ ਪ੍ਰੋਬਲਮ ਇਹ ਹੈ ਕਿ ਪਾਣੀ ਬਹੁਤ ਜ਼ਿਆਦਾ ਵਰਤ ਹੋ ਰਿਹਾ। ਜਿੰਨਾ ਮਰਜ਼ੀ ਅਸੀਂ ਰਿਸਰਚ ਕਰ ਲਈ 15-20 ਸਾਲਾਂ 'ਚ 25 ਸਾਲਾਂ 'ਚ ਅਲੱਗ-ਅਲੱਗ ਟਾਈਮ ਅਲੱਗ-ਅਲੱਗ ਡਿਸਟ੍ਰਿਕਟ ਦੇ ਵਿੱਚ ਹੈ, ਪਾਣੀ ਖਤਮ ਹੋ ਜਾਣਾ। ਵਾਟਰ ਮੈਨੇਜਮੈਂਟ ਦੇ ਉੱਪਰ PAU ਵਿੱਚ ਇੰਨੀ ਜ਼ਿਆਦਾ ਰਿਸਰਚ ਹੀ ਨਹੀਂ ਹੈ। ਜਿਹੜੇ ਡ੍ਰਿਪ ਇਰੀਗੇਸ਼ਨ ਹੈ ਉਹ ਸਮਾਲ ਸਕੇਲ ਫਾਰਮਰ ਲਈ ਕੌਣ ਡਿਵੈਲਪ ਕਰੂਗਾ? ਛੋਟਾ ਫਾਰਮਰ ਤਾਂ ਹੀ ਅਡਾਪਟ ਕਰੂਗਾ ਨਾ। ਬੜੇ ਕੰਪਲੀਕੇਟਡ ਵੱਡੇ ਸਿਸਟਮ ਮਿਲਦੇ ਆ ਜਿਹੜੇ ਲਾਰਜ ਫਾਰਮਰ ਅਡਾਪਟ ਕਰ ਸਕਦਾ। ਮੈਜੋਰਿਟੀ ਫਾਰਮਰ ਛੋਟੇ ਨੇ, ਉਹ ਅਡਾਪਟ ਕਰਨ ਲਈ ਉਹਨਾਂ ਲਈ ਕੋਈ ਰਿਸਰਚ ਕਰਕੇ ਸਿੰਪਲ ਸਿਸਟਮਸ ਬਣਨ ਤਾਂ ਕਿ ਅਸੀਂ ਡ੍ਰਿਪ ਇਰੀਗੇਸ਼ਨ ਵੱਲ ਨੂੰ ਜਾਈਏ। ਅਸੀਂ ਉਹ ਵੈਰਾਈਟੀ ਕਿਸਮਾਂ ਕੱਢੀਏ। ਰਿਸਰਚ ਇਹਨਾਂ ਤੇ ਨਹੀਂ ਹੋ ਰਹੀ ਜਿਹੜੀਆਂ ਪਾਣੀ ਘੱਟ ਖਾਂਦੀਆਂ ਨੇ। ਜੇ ਪਾਣੀ ਖਤਮ ਹੋ ਗਿਆ ਤਾਂ ਬਾਕੀ ਜਿੰਨੇ ਪੁਆਇੰਟ ਮੈਂ ਦੱਸੇ ਨੇ ਉਹਨਾਂ ਦਾ ਕੋਈ ਫਾਇਦਾ ਹੀ ਨਹੀਂ। ਪਾਣੀ ਘੱਟ ਹੋਏਗਾ ਤਾਂ ਕੁਝ ਵੀ ਨਹੀਂ ਕਰ ਸਕਦੇ, ਪੰਜਾਬ ਰਾਜਸਥਾਨ ਰੇਗਿਸਤਾਨ ਬਣ ਜਾਣਾ। ਫਿਰ ਜਿਹੜੀ ਇੱਕ ਚੀਜ਼ ਬੜੀ ਡੇਂਜਰਸ ਹੁਣ ਹੋ ਰਹੀ ਹੈ ਨਵੀਂ ਸਰਕਾਰ ਦੇ ਵਿੱਚ ਖਾਸ ਕਰ ਆਉਣ ਤੋਂ ਬਾਅਦ ਵੀ देयर इज नो डाटा अवेलेबल। जब तक कोई डाटा नहीं है, ਹੁਣ ਜਿਹੜਾ ਯੁੱਗ ਹੈ ਡਾਟੇ ਦਾ ਯੁੱਗ ਹੈ। ਸਾਡੇ ਕੋਲ ਕਿਸੇ ਚੀਜ਼ ਦਾ ਕੋਈ ਡਾਟਾ ਨਹੀਂ। ਈਵਨ ਜਿਹੜਾ ਪੁਰਾਣਾ ਹੁੰਦਾ ਵੀ ਸੀ ਉਹ 13-14 ਤੋਂ ਬਾਅਦ, ਹੁਣ ਮੈਂ ਡਾਕਟਰ ਅਰੁਣ ਕੁਮਾਰ ਦੇ ਕਮੈਂਟਸ ਸੁਣ ਰਿਹਾ ਸੀ, ਉਹ 12-13 ਦੇ ਡਾਟੇ ਦੇ ਬੇਸ ਤੇ ਸਭ ਕੁਝ ਦੱਸ ਰਿਹਾ। ਕਹਿੰਦੇ ਜੀ ਉਸ ਤੋਂ ਬਾਅਦ ਡਾਟਾ ਕਲੈਕਟ ਨਹੀਂ ਹੋਇਆ। ਜੇ ਅਸੀਂ ਡਿਫਰੈਂਟ ਚੀਜ਼ਾਂ ਦਾ ਡਾਟਾ ਹੀ ਨਹੀਂ ਕਲੈਕਟ ਕਰਾਂਗੇ। ਹੁਣ ਪੈਸਟੀਸਾਈਡ ਦਾ ਮੈਂ ਕਾਫੀ ਬੁੱਕਸ ਲਿਖੀਆਂ ਨੇ, ਮੇਰੇ ਤੇ ਬਹੁਤ ਪ੍ਰੈਸ਼ਰ ਆਉਂਦਾ ਪਬਲਿਸ਼ਰਸ ਦਾ ਵੀ ਬੁੱਕਸ ਦਿਓ। ਪੈਸਟੀਸਾਈਡ ਕਿਹੜੀ ਕ੍ਰੌਪ ਤੇ ਕਿਹੜਾ ਪੈਸਟੀਸਾਈਡ ਕਿਹੜੇ ਸੀਜ਼ਨ ਵਿੱਚ ਕਿੰਨਾ ਯੂਜ਼ ਹੋ ਰਿਹਾ, ਵੀ ਹੈਵ ਨੋ ਡਾਟਾ। ਜਿੰਨਾ ਇੰਡਸਟਰੀ ਸਾਨੂੰ ਦੱਸਦੀ ਹੈ ਉਸ ਤੋਂ ਕਿਤੇ ਵੱਧ ਉਹ ਵੇਚ ਜਾਂਦੇ। ਮਤਲਬ ਡਾਟਾ ਸਹੀ ਤਰੀਕੇ ਨਾਲ ਕਲੈਕਟ ਹੋ ਕੇ ਜਿਹੜਾ ਬਿਲਕੁਲ ਕਰੈਕਟ ਡਾਟਾ ਹੈ ਉਹ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਮੈਂ ਆਲ ਇੰਡੀਆ ਲੈਵਲ ਤੇ ਵੀ ਇਹ ਟੇਕ ਅਪ ਕੀਤਾ ਹੈ, ਬਟ ਇੰਡਸਟਰੀ ਦਾ ਇੰਨਾ ਜ਼ਿਆਦਾ ਪ੍ਰੈਸ਼ਰ ਹੈ ਵੀ ਉਹ ਡਾਟਾ ਡਿਸਕਲੋਜ਼ ਹੀ ਨਹੀਂ ਕਰਨਾ ਚਾਹੁੰਦੇ ਵੀ ਉਹ ਕੀ ਵੇਚ ਰਹੇ ਆ, ਕਿੰਨਾ ਵੇਚ ਰਹੇ, ਕਿਹੜੀ ਕ੍ਰੌਪ ਤੇ ਵੇਚ ਰਹੇ ਆ, ਕਿਹੜੇ ਬ੍ਰਾਂਡ ਦਾ ਵੇਚ ਰਿਹਾ, ਕੁਝ ਨਹੀਂ ਪਤਾ ਲੱਗਦਾ ਸਾਨੂੰ ਵੀ ਫਾਰਮਰ ਕੋਲ ਕੀ ਪਹੁੰਚ ਰਿਹਾ। ਇਸੇ ਕਰਕੇ ਕੀੜੇ ਕੰਟਰੋਲ ਨਹੀਂ ਹੁੰਦੇ। ਫਿਰ ਜਿਹੜੀਆਂ ਐਗਰੀਕਲਚਰ ਪਲਾਨ ਹੈ ਉਹ ਮੈਡਮ ਨੇ ਬਿਲਕੁਲ ਠੀਕ ਕਿਹਾ, ਮੈਡਮ ਸੰਦੀਪ ਕੌਰ ਨੇ, ਕਿ ਲੋਅਰ ਲੈਵਲ ਤੋਂ ਸ਼ੁਰੂ ਹੋਣਾ ਚਾਹੀਦੀਆਂ। ਸਾਨੂੰ ਡਿਸਟ੍ਰਿਕਟ ਲੈਵਲ ਐਗਰੀਕਲਚਰਲ ਪਲਾਨਸ ਬਣਾਉਣੀਆਂ ਬਹੁਤ ਜ਼ਰੂਰੀ ਨੇ। ਉਹਦੇ ਲਈ ਹਰੇਕ ਡਿਸਟ੍ਰਿਕਟ ਲਈ ਇੱਕ ਨੋਡਲ ਕਮੇਟੀ ਬਣੇ, ਉਸ ਡਿਸਟ੍ਰਿਕਟ ਦੀਆਂ ਪਲਾਨਸ ਬਣਨ ਵੀ ਇੱਥੇ ਕਿਹੜੀ ਕਿਹੜੀ ਫਸਲ ਆਏਗੀ। ਪਹਿਲਾਂ ਸੈਂਟਰ ਸਟੇਟ ਨੂੰ ਦੇਵੇਗਾ ਵੀ ਅਸੀਂ ਤੁਹਾਡੇ ਤੋਂ ਇੰਨੀ ਕਣਕ ਚੱਕਣੀ ਹੈ, ਇੰਨਾ ਝੋਨਾ ਚੱਕਣਾ ਹੈ, ਇੰਨੇ ਮਿਲਟ ਚੱਕਣੇ ਆ, ਇੰਨੇ। ਫਿਰ ਸਟੇਟ ਆਪਣਾ ਪਾਏਗੀ, ਫਿਰ FPOs ਬਣਨਗੇ, ਫਿਰ ਹਰੇਕ ਡਿਸਟ੍ਰਿਕਟ ਦੀ ਆਪਣੀ ਪਲਾਨ ਬਣੇਗੀ। ਫਿਰ ਹੀ ਅਸੀਂ ਸਹੀ ਤਰੀਕੇ ਨਾਲ ਹਰੇਕ ਡਿਸਟ੍ਰਿਕਟ ਨੂੰ, ਹਰ ਏਰੀਆ ਨੂੰ ਡਿਵੈਲਪ ਕਰ ਸਕਦੇ ਹਾਂ ਜੇ ਡਿਸਟ੍ਰਿਕਟ ਲੈਵਲ ਪਲਾਨ ਦੇ ਨਾਲ ਚੱਲਾਂਗੇ। ਫਿਰ ਇਹਦੇ ਨਾਲ ਲਿੰਕਡ ਇੰਡਸਟਰੀਅਲ ਪ੍ਰੋਡਕਸ਼ਨ ਹੈ। ਇਕੱਲੇ ਐਗਰੀਕਲਚਰ ਦੇ ਬੇਸ ਤੇ ਅਸੀਂ ਨਹੀਂ ਜਾ ਸਕਦੇ। ਜਿਵੇਂ ਕਾਟਨ ਹੈ, ਕਾਟਨ ਦੇ ਨਾਲ ਬਹੁਤ ਜ਼ਿਆਦਾ ਇੰਡਸਟਰੀ ਡਿਵੈਲਪ ਹੋ ਸਕਦੀ ਹੈ। ਟੈਕਸਟਾਈਲ ਇੰਡਸਟਰੀ ਹੋ ਗਈ। ਫਿਰ ਸੈਰੀਕਲਚਰ ਹੈ, ਜੇ ਅਸੀਂ ਟੈਕਸਟਾਈਲ ਵੱਲ ਜਾਵਾਂਗੇ ਤੇ ਅੱਜ ਵੀ ਕੁਈਨ ਆਫ ਟੈਕਸਟਾਈਲ ਸੈਰੀਕਲਚਰ ਪੰਜਾਬ ਵਿੱਚ ਹੈ ਹੀ ਨਹੀਂ ਬਿਲਕੁਲ। ਅਸੀਂ ਸੈਰੀਕਲਚਰ ਕਰਾਂਗੇ ਤਾਂ ਫਿਰ ਅਸੀਂ ਸਿਲਕ ਪ੍ਰੋਡਿਊਸ ਕਰਾਂਗੇ।
ਤੇ ਟੈਕਸਟਾਈਲ ਲਈ ਸਾਡੇ ਕੋਲ ਕਾਟਨ ਵੀ ਹੋਏਗੀ, ਸਾਡੇ ਕੋਲ ਸਿਲਕ ਵੀ ਹੋਏਗੀ, ਸਿੰਥੈਟਿਕ ਫਾਈਬਰ ਹੈ ਹੀ ਨਹੀਂ, ਉਹ ਜਿੱਥੋਂ ਮਰਜ਼ੀ ਲੈ ਲਓ। ਤੇ ਟੈਕਸਟਾਈਲ ਦੇ ਵਿੱਚ ਅਸੀਂ ਬਹੁਤ ਉੱਪਰ ਜਾ ਸਕਦੇ ਹਾਂ ਰਿਲੇਟਡ ਟੂ ਐਗਰੀਕਲਚਰ। ਮੈਂ ਅਜੇ ਗੱਲ ਕਰ ਰਿਹਾ, ਬਾਕੀ ਇੰਡਸਟਰੀਅਲ ਡਿਵੈਲਪਮੈਂਟ ਇੰਡਸਟਰੀ ਵਾਲੇ ਕਰਨਗੇ। ਜੀ ਡਾਕਟਰ ਸਾਹਿਬ ਆਪਾਂ ਹੁਣ ਕਰੀਏ। ਹਾਂਜੀ, ਥੈਂਕ ਯੂ। ਅੱਛਾ ਗਿਆ, ਠੀਕ ਹੈ, ਬਹੁਤ ਵਧੀਆ। ਮੈਂ ਬਸ ਇੱਕੋ ਗੱਲ ਕਹਿਣਾ ਚਾਹਾਂਗਾ ਨੇ ਜੋ ਅਸੀਂ ਆਰਟੀਜ਼ਨ ਲੱਭੇ, ਬੁਣਕਰ ਜਿਹੜੇ ਮਤਲਬ ਧਾਗਾ ਬਣਾਉਂਦੇ ਨੇ ਚਰਖੇ ਤੇ ਔਰ ਕਪੜਾ ਬੰਦਾ ਹੈਗਾ, ਮੈਨੂੰ ਧਿਆਨ ਚ ਆਇਆ ਇੰਨਾ ਪੋਟੈਂਸ਼ੀਅਲ ਹੈ, ਇੰਨਾ ਪੋਟੈਂਸ਼ੀਅਲ ਹੈ, ਇੰਨਾ ਰੋਜ਼ਗਾਰ ਹੋ ਸਕਦਾ ਹੈ। ਉਹ ਸਾਰਾ ਤਬਾਹ ਹੋ ਗਿਆ, ਸਾਰਾ ਕੁਝ ਖਤਮ ਹੋ ਗਿਆ। ਔਰ ਕਿਸਾਨਾਂ ਲਈ ਤਾਂ ਫਿਰ ਵੀ ਕੋਈ ਗੱਲ ਕਰ ਲੈਂਦਾ ਹੈ। ਉਹ ਜਿਹੜੇ ਆਰਟੀਜ਼ਨ ਨੇ, ਜਿਹੜੇ ਬੁਣਕਰ ਨੇ, ਜਿਹੜੇ ਸਪਿਨਰਸ ਨੇ, ਵੀਵਰਸ ਨੇ, ਉਹਨਾਂ ਲਈ ਤਾਂ ਕਿਤੇ ਗੱਲ ਹੀ ਨਹੀਂ ਹੁੰਦੀ ਭਾਈ ਸਾਹਿਬ, ਉਹ ਬਿਲਕੁਲ ਹੀ ਸਾਫ਼ ਹੋ ਗਏ ਨੇ। ਔਰ ਪਿੰਡ ਦੀ ਇਕਨੋਮੀ, ਪਿੰਡ ਦੇ ਸੋਸ਼ਲ ਸਟਰਕਚਰ 'ਚ ਉਹ ਬਹੁਤ ਇੰਪੋਰਟੈਂਟ ਪਲੇਸ ਹੈਗਾ ਸੀ। ਮੈਨੂੰ ਤਾਂ ਕਿ ਗਾਂਧੀ ਕੋਲ ਵਾਪਸ ਜਾਣਾ ਪਏਗਾ, ਮਹਾਤਮਾ ਗਾਂਧੀ ਕੋਲ ਵਾਪਸ ਜਾਣਾ ਪਏਗਾ। ਹਿੰਦ ਸਵਰਾਜ ਦੀ ਗੱਲ ਕਰਨ ਦੀ ਲੋੜ ਹੈਗੀ ਹੈ ਤੇ ਸਿੱਧੂ ਸਾਹਿਬ, ਹਿੰਦ ਸਵਰਾਜ, ਔਰ ਉਹਦੇ ਨਾਲ ਹੀ ਉਹ ਜੇ ਗ੍ਰਾਮ ਸਵਰਾਜ ਦੀ ਕਿਤੇ ਕਿਤੇ ਮਤਲਬ ਕਿਵੇਂ ਹੋਏਗੀ ਮੈਨੂੰ ਪਤਾ ਨਹੀਂ, ਲੇਕਿਨ ਅੱਜ ਲੋੜ ਹੈਗੀ ਇਸ ਚੀਜ਼ ਦੀ। ਓਕੇ ਜੀ, ਆਪਾਂ ਚੱਲਦੇ ਹਾਂ ਡਾਕਟਰ ਸੁਖਪਾਲ ਸਿੰਘ ਕੋਲ, IIM ਅਹਿਮਦਾਬਾਦ ਤੋਂ ਡਾਕਟਰ ਸੁਖਪਾਲ ਸਿੰਘ। ਧੰਨਵਾਦ ਜੀ ਇਹ ਮੌਕਾ ਦੇਣ ਲਈ ਤੇ ਮੇਰੇ ਵਿਚਾਰ ਸਾਂਝੇ ਕਰਨ ਲਈ। ਜੇ ਆਪਾਂ ਅੱਜ ਦੀ ਡਿਸਕਸ਼ਨ ਦਾ ਟੌਪਿਕ ਦੇਖੀਏ ਤਾਂ ਇਹ ਹੈ ਫਿਊਚਰ ਆਫ ਪੰਜਾਬ ਐਗਰੀਕਲਚਰ। ਮੈਨੂੰ ਐਗਰੀਕਲਚਰ ਦੇ ਫਿਊਚਰ ਬਾਰੇ ਤਾਂ ਕੋਈ ਸ਼ੱਕ ਨਹੀਂ ਕਿ ਬਹੁਤ ਬਰਾਈਟ ਹੈ, ਪਰ ਕਿਸਾਨਾਂ ਦੇ ਫਿਊਚਰ ਬਾਰੇ ਬੜੀ ਚਿੰਤਾ ਹੈ। ਖਾਸ ਕਰਕੇ ਜਿਨ੍ਹਾਂ ਕਿਸਾਨਾਂ ਦੀ ਮੈਂ ਚਿੰਤਾ ਕਰਦਾ, ਜਿਨ੍ਹਾਂ ਵਿੱਚ ਕਿਸਾਨ ਤੇ ਮਜ਼ਦੂਰ ਦੋਨੋਂ ਹੀ ਆ ਜਾਂਦੇ ਨੇ। ਮੈਂ ਇੱਕ ਦੋ ਚੰਗੀਆਂ ਤੇ ਮੰਦੀਆਂ ਖਬਰਾਂ ਦੇ ਕੇ ਫਿਰ ਮੁੱਦੇ ਤੇ ਆਊਂਗਾ। ਪਹਿਲਾਂ ਤਾਂ ਇਹ ਗੱਲ ਕਿ ਮੈਂ ਐਕਟਾਂ ਬਾਰੇ ਵੀ ਕਾਫੀ ਲਿਖਿਆ, ਐਕਟ ਬੜੇ ਖਰਾਬ ਨੇ ਕਾਫੀ ਪੱਖਾਂ ਤੋਂ, ਪਰ ਇਹ ਕੁੱਬੇ ਦੇ ਲੱਤ ਵੱਜੀ ਸ਼ਾਇਦ ਪੰਜਾਬ ਲਈ ਠੀਕ ਆ ਜਾਵੇ। ਪੰਜਾਬ ਕੁੱਬਾ ਹੋ ਚੁੱਕਿਆ ਸੀ, ਆਪਣਾ ਬਲ ਖੁਦ ਕੱਢਣ ਨੂੰ ਤਿਆਰ ਨਹੀਂ ਸੀ, ਤੋਂ ਬਾਹਰੋਂ ਲੱਤ ਵੱਜਣੀ ਪਈ, ਮਾਰਨੀ ਪਈ ਜਾਂ ਵੱਜੀ ਜਿਵੇਂ ਵੀ, ਤੇ ਉਹਨੂੰ ਜੇ ਆਪਾਂ ਪੋਜ਼ਿਟਿਵਲੀ ਲੈ ਕੇ ਇਹ ਤੋਂ ਸਿੱਖੀਏ ਕੁਛ, ਸ਼ਾਇਦ ਗੱਲ ਬਣ ਸਕਦੀ ਹੈ। ਅੱਜ ਬਜਟ ਪੇਸ਼ ਹੋਇਆ, ਉਹਦੇ ਵਿੱਚ ਦੋ ਚੀਜ਼ਾਂ ਇਹੋ ਜਿਹੀਆਂ, ਤਿੰਨ ਇਹੋ ਜਿਹੀਆਂ ਹੋਈਆਂ ਨੇ ਪੰਜਾਬ ਵਾਸਤੇ ਬੜੀਆਂ ਵਧੀਆ ਹੋ ਸਕਦੀਆਂ ਜੇ ਅਸੀਂ ਉਹਨੂੰ ਪਿਕਅਪ ਕਰ ਲਈਏ। ਪੰਜਾਬ ਦੇ ਕਾਟਨ ਦੀ ਗੱਲ ਕੀਤੀ ਗਈ, ਅੱਜ ਸਰਕਾਰ ਨੇ 10% ਪਹਿਲੀ ਵਾਰ ਇੰਪੋਰਟ ਡਿਊਟੀ ਲਾਈ ਹੈ ਕਾਟਨ ਦੇ ਉੱਪਰ, 0 ਤੋਂ 10% ਕਰਤੀ। ਦੂਜਾ, ਅੱਜ ਪੁਨੀਤ ਨੇ ਗੱਲ ਕੀਤੀ FPOs ਦੀ, FPOs ਵਾਸਤੇ 500 ਤੋਂ ਵਧਾ ਕੇ 700 ਕਰੋੜ ਰੁਪਇਆ ਇੱਕ ਸਾਲ ਦੀ, ਅਗਲੇ ਸਾਲ ਦੀ ਕਰਿਆ ਗਿਆ ਹੈ। ਹਾਲਾਂਕਿ ਪੰਜਾਬ ਇਹਦੇ ਵਿੱਚ ਪਛੜ ਗਿਆ, ਨਹੀਂ ਕੀਤਾ ਜੋ ਕਰਨਾ ਚਾਹੀਦਾ। ਤੀਜੀ ਗੱਲ ਜਿਹੜੀ ਕਰੀ ਹੈ, ਰੀਜਨਲ ਰੂਰਲ ਬੈਂਕਸ ਨੂੰ ਰੀਕੈਪੀਟਲਾਈਜ਼ ਕਰਨ ਵਾਸਤੇ 200 ਤੋਂ ਵਧਾ ਕੇ 1200 ਕਰੋੜ ਰੁਪਇਆ ਦਿੱਤਾ ਗਿਆ ਬਜਟ ਦੇ ਵਿੱਚ। ਤੇ ਇਹ ਕਿਵੇਂ ਸ਼ਰਮਾ ਜੀ ਵੀ ਗੱਲ ਕਰ ਰਹੇ ਸੀ ਕਿ ਸੈਂਟਰ ਸਾਨੂੰ ਕੁਛ ਦੇ ਵੀ ਅੱਗੇ ਅਸੀਂ ਕਰੀਏ। ਮੈਨੂੰ ਸਾਰਾ ਉਹ ਤਾਣਾ ਬਾਣਾ ਹੀ ਗੜਬੜ ਲੱਗਦਾ ਹੈ ਕਿ ਅਸੀਂ ਤਾਂ ਆਤਮ ਨਿਰਭਰ ਹੋਵਾਂਗੇ ਜੇ ਭਾਰਤ ਸਾਨੂੰ ਆਤਮ ਨਿਰਭਰ ਕਰੂਗਾ। ਕਿਸਾਨ ਵੀ ਇਹ ਸੋਚਣ ਲੱਗ ਗਿਆ ਕਿ ਸਾਨੂੰ ਬਾਹਰੋਂ ਆ ਕੇ ਕੋਈ ਆਤਮ ਨਿਰਭਰ ਕਰੇ ਤਾਂ ਅਸੀਂ ਹੋਵਾਂਗੇ, ਆਪਣੇ ਆਪ ਨਹੀਂ ਅਸੀਂ ਹੋ ਸਕਦੇ। ਪੰਜਾਬ ਦੀ ਇਹ ਸਮੱਸਿਆ ਬਣ ਗਈ ਹੈ। ਨੈਗੇਟਿਵ ਥਿੰਗ ਜਿਹੜੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਸਿੱਧੂ ਸਾਹਿਬ, ਡਿਵੈਲਪਮੈਂਟ ਹੋ ਗਈ, ਤੁਸੀਂ ਗੱਲ ਕਰ ਰਹੇ ਹੋ ਜ਼ੋਨਿੰਗ ਦੀ, ਤੁਹਾਡੀ ਜ਼ੋਨਿੰਗ ਤਾਂ ਆਲਰੇਡੀ ਹੋ ਚੁੱਕੀ ਹੈ ਪੰਜਾਬ ਬਾਰੇ। ਮੈਂ ਤੁਹਾਨੂੰ ਦੱਸ ਰਿਹਾ, ਇੰਡੀਆ ਦੇ ਵਿੱਚ ਗਵਰਨਮੈਂਟ ਨੇ ਪਹਿਲਾਂ ਅਨਾਉਂਸ ਕਰਤਾ ODOP, 1 ਡਿਸਟ੍ਰਿਕਟ 1 ਪ੍ਰੋਡਕਟ ਜਾਂ ਕ੍ਰੌਪ। ਇਹ ਚੱਲ ਰਿਹਾ ਪਹਿਲੇ ਸਰਕਾਰ ਦੀ ਤਰਫੋਂ। ਤੇ ਦੂਜਾ ਜਿਹੜਾ ਅੱਜ ਆਇਆ, ਅੱਜ ਦੀ ਖਬਰ ਹੈ, ਬਿਲਕੁਲ ਤਾਜ਼ਾ ਖਬਰ, ਕਿ ਨਾਬਾਰਡ ਨੇ, ਨੈਸ਼ਨਲ ਬੈਂਕ ਫਾਰ ਐਗਰੀਕਲਚਰ ਰੂਰਲ ਡਿਵੈਲਪਮੈਂਟ, FPO ਪ੍ਰਮੋਟ ਕਰਨ ਵਾਸਤੇ ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ 17 ਬਲਾਕ ਲੈ ਕੇ ਉਹਨਾਂ ਨੂੰ ਕਹਿਤਾ ਵੀ ਤੁਸੀਂ ਆਹ ਚੀਜ਼ ਦੇ ਵਿੱਚ FPO ਬਣਾਓਗੇ ਤਾਂ ਤੁਹਾਨੂੰ ਮਦਦ ਕਰਾਂਗੇ। ਤੁਹਾਨੂੰ ਸ਼ਾਇਦ ਇਹ ਜਾਣ ਕੇ ਹੈਰਾਨੀ ਹੋਊਗੀ ਕਿ ਜਿਹੜੇ 17 ਬਲਾਕ ਨੇ ਉਹਨਾਂ ਦੇ ਵਿੱਚ 6 ਬਲਾਕ ਨੂੰ ਸਿਰਫ ਹਨੀ ਦਿੱਤਾ ਗਿਆ, ਬੀ ਕੀਪਿੰਗ ਐਂਡ ਹਨੀ ਪ੍ਰੋਡਕਸ਼ਨ। ਤਾਂ ਤੁਹਾਡੀ ਜ਼ੋਨਿੰਗ ਤਾਂ ਹੋ ਰਹੀ ਹੈ, ਕਿਤੇ ਵੱਡੇ ਲੈਵਲ ਤੇ ਹੋ ਰਹੀ ਹੈ, ਬਿਨਾਂ ਤੁਹਾਨੂੰ ਪੁੱਛੇ, ਬਿਨਾਂ ਤੁਹਾਨੂੰ ਦੱਸੇ, ਆਪਾਂ ਆਪ ਨਹੀਂ ਕਰ ਰਹੇ। ਤੇ ਇਹ ਜਿਹੜੀ ਚੀਜ਼ ਹੈ ਇਹ ਬੜੀ ਖਰਾਬ। ਹੁਣ ਜਿਹੜੀ ਮੈਂ ਮੇਨ ਗੱਲ ਕਰਨੀ ਚਾਹੁੰਦਾ, ਮੈਂ ਕਾਫੀ ਸੁਣਿਆ, ਪਰ ਇੱਥੋਂ ਹੀ ਮੈਨੂੰ ਸ਼ੱਕ ਹੋਣ ਲੱਗ ਜਾਂਦਾ ਕਿ ਆਪਾਂ ਕਿਹਦੀ ਗੱਲ ਕਰ ਰਹੇ ਹਾਂ ਤੇ ਕਿਉਂ ਕਰ ਰਹੇ ਹਾਂ। ਪਹਿਲੀ ਗੱਲ ਤਾਂ ਸਿੱਧੂ ਸਾਹਿਬ ਨੇ ਗੱਲ ਕੀਤੀ ਕਿ ਵੀ 86% ਛੋਟੇ ਤੇ ਸਮਾਂਤ ਕਿਸਾਨ ਨੇ ਭਾਰਤ ਦੇ ਵਿੱਚ, ਪਰ ਪੰਜਾਬ ਉਹ ਨਹੀਂ ਹੈ। ਪੰਜਾਬ ਉਸ ਭਾਰਤ ਦਾ ਹਿੱਸਾ ਨਹੀਂ ਰਿਹਾ, ਆਲਰੇਡੀ ਅੱਗੇ ਲੰਘ ਚੁੱਕਿਆ ਹੈ। ਪਤਾ ਨਹੀਂ, ਬਾਕੀ ਸਾਰਿਆਂ ਨੂੰ ਪਤਾ ਹੀ ਹੈ, ਇੱਕ ਦੋ ਦੋਸਤਾਂ ਨੂੰ ਨਾ ਪਤਾ ਹੋਵੇ ਕਿ ਪੰਜਾਬ ਦੇ ਵਿੱਚ ਸਿਰਫ
1 तिहाई किसान छोटे ते सीमांत रह गए ने ते सिर्फ 8% ਜ਼ਮੀਨ ਤੇ ਖੇਤੀ ਕਰਦੇ ਨੇ। ਉਹ 92% ਪੰਜਾਬ ਦੀ ਜ਼ਮੀਨ ਉਹਨਾਂ ਲੋਕਾਂ ਵੱਲੋਂ ਵਾਹੀ ਜਾ ਰਹੀ ਹੈ, ਨਾ ਛੋਟੇ ਨਾ ਸੀਮਾਂਤ ਨੇ ਨਾ ਲੈਂਡਲੈਸ ਨੇ। तो पंजाब तो किसी होर पासे ਚੱਲਿਆ ਹੋਇਆ। ਹੁਣ ਗਿੱਲ ਸਾਹਿਬ ਬੈਠੇ ਨੇ, मैं कहना नहीं चाहता पंजाब तो इस पास भी ਚੱਲਿਆ ਹੋਇਆ कि ਜਿਹੜੀ ਮਾੜੀ ਮੋਟੀ ਬਚੀ है भी ਕੱਢ ਲਈਏ ਉਹਨਾਂ ਦੇ ਹੱਥਾਂ ਚੋਂ। पंजाब की पॉलिसी की गल कर रहा, मैं सेंटर गवर्नमेंट की कर रहा। पंजाब ਦੇ ਵਿੱਚ ਇਹ 2 ਕਾਨੂੰਨ ਨੇ, ਸੀਲਿੰਗਸ ऑन लैंड होल्डिंग्स ਤੇ लैंड लीजिंग रिस्ट्रिक्शंस, ਦੋਨਾਂ ਨੂੰ ਖਤਮ ਕਰਨ ਦੀ ਗੱਲ ਬਹੁਤ ਸਾਲਾਂ ਤੋਂ ਚੱਲਦੀ ਆ ਰਹੀ ਹੈ। ਤੇ ਜੇ ਮੇਰਾ ਜਿਹੜਾ ਅੰਦਾਜ਼ਾ ਗਲਤ ਨਾ ਹੋਵੇ, ਬਹੁਤ ਛੇਤੀ ਹੋਣ ਵਾਲਾ ਹੈ। ਇਸ ਕਰਕੇ ਆਪਾਂ ਨੂੰ ਪਹਿਲਾਂ ਡਿਸਾਈਡ ਕਰਨਾ ਪਊ ਕਿਹੜੇ ਕਿਸਾਨ ਦੀ ਗੱਲ ਆਪਾਂ ਕਰਨ ਲੱਗੇ ਆ, ਜਿਹਨੂੰ ਕੱਢ ਕੇ ਬਾਹਰ ਕੀਤਾ ਜਾ ਰਿਹਾ ਉਹਦੀ, ਜਾਂ ਜਿਹੜਾ ਕਬਜ਼ਾ ਕਰ ਚੁੱਕਿਆ ਉਹਦੀ ਕਰਨੀ ਚਾਹੁੰਦੇ ਆ। ਪਹਿਲੇ ਵਾਲੇ ਦੇ ਮੈਂ ਨਾਲ ਆ, ਦੂਜੇ ਬਾਰੇ ਵਾਲੇ ਮੇਰਾ ਕੋਈ ਦਿਲਚਸਪੀ ਹੈ ਨਹੀਂ, ਨਾ ਕਦੇ ਹੋਣੀ ਹੈ। ਉਹ ਆਪਣਾ ਖਿਆਲ ਆਪ ਰੱਖ ਸਕਦਾ ਹੈ, ਉਹ ਆਤਮ ਨਿਰਭਰ ਆਪਣੇ ਆਪ ਹੋ ਸਕਦਾ ਹੈ। ਇਹ ਵੱਡੀ ਗੱਲ ਹੈ। ਤਾਂ ਜਿੰਨਾ ਚਿਰ ਆਪਾਂ ਇਹ ਨਹੀਂ ਸੋਚਦੇ ਆਪਾਂ ਕਿਹਦੀ ਗੱਲ ਕਰਨੀ ਚਾਹੁੰਦੇ ਆ, ਮੈਜੋਰਿਟੀ ਦੀ ਕਿ ਮਿਨੋਰਿਟੀ ਦੀ। ਕਿਉਂਕਿ ਜੇ ਆਪਾਂ ਵੰਡ ਲਈਏ ਪੰਜਾਬ ਨੂੰ 3 ਹਿੱਸਿਆਂ 'ਚ, 1 ਤਿਹਾਈ ਬਿਲਕੁਲ ਸੋਸ਼ਲੀ ਇਕਨੋਮਿਕਲੀ ਮਾਰਜਨਲਾਈਜ਼ਡ ਲੈਂਡਲੈਸ ਸ਼ਡਿਊਲ ਕਾਸਟ, 1 ਤਿਹਾਈ ਜ਼ਮੀਨ ਵਾਲੇ ਤੇ 1 ਤਿਹਾਈ ਦੂਜੇ ਕਿੱਤੇ ਕਰਨ ਵਾਲੇ। ਤਾਂ ਆਪਾਂ ਨੂੰ ਖੇਤੀ ਦੀ ਗੱਲ ਕਰਨੀ ਹੈ, ਇਹ ਦੇਖਣਾ ਪਊ ਵੀ ਖੇਤੀ ਕਿਹਦੀ ਹੈ ਤੇ ਕੌਣ ਉਹਦਾ ਸਟੇਕ ਹੋਲਡਰ ਹੈ। ਫਿਰ ਗੱਲ ਬਣੂਗੀ, ਫਿਰ ਗੱਲ ਅੱਗੇ ਵਧੂਗੀ ਕੀ ਕਰਨਾ, ਪਾਲਿਸੀ ਕੀ ਬਣਾਉਣੀ ਹੈ ਤੇ ਕਿਹਦੇ ਵਾਸਤੇ ਬਣਾਉਣੀ ਹੈ। ਇੱਕ ਹੋਰ ਗੱਲ ਮੈਂ ਇਹ ਕਰਨੀ ਚਾਹੁੰਦਾ, ਹੋ ਸਕਦਾ ਮੇਰੀਆਂ ਗੱਲਾਂ ਤੁਹਾਨੂੰ ਕੌੜੀਆਂ ਲੱਗਣ, ਮੈਂ ਮਾਫੀ ਚਾਹੁੰਦਾ ਉਹਦੇ ਲਈ, ਪਰ ਮੈਂ ਆਈ ਵੁੱਡ ਲਾਈਕ ਟੂ ਕਾਲ ਦਿਸ ਸਪੇਡ ਸਪੇਡ। ਹੁਣ ਗੱਲ ਇੱਥੇ ਹੋਈ ਆਪਣਾ ਵੀ ਲੇਬਰ ਨਹੀਂ ਅੱਗੇ ਮਿਲਦੀ ਜੀ। ਸਿੱਧੂ ਸਾਹਿਬ ਨੇ ਗੱਲ ਕੀਤੀ ਕਿ ਕਿਸਾਨ ਜਿਹੜਾ ਵਰਕਰ ਉਹਦੀ ਇਨਕਮ ਆਪਾਂ ਵਧਾਉਣੀ ਚਾਹੀਦੀ ਹੈ। ਮੈਂ ਤੁਹਾਨੂੰ ਦੱਸਾਂ ਕਿ ਸਾਰਿਆਂ ਨੂੰ ਪਤਾ ਹੀ ਹੈ ਵੈਸੇ ਤਾਂ ਕਿ ਪੰਜਾਬ ਦੀ ਜਿਸ ਤਰ੍ਹਾਂ ਦੀ ਖੇਤੀ ਹੋ ਰਹੀ ਹੈ, ਮੈਂ ਕਹਿੰਦਾ 2.5 ਫਸਲਾਂ ਵਾਲਾ ਸਟੂਬਾ ਇਹ, 2.5 ਕ੍ਰੌਪਸ, 3 ਵੀ ਪੂਰੀਆਂ ਨਹੀਂ ਕਰਦੇ। ਮੈਂ ਚੈਲੰਜ ਹੀ ਕਰਦਾ ਨਾ ਪੰਜਾਬ ਨੂੰ ਕਿ ਜਿਸ ਤਰ੍ਹਾਂ ਤੁਹਾਡੇ ਕੋਲ ਪਾਣੀ ਆ, ਜਿਸ ਤਰ੍ਹਾਂ ਤੁਹਾਡੇ ਕੋਲ ਮਿੱਟੀ ਆ, ਜਿਸ ਤਰ੍ਹਾਂ ਤੁਹਾਡੇ ਕੋਲ ਸਾਰਾ ਕੁਝ ਕਨੈਕਸ਼ਨ ਨੇ, ਨੈਟਵਰਕ ਨੇ, ਚਲੋ ਪੜ੍ਹਾਈ ਲਿਖਾਈ ਤਾਂ ਜ਼ਿਆਦਾ ਨਹੀਂ ਹੈਗੀ, ਤੁਸੀਂ ਤਾਂ 5 ਫਸਲਾਂ ਉਗਾਓ ਸਾਲ ਦੇ ਵਿੱਚ। ਤੁਸੀਂ 2 ਨਾਲ ਹੀ ਕਿਉਂ ਕੱਛਾ ਵਜਾਉਂਦੇ ਕਿ ਅਸੀਂ 2 ਫਸਲਾਂ ਲੈਂਦੇ ਹਾਂ ਸਾਲ 'ਚ, ਤੇ ਉਹ ਵੀ ਇਹੋ ਜਿਹੀਆਂ ਲੈਂਦੇ ਹੋ ਜਿਹੜੀਆਂ ਮੈਂ ਕਹਿੰਦਾ ਵੀ ਲੋ ਵੈਲਿਊ ਲੈਂਡ ਐਕਸਟੈਂਸ਼ਨ ਕ੍ਰੌਪਸ, ਲੋ ਵੈਲਿਊ ਲੈਂਡ ਐਕਸਟੈਂਸਿਵ ਕ੍ਰੌਪਸ। ਜ਼ਮੀਨ ਕਾਠ ਮਾਰੀ ਹੈ, ਮਿਲਦਾ ਕੁਛ ਨਹੀਂ ਉਹ 'ਚ। ਫਿਰ ਉਧਰੋਂ ਦਿੱਲੀ ਵੱਲ ਝਾਕ ਰਹਿੰਦੀ ਹੈ, ਕਿਤੇ ਆਊਗਾ 50 ਰੁਪਏ ਵੱਧ ਆਉਣਗੇ, 60 ਰੁਪਏ ਵੱਧ ਆਉਣਗੇ, ਇਸ ਸਾਲ ਜਾਂ ਘੱਟ ਆਉਣਗੇ, ਨਹੀਂ ਆਉਣਗੇ ਤਾਂ ਡੰਡੇ ਨਾਲ ਲਵਾਂਗੇ। That is not farming, sir. ਮੈਂ ਤਾਂ ਕਹਿੰਦਾ ਇਹ ਖੇਤੀ ਹੈ ਹੀ ਨਹੀਂ, ਕੁਝ ਹੋਰ ਹੀ ਕਰੀ ਹੈ ਨਾ ਖੇਤੀ ਦੇ ਨਾਂ ਤੇ। ਮੈਂ ਕਹਿੰਦਾ ਲਿਫਾਫੇਬਾਜ਼ੀ ਕਰੀ ਹੋਈ ਹੈ। ਚਾਹੇ ਤੁਸੀਂ ਕਿੰਨਾ ਮਰਜ਼ੀ ਕਹੋ ਦੇਸ਼ ਦਾ ਢਿੱਡ ਭਰਦੇ ਆ, ਦੇਸ਼ ਦਾ ਢਿੱਡ ਭਰੇ, ਠੀਕ ਹੈ, ਵੈਲ ਡਨ, ਯੂ ਹੈਵ ਆਲਸੋ ਬੈਨੀਫਿਟਡ ਫਰੋਮ ਦੈਟ। ਹੁਣ ਅਗਲਾ ਤਾਂ ਕਹਿੰਦਾ ਸਾਡੇ ਤੂੰ ਡੇਢੀ ਦਿਨਾਂ ਚੜਾ, ਤੁਸੀਂ ਕਹਿੰਦੇ ਪੂਰਾ ਤੋਲ। ਕਿੰਨਾ ਚਿਰ ਚੱਲੂ ਇਹ? ਹੁਣ ਜਦੋਂ ਗੱਲ ਕੀਤੀ ਆਪਾਂ ਮਜ਼ਦੂਰਾਂ ਦੀ ਹਾਲਤ ਦੀ, ਹੁਣ ਪੰਜਾਬ ਦੇ ਵਿੱਚ ਆਪਾਂ ਨੂੰ ਪਤਾ ਕਣਕ ਚੌਲ ਦੇ ਵਿੱਚ ਤਾਂ ਰੁਜ਼ਗਾਰ ਵੈਸੇ ਹੀ ਖਤਮ ਹੋ ਗਿਆ, ਬਚੀ ਸੀ ਮਾੜੀ ਮੋਟੀ ਕਪਾਹ ਨਰਮਾ। ਮੈਂ ਤੁਹਾਨੂੰ ਇਹ ਪੰਜਾਬ ਗਵਰਨਮੈਂਟ ਦੀ ਪਲਾਨ ਦੱਸਦਾ, ਇਹ ਕੋਈ ਬੜੀ ਦੂਰ ਨਹੀਂ ਲਾਗੂ ਹੋਣ ਵਾਲੀ ਹੈ, ਸਾਲ 6 ਮਹੀਨਿਆਂ 'ਚ ਹੀ। ਉਹ ਕਹਿੰਦੇ ਜੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਲੇਬਰ ਸ਼ਾਰਟੇਜ ਚੱਲ ਰਹੀ ਹੈ, ਪੰਜਾਬ ਦੀ ਕਪਾਹ ਨੂੰ ਤੁਸੀਂ ਮੈਕਨਾਈਜ਼ ਕਰਨਾ, ਉਹਦੀ ਪਿਕਿੰਗ ਨੂੰ, ਕਿਉਂਕਿ ਤਾਂ ਬਿਲਕੁਲ ਮਜ਼ਦੂਰਾਂ ਦੀ ਜ਼ਰੂਰਤ ਹੀ ਨਾ ਰਹੇ ਫਿਰ ਤਾਂ। ਉਹਦੇ ਲਈ ਤੁਹਾਨੂੰ HTPS ਹਾਈ ਡੈਂਸਿਟੀ ਪਲਾਂਟਿੰਗ ਸਿਸਟਮ ਦੀ ਕਾਟਨ ਲਿਆਉਣੀ ਪਊਗੀ। ਫਿਰ ਅਸੀਂ 1.25 ਕਰੋੜ ਦਾ ਇੱਕ ਕਾਟਨ ਹਾਰਵੈਸਟਰ ਲਿਆਵਾਂਗੇ US ਤੋਂ ਇੰਪੋਰਟ ਕਰਕੇ, ਜਿਹੜਾ ਉਸ ਕਪਾਹ ਨੂੰ ਸਿਰਫ 1 ਵਾਰੀ ਚੁਗੂਗਾ। ਉਸ ਤੋਂ ਬਾਅਦ ਕਹਾਣੀ ਖਤਮ ਹੈ। ਹੁਣ ਅਸੀਂ 4-5 ਵਾਰੀ ਚੁਗਦੇ ਹਾਂ ਕਪਾਹ ਨੂੰ, ਉਹਦੇ 'ਚ ਰੁਜ਼ਗਾਰ ਮਿਲਦਾ ਲੋਕਾਂ ਨੂੰ, ਖਾਸ ਕਰਕੇ ਮਹਿਲਾਵਾਂ ਨੂੰ, ਗਰੀਬਾਂ ਨੂੰ, ਹਰੀਜਨਾਂ ਨੂੰ, ਮਜ਼੍ਹਬੀਆਂ ਨੂੰ। ਉਹਨੂੰ ਵੀ ਖਤਮ ਕਰਨ ਦੀ ਤਿਆਰੀ ਹੈ। ਤੇ ਮੈਂ ਤੈਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਪੰਜਾਬ ਦੀ ਲੇਬਰ ਕਾਟਨ ਏਰੀਆ ਦੇ ਵਿੱਚੋਂ ਗੁਜਰਾਤ ਦੇ ਵਿੱਚ ਨਰਮਾ ਚੁਗਣ ਆਉਂਦੀ ਹੈ। ਤੁਸੀਂ ਕਹਿੰਦੇ ਸਾਡੇ ਕੋਲ ਲੇਬਰ ਨਹੀਂ, ਤੇ ਇਹ ਆਪਾਂ ਨੂੰ ਸੋਚਣਾ ਪਊ ਵੀ ਕਿਹਦੀ ਖੇਤੀ ਹੈ ਇਹ, ਕਿਹਦੇ ਖੇਤ ਨੇ, ਕਿਹਦੇ ਵਾਸਤੇ ਆਪਾਂ ਕਰਨਾ ਚਾਹੁੰਦੇ ਹਾਂ। ਸਾਰਾ ਕੁਝ ਤਾਂ ਕਰ ਰਿਹਾ ਹੈ। ਕੀ ਤੁਹਾਡਾ ਇਹ ਤਾਂ ਨਹੀਂ ਕਿ ਤੁਹਾਡਾ ਸੈਕਟਰ ਤੇ ਤੁਹਾਡੀ ਪਾਲਿਸੀ ਕੈਪਚਰ ਹੋ ਚੁੱਕੀ ਹੈ, ਤੁਹਾਨੂੰ ਸ਼ਾਇਦ ਪਤਾ ਹੀ ਨਹੀਂ ਲੱਗ ਰਿਹਾ ਵੀ ਕੌਣ ਇਹਦੇ ਤੇ ਕਾਬਜ ਹੋਇਆ ਬੈਠਾ ਹੈ। ਉਹ ਆਪਾਂ ਨੂੰ ਪਛਾਣਨਾ ਪਊਗਾ ਕਿਹਦੇ ਵਾਸਤੇ ਪਾਲਿਸੀਆਂ ਬਣ ਰਹੀਆਂ ਨੇ, ਜੇ ਬਣ ਰਹੀਆਂ, ਜੇ ਲਾਗੂ ਨਹੀਂ ਹੋ ਰਹੀਆਂ, ਕਿਉਂ ਨਹੀਂ ਹੋ ਰਹੀਆਂ, ਉਹਦੇ ਪਿੱਛੇ ਕੌਣ ਹੈ।
ਤੀਜੀ ਗੱਲ ਜਿਹੜੀ ਮੈਂ ਕਰਨੀ ਚਾਹੂੰਗਾ ਉਹ ਹੈ ਇਹ ਸੱਚਾਈ ਦੱਸਦਾ ਜਿਹੜੀ ਸ਼ਾਇਦ ਆਪਣੇ ਕਦੇ ਦਿਮਾਗ 'ਚ ਆਉਂਦੀ ਵੀ ਨਹੀਂ, ਕਿਉਂਕਿ ਆਪਾਂ ਇੰਨੇ ਉਹਦੇ ਵਿੱਚ ਖੁੱਭ ਚੁੱਕੇ ਹਾਂ, ਕਿਉਂਕਿ ਕੁਛ ਤਾਂ ਸਾਡੇ 'ਚ ਉਸ ਉਮਰ ਦੇ ਵੀ ਹੈ ਨਹੀਂ ਕਿ 40-50 ਸਾਲਾਂ ਜਿਹੜਾ ਅਸੀਂ ਤਾਣਾ ਵਿਗਾੜਿਆ APMC ਦਾ। ਪੰਜਾਬ ਦੇ ਵਿੱਚ ਪਿਛਲੇ 40 ਸਾਲਾਂ ਤੋਂ APMC ਦੀ ਇਲੈਕਸ਼ਨ ਨਹੀਂ ਹੋਈ। ਤੁਸੀਂ ਇੱਥੇ ਗੁਜਰਾਤ ਆ ਜਾਓ, ਮਹਾਰਾਸ਼ਟਰ ਚਲੇ ਜਾਓ, ਕਰਨਾਟਕਾ ਚਲੇ ਜਾਓ, ਹਰ 5 ਸਾਲ ਬਾਅਦ ਵਾਈਬ੍ਰੈਂਟ ਇਲੈਕਸ਼ਨ ਹੁੰਦੀਆਂ ਨੇ APMC 'ਚ। ਉੱਥੇ APMC ਨਪਲੀ ਨਹੀਂ ਹੈ, APMC ਡੈਮੋਕ੍ਰੇਟਿਕਲੀ ਇਲੈਕਟਡ ਮਲਟੀ ਸਟੇਕ ਹੋਲਡਰ ਬਾਡੀਜ਼ ਨੇ। ਸਾਡੇ ਕੀ ਹੁੰਦਾ, ਮੈਂਬਰ ਵੀ ਨੋਮੀਨੇਟਡ, ਚੇਅਰਮੈਨ ਵੀ ਨੋਮੀਨੇਟਡ, ਤੇ ਮੰਡੀ ਜਿਹੜੀ ਸਾਡੀ ਰੋਜੀ ਰੋਟੀ ਦਾ ਵਸੀਲਾ ਉੱਥੇ ਸਾਰਾ ਸੰਭਾਲਣ ਵਾਸਤੇ ਬਣੀ ਹੋਈ ਹੈ, ਉਹਦੀ ਇਲੈਕਸ਼ਨ ਦੀ ਕਦੇ ਗੱਲ ਕੀਤੀ ਹੈ ਕਿਸੇ ਨੇ, ਕਿਸੇ ਪਾਰਟੀ ਨੇ, ਕਿਸੇ ਇੰਟੈਲੈਕਚੁਅਲ ਨੇ, ਕਿਸੇ ਥਿੰਕਰ ਨੇ, ਕਿਸੇ ਹੋਰ ਪਬਲਿਕ ਸਰਵੈਂਟ ਨੇ ਕਿ ਬਈ ਕਿਉਂ ਨਹੀਂ ਇਲੈਕਸ਼ਨ ਹੋ ਰਹੀਆਂ? ਉਹ ਤਾਂ ਸਾਡੀਆਂ ਆਪਣੀਆਂ ਸਮਿਤੀਜ਼ ਨੇ। ਥੀਸ ਆਰ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀਜ਼, ਥੀਸ ਆਰ ਕੋਆਪਰੇਟਿਵਸ। ਇਹਦੇ ਕਿਸਾਨਾਂ ਦੇ ਨੁਮਾਇੰਦੇ ਨੇ, ਵਪਾਰੀਆਂ ਦੇ ਨੇ, ਆੜਤੀਆਂ ਦੇ ਨੇ, ਸਰਕਾਰ ਦੇ ਨੇ, ਕੋਆਪਰੇਟਿਵ ਦੇ ਨੇ। ਕਿਉਂ ਨਹੀਂ ਮੰਗਿਆ ਕਦੇ ਅਸੀਂ ਵੀ ਭਾਈ ਸਾਡੀਆਂ ਜਥੇਬੰਦੀਆਂ ਨੇ, ਸਾਡੀਆਂ ਕਮੇਟੀਆਂ ਨੇ, ਇਹਨਾਂ ਦੀ ਇਲੈਕਸ਼ਨ ਹੋਣੀ ਚਾਹੀਦੀ ਹੈ, ਫਿਰ ਅਸੀਂ ਇਹਦੇ 'ਚ ਬੋਲੀ ਲਗਵਾਵਾਂਗੇ, ਫਿਰ ਅਸੀਂ ਇਹਦੇ ਕੋਈ ਕਿਸੇ ਕਿਸਾਨ ਨਾਲ ਕੋਈ ਗੜਬੜ ਨਾ ਹੋਵੇ ਦੇਖਾਂਗੇ ਅਸੀਂ। ਉਹ ਕਦੇ ਕਰਿਆ, ਅਸੀਂ ਨਹੀਂ ਕਰਿਆ। ਸਾਨੂੰ ਸ਼ਾਇਦ ਪਤਾ ਹੀ ਨਹੀਂ ਕਿ ਇਲੈਕਸ਼ਨ ਹੁੰਦੀ ਹੈ ਇਹਦੀ ਕਦੇ। ਤੁਹਾਨੂੰ ਪਤਾ ਮੰਡੀ ਬੋਰਡ ਦੇ ਚੇਅਰਪਰਸਨ ਦੀ ਕੀ ਪੋਜੀਸ਼ਨ ਹੈ? ਪਹਿਲਾਂ ਇੱਕ ਹੁੰਦਾ ਸੀ ਪੋਜੀਸ਼ਨ, ਫਿਰ 2 ਬਣਾਤੀਆਂ, ਹੁਣ ਮੈਂ ਸੁਣਿਆ 3 ਬਣਾਤੀਆਂ। ਟੌਪ ਹੈਵੀ, ਥੱਲੇ ਕੁਛ नहीं। हाँ जी, चेयरमैन बनाते की करते? 3 चेयरमैन ने जी, चेयरमैन, सीनियर वाइस चेयरमैन एंड वाइस चेयरमैन। यू कैन वेरीफाई। ये हाल है कादे वास्ते। दूजी गल जी मैं कहना, फिर होर गल आ गई, हुण पॉलिसी की गल हो रही है। पहली गल तो पॉलिसी पंजाब च कदे फाइनल हो नहीं, ड्राफ्ट ही रहा हमेशा पिछले 15 सालों तो। ਉਹਨੂੰ ਵੀ ਠੰਡੇ ਵਾਸਤੇ ਚ ਪਾ ਦਿੱਤਾ ਜਾਂਦਾ। ਹੁਣ ਤੁਸੀਂ ਇਹ ਦੱਸੋ ਮੈਨੂੰ, ਸਿੱਧੂ ਸਾਹਿਬ ਗੱਲ ਕਰ ਰਹੇ ਸੀ ਆਪਾਂ ਕਿ ਵੀ ਉਹੀ ਪੈਦਾ ਕਰੀ ਜਿਹੜਾ ਚਾਹੀਦਾ, ਉਹੀ ਪ੍ਰੋਕਿਉਰ ਕਰੀਏ। ਕਦੇ ਮੈਨੂੰ ਦੱਸ ਦਿਓ ਡਾਟਾ ਕੱਢ ਕੇ, ਪਿਛਲੀ ਵਾਰੀ ਕਿਹੜੇ ਸਾਲ ਦੇ ਵਿੱਚ ਪੰਜਾਬ ਨੇ ਮਾਰਕੀਟ ਇੰਟਰਵੈਂਸ਼ਨ ਸਕੀਮ ਲਾਗੂ ਕੀਤੀ ਸੀ, ਕਿਹੜੀ ਕ੍ਰੌਪ ਦੇ ਵਿੱਚ? ਆਈ ਵਿਲ ਬੀ ਥੈਂਕਫੁਲ ਟੂ ਯੂ। ਕਿੰਨੇ ਦਹਾਕੇ ਪਹਿਲਾਂ ਲਾਗੂ ਕੀਤੀ ਸੀ, ਜੇ ਕੋਈ ਦੱਸ ਸਕੇ ਤਾਂ। ਫਿਰ ਆ ਪਿੱਛੇ ਜੇ ਹੋਇਆ, ਹੁਣ ਵਾਲੀ ਸਰਕਾਰ ਆਈ, ਮੈਂ ਵੀ ਸ਼ਾਇਦ ਉਦੋਂ ਉਧਰ ਸੀਗਾ ਕਿ ਬਈ ਸਾਨੂੰ ਸੈਂਟਰ ਗਵਰਨਮੈਂਟ ਦੀ ਫਸਲ ਬੀਮਾ ਯੋਜਨਾ ਮਨਜ਼ੂਰ ਨਹੀਂ, ਸਾਡੇ ਤਾਂ ਮੁਤਾਬਕ ਹੀ ਨਹੀਂ ਜੀ, ਸੂਟ ਹੀ ਨਹੀਂ ਕਰਦੀ ਜੀ, ਢੁੱਕਵੀਂ ਨਹੀਂ ਸਾਡੇ ਵਾਸਤੇ, ਤਾਂ ਅਸੀਂ ਨਹੀਂ ਇਹਨੂੰ ਲਾਗੂ ਕਰਦੇ। ਫਿਰ ਆਲਟਰਨੇਟ ਅਸੀਂ ਆਪਣੀ ਸਕੀਮ ਲਿਆਵਾਂਗੇ ਜੀ, ਅਸੀਂ ਆਪਣੀ ਕ੍ਰੌਪ ਇੰਸ਼ੋਰੈਂਸ ਕਾਰਪੋਰੇਸ਼ਨ ਬਣਾਵਾਂਗੇ ਜੀ। 4 ਸਾਲ ਹੋ ਗਏ, ਕਿੱਥੇ ਹੈ ਜੀ ਕੋਈ ਖਰੜਾ, ਕੋਈ ਡਰਾਫਟ, ਕੋਈ ਪਾਲਿਸੀ, ਕੋਈ ਡਾਕੂਮੈਂਟ, ਕੋਈ ਨੋਟੀਫਿਕੇਸ਼ਨ? ਨੋਵੇਅਰ। ਇਹ ਜਿਹੜੀਆਂ ਗੱਲਾਂ ਨੇ ਇਹ ਕਰਨੀਆਂ ਬਹੁਤ ਜ਼ਰੂਰੀ ਨੇ, ਕਿਉਂਕਿ ਜਿੰਨਾ ਚਿਰ ਆਪਾਂ ਸੱਚੀ ਗੱਲ ਨਹੀਂ ਕਰਦੇ, ਗੱਲ ਅੱਗੇ ਨਹੀਂ ਵੱਧ ਸਕਦੀ। ਹੁਣ ਮੈਂ ਲਾਸਟ ਗੱਲ ਕਹਿ ਕੇ ਆਪਣੀ ਗੱਲ ਖਤਮ ਕਰਾਂਗਾ ਕਿ ਜੋ ਗੱਲ ਕੀਤੀ ਗਈ ਪਲਾਂਟ ਪ੍ਰੋਡਕਸ਼ਨ ਐਂਡ ਮਾਰਕੀਟਿੰਗ ਦੀ, ਇਹ ਬਹੁਤ ਜ਼ਰੂਰੀ ਹੈ। ਪਰ ਇਹ ਚੰਗੀ ਗੱਲ ਹੈ ਜੇ ਸਰਕਾਰ ਇਹਨੂੰ ਨਾ ਕਰੇ, ਕਿਉਂਕਿ ਪੰਜਾਬ ਦੀ ਸਰਕਾਰ ਜਾਂ ਪੰਜਾਬ ਦੀ ਜੋ ਵੀ ਅਫਸਰਸ਼ਾਹੀ ਹੈ, ਇੱਥੋਂ ਤੱਕ ਮਤਲਬ ਉਹਦਾ ਜਿਹੜਾ ਦਿਮਾਗ ਹੈ ਇਦਾਂ ਘੁੰਮ ਚੁੱਕਿਆ ਹੈ ਕਿ ਪੰਜਾਬ ਦੇ ਵਿੱਚ ਇਹ ਵੀ ਹੋਇਆ ਕਿ ਪੰਜਾਬ ਦੀ ਸਰਕਾਰ ਨੇ ਕਿਹਾ ਕਿ ਕਿਸਾਨ ਅਗਰ ਨਵੀਆਂ ਫਸਲਾਂ ਨਹੀਂ ਕਰਦਾ ਤਾਂ ਸਰਕਾਰ ਕਰੂਗੀ। ਕੁਝ ਸਾਲ ਪਹਿਲਾਂ ਸਰਕਾਰ ਦੀਆਂ ਏਜੰਸੀਆਂ ਕਿਸਾਨਾਂ ਦੀ ਜ਼ਮੀਨ ਠੇਕੇ ਤੇ ਲੈ ਕੇ ਡਾਇਵਰਸੀਫਿਕੇਸ਼ਨ ਕਰਨ ਲੱਗੀਆਂ ਹੋਈਆਂ ਸੀ। ਹੁਣ ਤੱਕ ਕੇਸ ਚੱਲਦੇ ਨੇ ਕਿ ਸਾਡਾ ਠੇਕਾ ਨਹੀਂ ਦਿੱਤਾ ਜਾ ਰਿਹਾ, ਡਾਇਵਰਸੀਫਿਕੇਸ਼ਨ ਤਾਂ ਕੀ ਹੋਣੀ ਸੀ। ਤੋਂ ਇਹੋ ਜਿਹੇ ਮਤਲਬ ਖਰਾਬ ਵਿਚਾਰ ਤੇ ਇਹੋ ਜਿਹੀਆਂ ਖਰਾਬ ਸਕੀਮਾਂ ਕਿਹੜੇ ਦਿਮਾਗ ਦੀ ਉਪਜ ਨੇ, ਸਮਝ ਨਹੀਂ ਆਉਂਦਾ ਕਿ ਸਰਕਾਰ ਕਹੇ ਮੈਂ ਖੇਤੀ ਕਰੂੰ, ਤੁਹਾਨੂੰ ਨਹੀਂ ਕਰਨੀ ਆਉਂਦੀ, ਤੁਹਾਨੂੰ ਨਹੀਂ ਨਵੀਆਂ ਫਸਲਾਂ ਬੀਜਣਾ ਆਉਂਦੀਆਂ, ਮੈਂ ਤੁਹਾਨੂੰ ਬੀਜ ਕੇ ਦਿਖਾਊਂ। ਮੈਨੂੰ ਨਹੀਂ ਲੱਗਦਾ ਦੁਨੀਆ ਦੇ ਵਿੱਚ ਕਿਸਾਨ ਤੋਂ ਵਧੀਆ ਕੋਈ ਹੋਰ ਕਿਸਾਨ ਹੋ ਸਕਦਾ, ਪਰ ਅਸੀਂ ਇਹ ਵੀ ਕੀਤਾ ਉੱਥੇ ਤੇ ਬੁਰੀ ਤਰ੍ਹਾਂ ਫੇਲ ਹੋਏ ਉਹ 'ਚ। ਤੇ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ ਉਹ ਹੈ ਪਲਾਂਟ ਪ੍ਰੋਡਕਸ਼ਨ ਐਂਡ ਮਾਰਕੀਟਿੰਗ ਦੀ, PPM ਕਹਿੰਦੇ ਨੇ ਇਹਨੂੰ। ਇਹ ਤਾਈਵਾਨ ਦੇ ਵਿੱਚ ਹੋਇਆ, ਬੜਾ ਕਾਮਯਾਬੀ ਨਾਲ ਹੋਇਆ। ਸੋ ਇਹ ਆਈਡੀਆ ਅੱਛਾ ਹੈ, ਪਰ ਕਿਵੇਂ ਇਹਨੂੰ ਅਸੀਂ ਪਲਾਨ ਕਰਦੇ ਹਾਂ, ਕਿਵੇਂ ਇਹਨੂੰ ਐਗਜ਼ੀਕਿਊਟ ਕਰਦੇ ਹਾਂ, ਕਿਹਦੀ ਇਨਵੋਲਵਮੈਂਟ ਕਰਦੇ ਹਾਂ, FPO ਨਾਲ ਕਰਦੇ ਹਾਂ, ਕੋਆਪਰੇਟਿਵ ਕਰਦੇ ਹਾਂ, ਜਾਂ ਸਰਕਾਰੀ ਇਦਾਰੇ ਖੁਦ ਕਰਦੇ ਨੇ, ਉਹ ਤੇ ਵੀ ਨਿਰਭਰ ਕਰਦਾ ਹੈ। ਸੋ ਇਹ ਪਲਾਂਟ ਪ੍ਰੋਡਕਸ਼ਨ ਐਂਡ ਮਾਰਕੀਟਿੰਗ ਕਰਕੇ
ਚਾਹੇ ਮਸ਼ਰੂਮਸ ਹੋਣ, ਚਾਹੇ ਪਾਈਨਐਪਲ ਹੋਵੇ, ਤਾਈਵਾਨ ਨੇ ਦੁਨੀਆ ਦੇ ਵਿੱਚ ਉਹਦਾ ਐਕਸਪੋਰਟ ਕਰਨ ਵਿੱਚ ਪ੍ਰਸਿੱਧੀ ਹਾਸਲ ਕਰ ਲਈ ਸੀ, ਪ੍ਰਸਿੱਧੀ ਹਾਸਲ ਕਰ ਲਈ ਸੀ। ਹਰ ਲੈਵਲ ਤੇ ਕੋਆਰਡੀਨੇਸ਼ਨ, ਫਾਰਮ ਤੋਂ ਲੈ ਕੇ ਐਕਸਪੋਰਟਰ ਤੱਕ, ਕੋਆਰਡੀਨੇਟਡ ਐਫਰਟ, ਇਨਫਾਰਮਲ ਕੋਆਪਰੇਸ਼ਨ, ਫਾਰਮਲ ਕੋਆਪਰੇਸ਼ਨ, ਫਾਰਮਰਸ ਐਸੋਸੀਏਸ਼ਨਸ, ਗਵਰਨਮੈਂਟ ਰੂਲਸ ਐਂਡ ਲਾਜ਼ ਹੋ ਸਕਦਾ ਹੈ। ਪਰ ਉਹਦੇ ਵਾਸਤੇ ਇਹ ਜ਼ਰੂਰੀ ਹੈ ਕਿ ਲੋਕਾਂ ਦੀਆਂ ਸੰਸਥਾਵਾਂ, ਕਿਸਾਨਾਂ ਦੀਆਂ ਸੰਸਥਾਵਾਂ, ਉਹਨਾਂ ਨੂੰ ਇੱਕ ਜਗ੍ਹਾ ਦਿੱਤੀ ਜਾਵੇ, ਉਹਨਾਂ ਨੂੰ ਇਹਦੇ ਵਿੱਚ ਇਨਵੋਲਵ ਕੀਤਾ ਜਾਵੇ, ਫਿਰ ਗੱਲ ਬਣੂਗੀ। ਮੈਨੂੰ ਬੜਾ ਦੁੱਖ ਹੁੰਦਾ, ਪੁਨੀਤ ਨੇ ਕਿਹਾ ਕਿ ਪੰਜਾਬ ਪਛੜ ਗਿਆ FPO ਦੇ ਮਾਮਲੇ 'ਚ, ਕਿਉਂਕਿ ਇਹ ਤਾਂ 2003 ਤੋਂ ਐਕਟ ਆਇਆ ਹੋਇਆ, ਬਣਿਆ ਹੋਇਆ ਹੈ, ਪ੍ਰੋਡਿਊਸਰ ਕੰਪਨੀਜ਼ ਐਕਟ, ਤੇ ਹੁਣ ਜਦੋਂ ਕਿ ਭਾਰਤ ਦੇ ਵਿੱਚ 7-8 ਹਜ਼ਾਰ ਕੰਪਨੀਆਂ ਬਣ ਚੁੱਕੀਆਂ ਨੇ ਕਿਸਾਨਾਂ ਦੀਆਂ ਇਸ ਤਰ੍ਹਾਂ ਦੀਆਂ, ਤੇ ਗਵਰਨਮੈਂਟ 10 ਹਜ਼ਾਰ ਹੋਰ ਬਣਾਉਣ ਨੂੰ ਤਿਆਰ ਹੈ, ਪੰਜਾਬ ਅਜੇ ਉਹੀ 70-80 ਤੇ ਖੜਾ ਹੈ। ਉਹਨਾਂ ਦੇ ਵਿੱਚੋਂ ਕੁਛ ਤਾਂ ਉਹੀ ਬਸ ਨਾਮ ਦੇ ਵਾਸਤੇ ਹੀ ਉਹਦੇ 'ਚ ਕੈਟਾਗਰਾਈਜ਼ ਕੀਤੀਆਂ ਹੋਈਆਂ ਨੇ, ਜਿਹੜੀਆਂ ਅਸਲੀ ਜੈਨੂਇਨ ਨਵੀਆਂ ਫਾਰਮਰ ਦੀਆਂ ਪ੍ਰੋਡਿਊਸਰ ਕੰਪਨੀਜ਼ ਨੇ ਉਹ ਬਹੁਤ ਘੱਟ ਨੇ। ਤੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਿੰਨਾ ਚਿਰ ਅਸੀਂ ਇਸ ਚੀਜ਼ ਨੂੰ ਬੜਾ ਸੰਜੀਦਗੀ ਨਾਲ ਲੈ ਕੇ ਨਹੀਂ ਕਰਦੇ, ਉਹਨਾਂ ਚਿਰ ਗੱਲ ਬਣਨ ਵਾਲੀ ਨਹੀਂ ਹੈ। ਮੈਂ ਕਹਿੰਦਾ ਬਿਨਾਂ ਸਹਿਕਾਰ ਨਹੀਂ ਉਧਾਰ। ਗਿੱਲ ਸਾਹਿਬ ਨੇ ਵੀ ਗੱਲ ਕੀਤੀ ਕੋਆਪਰੇਟਿਵ ਦੀ, ਪਰ ਮੇਰਾ ਇਹ ਮੰਨਣਾ ਹੈ ਕਿ ਫਾਰਮ ਦੇ ਵਿੱਚ ਪੰਜਾਬ ਦਾ ਫਾਰਮਰ ਬਹੁਤ ਵਧੀਆ ਕਰ ਰਿਹਾ ਹੈ, ਬਹੁਤ ਵਧੀਆ ਕਰਦਾ ਰਹੇਗਾ। ਗੱਲ ਹੈ ਉਹਨੂੰ ਮੰਡੀ ਨਾਲ ਪੜਾਉਣ ਦੀ, ਮੰਡੀ ਨਾਲ ਪੜਾਉਣ ਦੀ, ਚਾਹੇ ਖਰੀਦਣ ਵਾਸਤੇ ਚਾਹੇ ਵੇਚਣ ਵਾਸਤੇ। ਇਹ ਸ਼ਾਇਦ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਕਿ ਜਿੰਨੀ ਪੈਸਟੀਸਾਈਡ ਇੰਡੀਆ ਦੇ ਵਿੱਚ ਅੱਜ ਵਿਕ ਰਹੀ ਹੈ, ਉਹਦੀ 25% ਸਪੂਰੀਅਸ ਹੈ, ਫੇਕ ਹੈ, ਨਕਲੀ ਹੈ, 25%। ਤੇ ਮੈਂ ਇਹ ਕਹਿਣਾ, ਜੇ ਛੋਟੇ ਕਿਸਾਨ ਦੀ ਆਪਾਂ ਗੱਲ ਕਰੀਏ, ਛੋਟਾ ਕਿਸਾਨ ਪ੍ਰੋਡਕਸ਼ਨ ਦੇ ਵਿੱਚ ਮਾਰ ਨਹੀਂ ਖਾਂਦਾ, ਛੋਟਾ ਕਿਸਾਨ ਮਾਰ ਖਾਂਦਾ ਖਰੀਦਣ ਜਾਂਦਾ ਬਾਜ਼ਾਰ ਦੇ ਵਿੱਚ ਇਕੱਲਾ ਜਦੋਂ, ਤੇ ਜਦੋਂ ਵੇਚਣ ਜਾਂਦਾ। ਜੇ ਆਪਾਂ ਉਸ ਚੀਜ਼ ਨੂੰ ਮੈਨੇਜ ਕਰਨਾ ਤਾਂ ਸਾਨੂੰ ਐਸੇ ਪਲੇਟਫਾਰਮ ਕਿਸਾਨਾਂ ਲਈ ਖੜੇ ਕਰਨੇ ਪੈਣਗੇ ਜਿੱਥੇ ਨਾ ਸਿਰਫ ਮੰਡੀ ਨਾਲ ਭਿੜ ਸਕਣ, ਲੇਕਿਨ ਮੰਡੀ ਦੇ ਕੁਝ ਅੰਸ਼ਾਂ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਵੀ ਉਸ ਚੀਜ਼ ਨੂੰ ਵੀ ਉਹ ਆਪਣੇ ਹਿੱਤ ਲਈ ਵਰਤ ਸਕਣ। ਧੰਨਵਾਦ। ਮੈਂ ਇਸ ਕਰਕੇ ਕਹਾਂਗਾ, ਖੇਤੀ, ਖੁਰਾਕ, ਸਿਹਤ, ਇਹ ਕੁਝ ਸਾਰੇ ਮੁੱਦੇ ਨੇ ਜਿਨ੍ਹਾਂ ਤੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ। ਮੇਰਾ ਤਾਂ ਇੱਥੇ ਜਿਹੜਾ ਹੈਗਾ ਆਪਾਂ ਨੂੰ ਕਿਤੇ ਨਾ ਕਿਤੇ ਉੱਤੇ ਉੱਠਣਾ ਪਏਗਾ ਰਾਜਨੀਤੀ ਤੋਂ, ਤਾਂ ਦੇਸ਼ ਹਿੱਤ ਦੀ ਗੱਲ ਹੋ ਪਾਏਗੀ। ਇਹ 'ਚ ਬਹੁਤ ਕੁਛ ਹੈਗਾ ਜੀ, ਬਹੁਤ ਪਹਿਲੂ ਹੈਗੇ ਨੇ। ਮੈਨੂੰ ਲੱਗਦਾ ਕਿ ਆਪਾਂ ਨੂੰ ਵਾਈਂਡਅਪ ਵਧੀਆ ਸੁੱਚਾ ਸਿੰਘ ਗਿੱਲ ਜੀ ਕੁਝ ਕਹਿ ਦਿੰਦੇ। ਜਿਹੜੇ ਇਹ ਕਾਨੂੰਨ ਅੱਜ ਦੀ ਡੇਟ 'ਚ ਜੇ ਸੈਂਟਰ ਦੇ ਕਾਨੂੰਨ ਵਾਪਸ ਨਹੀਂ ਹੁੰਦੇ ਤਾਂ ਇਹ ਸਟੇਟ ਦੇ ਕਾਨੂੰਨ ਲਾਗੂ ਹੀ ਨਹੀਂ ਕੀਤੇ ਜਾ ਸਕਦੇ। ਜਿਹੜਾ ਜੋ ਕਾਨੂੰਨ ਸੈਂਟਰ ਦਾ ਹੈ ਉਹ ਪ੍ਰਵੇਲ ਕਰੇਗਾ। ਪੰਜਾਬ ਦਾ ਕਾਨੂੰਨ ਜਿਹੜਾ ਬਣਾਇਆ ਹੋਇਆ ਹੈ ਇਹ ਇਨਫਰੈਕਚੁਅਸ ਹੈ, ਇਹ ਲਾਗੂ ਨਹੀਂ ਹੋ ਸਕਦਾ। ਇਹ ਕਨਸਟੀਟਿਊਸ਼ਨਲ ਪੋਜੀਸ਼ਨ ਹੈ। ਜੇ ਸੈਂਟਰ ਦੇ ਕਾਨੂੰਨ ਵਾਪਸ ਹੁੰਦੇ ਨੇ ਫਿਰ ਪੰਜਾਬ ਵਾਲੀ ਗੱਲ ਠੀਕ ਹੈ, ਔਰ ਇਹਨੂੰ ਵਿਚਾਰਨ ਦੀ ਲੋੜ ਹੈ। ਮੇਰਾ ਉਹ ਕਹਿਣਾ ਹੈ। ਐਨੀ ਹਾਓ ਸਿੱਧੂ ਸਾਹਿਬ, ਓਵਰ ਟੂ ਯੂ। ਸਰ ਮੈਂ ਕਹਿਣਾ ਸਰ, ਆਪਣੇ ਜੀਵਨ ਦੇ ਆਖਰੀ ਸਵਾਸ ਤੱਕ ਮੇਰਾ ਇੱਕੋ ਹੀ ਮਿਸ਼ਨ ਹੈ ਕਿ ਇਹੋ ਜਿਹੇ ਲੋਕਾਂ ਦੇ ਵਿਚਾਰ ਵਟਾਂਦਰੇ ਤੋਂ ਕੋਈ ਹੱਲ ਨਿਕਲੇ। ਸਰ ਇਹ ਮਤਲਬ ਪ੍ਰੋਬਲਮ ਡਿਸਕਸ ਕਰਨਾ ਕੁਝ ਨਹੀਂ ਹੋਣਾ, ਉਹਦੇ ਅਮਲੀ ਜਾਮਾ ਪਾ ਕੇ ਹੱਲ ਕੱਢਣੇ ਪੈਣੇ ਆ, ਕੌੜੇ ਘੁੱਟ ਪੀਣੇ ਪੈਣੇ ਆ। ਇਸ ਕਰਕੇ ਸਰ ਜੋ ਕਹੋਗੇ, ਮੈਨੂੰ ਕੋਈ ਕ੍ਰਿਕਟ ਸਿਖਾਉਣ ਲੱਗੇ ਨਾ ਤੇ ਮੈਂ ਉਹਨੂੰ ਕਹੂੰਗਾ ਯਾਰ ਇਹ ਕੀ ਕਰ ਰਿਹਾ, ਮੈਂ ਸਾਰੀ ਉਮਰ ਲਾਤੀ। ਤੇ ਇੱਥੇ ਜਿਹੜੀਆਂ ਸੰਸਥਾਵਾਂ ਬੈਠੀਆਂ ਨੇ ਜਿਨ੍ਹਾਂ ਨਾਲ ਮੈਂ ਅੱਜ ਵਿਚਾਰ ਵਟਾਂਦਰੇ ਕੀਤੇ ਨੇ, ਇਹਨਾਂ ਨੂੰ ਕੋਈ ਕੀ ਦੱਸ ਸਕਦਾ ਹੈ? ਇਹਨਾਂ ਤੋਂ ਤਾਂ ਸੁਣ ਕੇ ਆਦਮੀ ਇੱਕ ਸੱਚੀ ਸੁੱਚੀ ਰਾਹ ਦੇ ਉੱਤੇ ਪੈ ਕੇ ਪੰਜਾਬ ਦੀ ਉਸਾਰੀ ਕਰ ਸਕਦਾ ਹੈ। ਕਿਉਂਕਿ ਅਗਰ ਹੁਣ ਅਸੀਂ ਨਾ ਜਾਗੇ, ਸਵੇਰ ਦਾ ਭੁੱਲਿਆ ਸ਼ਾਮ ਨੂੰ ਅਗਰ ਆ ਜੇ ਨਾ ਤਾਂ ਵਧੀਆ ਹੁੰਦਾ, ਦੇਰ ਆਏ ਦਰੁਸਤ ਆਏ। ਜੇ ਹੁਣ ਅਸੀਂ ਨਾ ਜਾਗੇ ਤਾਂ ਫਿਰ ਇਰਰਿਪੇਅਰੇਬਲ ਡੈਮੇਜ ਹੋ ਜੂ। ਇਸ ਕਰਕੇ ਮੈਂ ਪੂਰੀ ਵਾਹ ਲਾ ਦੂੰਗਾ ਸਰ। ਥੈਂਕ ਯੂ ਵੈਰੀ ਮਚ। ਫੇਰ ਧੰਨਵਾਦ। ਥੈਂਕ ਯੂ ਸਰ।